ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ, ਆਦਾਬ, ਸਭ ਸਤਿਕਾਰ ਹੈ ਸੱਜਣਾਂ ਨੂੰ ਜੋ ਇਸ ਵਕਤ ਜ਼ਿੰਦਗੀ ਦੇ ਰੰਗਾਂ ਤੇ ਆਵਾਜ਼ ਦੀਆਂ ਤਰੰਗਾਂ ਨੂੰ ਮਾਣਦੇ ਹੋਏ ਜੁੜੇ ਹੋਏ ਨੇ ਟਿਵਾਣਾ ਰੇਡੀਓ ਦੀਆਂ ਤਰੰਗਾਂ ਦੇ ਨਾਲ। ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਆਪ ਸਭ ਸੱਜਣਾਂ ਦਾ ਸਵਾਗਤ ਕਰਦਾ। ਅੱਜ 27 ਮਈ ਸਨ 2021 ਦਿਨ ਵੀਰਵਾਰ 14 ਜੇਠ ਨਾਨਕਸ਼ਾਹੀ ਸੰਮਤ 553 ਦੀ ਸ਼ਾਮ ਦੀ ਸਵਾ ਦਾ ਇਹ ਪ੍ਰੋਗਰਾਮ ਟਿਵਾਣਾ ਲਾਈਵ ਲੈ ਕੇ ਮੈਂ ਪਰਮਿੰਦਰ ਸਿੰਘ ਟਿਵਾਣਾ ਆਪ ਸਭ ਸੱਜਣਾਂ ਨਾਲ ਜੁੜ ਚੁੱਕਾ। ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਤੁਸੀਂ ਟਿਵਾਣਾ ਰੇਡੀਓ ਦੇ YouTube ਪੇਜ ਤੇ ਇਸ ਦੇ ਨਾਲ ਮੇਰਾ ਪਰਮਿੰਦਰ ਸਿੰਘ ਟਿਵਾਣਾ ਦਾ Facebook ਪੇਜ ਹੈ ਜੋ ਉਸ ਤੇ ਵੀ ਇਹ ਪ੍ਰੋਗਰਾਮ ਲਾਈਵ ਹੈ, ਜ਼ਰੂਰ ਅੱਗੇ ਸਾਂਝਾ ਕਰੋ। ਇਸ ਦੇ ਨਾਲ ਇਸ ਦੇ ਨਾਲ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਤੁਸੀਂ ਸੁਣਨ ਦੇ ਵੱਖ-ਵੱਖ ਮਾਧਿਅਮ ਨੇ। ਸਾਡੇ ਜਿਹੜੀਆਂ ਐਪਸ ਨੇ ਆਈਫੋਨ ਤੇ ਐਂਡਰਾਇਡ ਐਪਸ ਦੇ ਜ਼ਰੀਏ ਵੀ ਇਹਨਾਂ ਪ੍ਰੋਗਰਾਮਾਂ ਨੂੰ ਸੁਣ ਸਕਦੇ ਹੋ। 667 930 92 60 ਅਮਰੀਕਾ ਦੇ ਵਿੱਚ ਕਾਲ ਟੂ ਲਿਸਨ ਨੰਬਰ ਹੈ, ਉਸ ਦੇ ਜ਼ਰੀਏ ਵੀ ਪ੍ਰੋਗਰਾਮ ਸੁਣਿਆ ਜਾ ਸਕਦਾ। ਤੇ ਇਸ ਦੇ ਨਾਲ ਸਾਡੀ ਜਿਹੜੀ ਵੈਬਸਾਈਟ ਹੈ tiwanaradio.com ਵੈਬਸਾਈਟ ਤੇ ਵੀ ਜਾ ਕੇ ਤੁਸੀਂ ਇਹਨਾਂ ਪ੍ਰੋਗਰਾਮਾਂ ਦਾ ਲੁਤਫ ਲੈ ਸਕਦੇ ਹੋ। ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਦੱਸੋ ਅਗਰ ਤੁਸੀਂ ਪ੍ਰੋਗਰਾਮਾਂ ਨੂੰ ਪਸੰਦ ਕਰਦੇ ਹੋ। ਬਹੁਤ ਕੁਝ ਪੰਜਾਬੀ ਸੱਭਿਆਚਾਰ ਦੇ ਬਾਰੇ ਦੇ ਵਿੱਚ ਤੁਹਾਨੂੰ ਜਾਣਨ ਨੂੰ ਮਿਲੇਗਾ। ਇੰਜੋਏ ਕਰੋ, ਇਸ ਗੱਲ ਦਾ ਮੈਂ ਤੁਹਾਨੂੰ ਪੁਰ ਯਕੀਨ ਦਿਵਾਉਣਾ। ਖਬਰਾਂ ਤੇ ਚਰਚਾ ਕਰਨ ਦੇ ਵਾਸਤੇ ਰਾਜਨੀਤਿਕ ਮਾਮਲਿਆਂ ਦੇ ਮਾਹਰ ਬਾਈ ਜੀ ਸੁਰਿੰਦਰ ਸਿੰਘ ਕੁਝ ਪਲ ਬਾਅਦ ਆਪਣੇ ਨਾਲ ਜੁੜਨਗੇ। ਅੱਧਾ ਕੁ ਘੰਟੇ ਦਾ ਮੈਂ ਅੱਜ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਦੀ ਸੋਚ ਰਿਹਾ ਸੀ, ਕਿਉਂਕਿ ਜ਼ਿੰਦਗੀ ਵੀ ਇੱਕ ਕਹਾਣੀ ਹੈ। ਹਰ ਬੰਦੇ ਦੇ ਆਲੇ ਦੁਆਲੇ ਬਹੁਤ ਸਾਰੀਆਂ ਕਹਾਣੀਆਂ ਤੁਰੀਆਂ ਫਿਰਦੀਆਂ ਨੇ। ਕਈ ਵਾਰੀ ਇਹ ਕਹਾਣੀਆਂ ਸਾਨੂੰ ਇੰਨਾ ਧੋਂਦੀਆਂ ਨੇ, ਜਾਣੀ ਸਾਡੇ ਮਨ ਦੀ ਮੈਲ ਨੂੰ, ਸਾਡੇ ਸੁਭਾਅ ਦੀ ਚੰਚਲਤਾ ਨੂੰ, ਲਾਲਚ ਨੂੰ ਬਹੁਤ ਡਿਟਰਜੈਂਟ ਦੀ ਤਰ੍ਹਾਂ ਧੋ ਸੁੱਟਦੀਆਂ ਨੇ, ਰੀਠੇ ਦਾ ਕੰਮ ਕਰਦੀਆਂ ਨੇ, ਡਰਾਈ ਕਲੀਨ ਕਰ ਦਿੰਦੀਆਂ ਨੇ। ਤੇ ਉਸ ਦੌਰਾਨ ਸਾਨੂੰ ਆਪਣੀ ਜ਼ਿੰਦਗੀ ਨੂੰ ਸੋਹਣੀ ਤੇ ਸੁਨਹਿਰੀ ਬਣਾਉਣ ਦਾ ਸਬਬ ਬਣਦਾ। ਜਸਵੰਤ ਸਿੰਘ ਕੰਵਲ ਹੋਰਾਂ ਦੀ ਕਹਾਣੀ ਸੜਦੇ ਜ਼ਖਮ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਂਝੇ ਕਰਾਂਗੇ। ਤੇ ਇਸ ਦੇ ਨਾਲ ਤੁਸੀਂ ਕਾਲ ਕਰ ਸਕਦੇ ਹੋ 98 763 096 55 ਨੰਬਰ ਤੇ। ਜ਼ਿਕਰ ਸਾਡੇ ਸਪਾਂਸਰ ਸਾਹਿਬ ਦਾ। ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕੀਤਾ ਹੈ ਅੰਟਾਰੀਓ ਪ੍ਰੋਵਿੰਸ ਤੋਂ। ਅਗਰ ਤੁਹਾਨੂੰ ਹੋਮ ਅਤੇ ਆਟੋ ਇੰਸ਼ੋਰੈਂਸ ਦੀ ਜ਼ਰੂਰਤ ਹੈ, ਤੁਸੀਂ ਡਰਾਈਵਿੰਗ ਦੇ ਕਿੱਤੇ ਦੇ ਵਿੱਚੋਂ ਜਾਂ ਤੁਹਾਡੀ ਰਿਨਿਊਵਲ ਹੋਣ ਵਾਲੀ ਹੈ, ਤਾਂ ਤੁਰੰਤ ਭੈਣ ਰਾਣੀ ਮਨਦੀਪ ਕੌਰ ਨਾਲ ਟੋਰਾਂਟੋ ਵਿਖੇ ਕਾਲ ਕਰੋ 647 615 5000 647 615 ਤੇ 5000। ਇਸ ਨੰਬਰ ਤੇ ਕਾਲ ਕਰਕੇ ਤੁਸੀਂ ਹੋਮ ਅਤੇ ਆਟੋ ਇੰਸ਼ੋਰੈਂਸ ਲੈ ਸਕਦੇ ਹੋ। ਤੇ ਇਸੇ ਤਰ੍ਹਾਂ ਵਾਸ਼ਿੰਗਟਨ ਫੀਲਡ ਸਰਵਿਸ ਹੈ ਅਮਰੀਕਾ ਦੇ ਵਿੱਚ, ਸਿਆਟਲ ਦੇ ਵਿੱਚ। ਜੇ ਤੁਹਾਨੂੰ ਲੋਕਲ ਰੂਟ ਚਾਹੀਦੇ ਨੇ, ਲੋਕਲ ਲੋਡ ਚਾਹੀਦਾ, ਤਾਂ ਸਿਆਟਲ ਦੇ ਵਿੱਚ ਲੌਂਗ ਰੂਟ ਤੇ ਜਾਣ ਦੀ ਲੋੜ ਨਹੀਂ, ਛੋਟੇ ਰੂਟ ਨੇ। ਰਾਤ ਘਰੇ ਕੱਟੋ ਤੇ ਸੰਪਰਕ ਕਰੋ ਵਾਸ਼ਿੰਗਟਨ ਫੀਲਡ ਸਰਵਿਸ ਵਾਲਿਆਂ ਨਾਲ, ਜਿਨ੍ਹਾਂ ਨੂੰ ਓਨਰ ਆਪਰੇਟਰ ਤੇ ਡਰਾਈਵਰਾਂ ਦੀ ਜ਼ਰੂਰਤ ਰਹਿੰਦੀ ਹੈ। ਤੇ ਵਾਸ਼ਿੰਗਟਨ ਫੀਲਡ ਸਰਵਿਸ ਤੋਂ ਗੱਲਬਾਤ ਕਰਨੀ ਹੋਵੇ ਤਾਂ ਬਾਈ ਜੀ ਜਗਦੇਵ ਸਿੰਘ ਸੰਧੂ ਹੋਰਾਂ ਦਾ ਨੰਬਰ ਹੈ 253 266 6924। ਗੁਰਵਿੰਦਰ ਸਿੰਘ ਧਾਲੀਵਾਲ ਦਾ ਨੰਬਰ ਹੈ 206 354 4060, ਜਾਣੀ ਕਿ 206 354 4060। ਜਗਦੇਵ ਧਾਲੀਵਾਲ ਦਾ ਨੰਬਰ ਹੈ 253 266 6924। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਭਾਰਤ ਪਾਕ ਵੰਡ ਦੇ ਦਰਦ ਨੂੰ ਛੂਹੰਦੀ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ। ਜਸਵੰਤ ਸਿੰਘ ਕੰਵਲ ਹੋਰਾਂ ਦੀ ਇਹ ਰਚਨਾ ਹੈ ਸੜਦੇ ਜ਼ਖਮ। ਤੇ ਇਸ ਦੇ ਨਾਲ ਜੇ ਤੁਸੀਂ ਬੇਕਰਸਫੀਲਡ ਦੇ ਵਿੱਚ ਹੋ ਤਾਂ ਤੁਸੀਂ ਬ੍ਰੇਕ ਮਾਰੋ ਆਪਣੇ ਟਰੱਕ ਟਰਾਲੇ ਦਾ ਯੂਨੀਅਨ ਵਿਲੇਜ ਟਰੱਕ ਸਟਾਪ ਤੇ, ਜਿੱਥੇ ਇੰਡੀਅਨ ਰੈਸਟੋਰੈਂਟ ਬਣਿਆ ਹੋਇਆ। ਦੇਸੀ ਘਿਓ ਦੇ ਪਰੌਂਠਿਆਂ ਦਾ ਦਹੀਂ ਦੇ ਨਾਲ ਲੁਤਫ ਲਓ। ਸਪੈਨਿਸ਼, ਭਾਰਤੀ, ਵੱਖ-ਵੱਖ ਮੁਲਕਾਂ ਦੇ ਖਾਣਿਆਂ ਦਾ ਆਨੰਦ ਲਓ। ਟਰੱਕ ਵਾਸ਼ ਵੀ ਕਰਾ ਸਕਦੇ ਹੋ, ਡੀਜ਼ਲ ਪਵਾ ਸਕਦੇ ਹੋ। ਐਡਰੈਸ ਹੈ 2201 ਸੌਜ਼ ਯੂਨੀਅਨ ਐਵਨਿਊ, ਬੇਕਰਸਫੀਲਡ, ਕੈਲੀਫੋਰਨੀਆ। ਜ਼ਿਪ ਕੋਡ ਹੈ 93307। ਸੁਖੀ ਘੁੰਮਣ ਹੋਰਾਂ ਦਾ ਨੰਬਰ ਹੈ 661 304 7500 661 304 7500। ਇਹ ਉਸੇ ਜਗ੍ਹਾ ਤੇ ਹੈ ਜਿੱਥੇ ਪਹਿਲਾਂ ਟਰੱਕ ਯੂਨੀਅਨ ਸਕੂਲ ਹੁੰਦਾ ਸੀ। ਰੋਡਵੇਜ਼ ਟਰਾਂਸਪੋਰਟ ਵੀ ਹੈ ਨਜ਼ਰ, ਆਪਣਾ ਸੁਖੀ ਨਜ਼ਰ ਨਹੀਂ, ਸੁਖੀ ਘੁੰਮਣ ਹੋਰਾਂ ਦੀ। ਸੁਖੀ ਨਜ਼ਰ ਹੋਣੀ ਪੁਰਾਣੇ ਬੇਲੀ ਨੇ ਟੋਰਾਂਟੋ ਦੇ ਵਿੱਚ, ਵਤਨੋਂ ਦੂਰ ਵਾਲੇ। ਉਹਨਾਂ ਦਾ ਨਾਂ ਜ਼ਿਹਨ 'ਚ ਆ ਗਿਆ। ਕਾਫੀ ਲੰਮਾ ਸਮਾਂ ਸੁਖੀ ਨਜ਼ਰ ਹੋਣ ਨਾਲ ਵੀ ਕੰਮ ਕੀਤਾ ਮੈਂ। ਖੈਰ, ਜੇ ਤੁਸੀਂ ਅਮਰੀਕਾ ਦੇ ਵਿੱਚ ਆਪਣੀਆਂ ਇੰਡੀਵਿਜੂਅਲ ਜਾਂ
बिजनेस कारोबार की रिटर्न फाइल करनी है तो फिर तुसी संपर्क कर सकते हो बाई जी तरसेम सिंह गिल होरां दे नाल, जो अमेरिका के पढ़े लिखे ने, 5 साल अमेरिका दी वड्डियां टैक्स फर्मां दे विच काम करन दा तजर्बा है। तो इस दे नाल उन्हां दा नंबर मैं अर्ज कर दियां 484 764 9861 484 764 9861। न्यूजर्सी दे लागे ईस्टर्न सिटी है, पेंसिल्वेनिया दे विच वसदे ने। इस दे नाल टैक्स रिटर्न दे नाल तुसी तरसेम सिंह गिल होरां तो अपना कोई अमेरिकन इमीग्रेशन का पेपर वर्क कराना भी करा सकते हो। स्पाउस केस अप्लाई करना, ग्रीन कार्ड है, वर्क परमिट है, ਉਹਦੀਆਂ ਸੇਵਾਵਾਂ ਵੀ ਤੁਸੀਂ ਲੈ ਸਕਦੇ ਹੋ। ਇਹ ਤਾਂ ਜ਼ਿਕਰ ਸੀ ਸਪਾਂਸਰ ਸਾਹਿਬ ਦਾ, ਜਿਨ੍ਹਾਂ ਦੇ ਭੇਜੇ ਪੈਸੇ ਦੇ ਨਾਲ ਸਾਡੇ ਖਰਚੇ ਥੋੜੇ ਬਹੁਤੇ ਕਵਰ ਹੁੰਦੇ ਨੇ। ਤੇ ਤੁਸੀਂ ਵੀ ਅਗਰ ਸਾਡੇ ਪ੍ਰੋਗਰਾਮਾਂ ਨੂੰ ਕਵਰ ਕਰਨਾ ਸਪੋਰਟ ਕਰਨਾ ਚਾਹੁੰਦੇ ਹੋ ਤਾਂ ਆਪ ਦਾ ਸਵਾਗਤ ਹੈ। ਬਹੁਤ ਸਾਰੀ ਸਬਸਕ੍ਰਿਪਸ਼ਨ, ਬਹੁਤ ਸਾਰੇ ਸਤਿਕਾਰ ਸਜਣਾ ਲਈ ਹੈ। ਭੈਣ ਰਾਣੀ ਹਰਵਿੰਦਰ ਜਵਾਲ ਥੈਂਕ ਯੂ, ਸਤਿ ਸ਼੍ਰੀ ਅਕਾਲ। ਕਹਿੰਦੇ ਜੀ ਸੁਣ ਲਈ ਉਡੀਕ ਕਰ ਰਹੇ ਹਾਂ। ਤੇ ਜੱਸੀ ਤੁਗਲਵਾਲਾ ਹਾਂਗਕਾਂਗ ਤੋਂ, ਗੁਰਮੀਤ ਸਿੰਘ ਭੁੱਲਰ, सब सजना का धन्यवाद। तो इस दे नाल यूट्यूब पर हाजिरी लगी है जी एस राणू साहब होरां दी। सुखजीत नामधारी होना की किताब के कुछ सफ़े फिर साझे करो। गुरदीप सिंह लंगेरी नहीं, जो जिन्ना सी मैं समझदा सी वो कर दिता, बाकी तुसी किताब चेतना प्रकाशन तो लैके भी पढ़ सकते हो। तो उसका अहम पक्ष मैं तुहाडे नाल साझा कर दिता है। बाकी सुखजीत होरां नाल इंटरव्यू जल्द करांगे। अमरजीत शर्मा बाई जी थैंक यू, समराले तो लगदे आ। रिशपाल सिंह चंगेरा, ज्ञान सिंह ते गुरनैब सिंह बराड़ थैंक यू, मेहरबानी जी। लो उड़ीक दी घड़ियां नूं खत्म करते हुए सड़दे जख्म जसवंत सिंह कंवल होरां दी रचना। ये भारत पाक वंड दी त्रासदी दसदी कहानी है जिहड़ियां असल जिंदगी दे विच वापरियां ने। लिखिया प्यारी भैन गुरमीत सहेली, दुख है कि एक पाटदी नहीं, जिंदगी मौत की उड़ीक दे विच व्याकुल है। जख्म होर डूंघे हो रहे ने, रात वधदी जा रही है, साड़ा जीवन का एहसास भी झट गया। समा ते कुदरत रल के होणियां वरताउंदे ने जां मुखी सरदार अपनियां गरजां पूरन दे लई। काले ते गोरे पॉलीटिशनां ने रल के पंजाब की चट्टान वर्गी हैसियत नूं पुड़ां दे विच चीर दिता। मासूम जन जिंदगी नूं अनाज दे कमजोर दाणिਆਂ वांग बेदर्दी नाल पी सुटिया। ये पॉलीटिशन चाहे किसी भी इज़म का कायल होवे, अपना इरादा मनुखता ते ठोसन लई गिद्दड़ तो बघियाड़ बन जाता है। मैं अपना रोना चिट्ठी दे मुੱਢ ਦੇ ਵਿੱਚ ਹੀ शुरू कर दिता, पर गुरमीत मेरे कोल रोण तो बिना है ही कुछ नहीं। जानी गुरमीत नूं ये चिट्ठी लिखी जा रही है अपनी सहेली नूं किसी औरत वालों। पर गुरमीत मेरे को रोण तो सिवा है ही कुछ नहीं, सगों वैगुरू का लख शुक्र करदी है कि अज चिट्ठी लिखण का मौका वैगुरू ने दिता। भला होवे विचारी रहमो दा जिसने कागजी कलम दवा ते लिफाफे का इंतजाम किया। उसने कुरान की कसम खाधी है कि लैक्टर बक्स दे विच भी चिट्ठी पा आवांगी। रहमो अमृतसर के सराली पिंड की वसनीक शरणार्थन सी, जिस वैशी मर्द की कतलेआम वेखी सी। नफ्स दियां मारू सट्टां दे विच जख्मी हुई सी। उस ते किसी ने तरस नहीं खादा, ना भावें उसका रहमो सी। उसका अपना दिल ही दुर्दशा ते रोया ते पसीजिया। दैंतां दी अन्नी कतलेआम ने औरत नूं औरत दा हमदर्द बना दिता। रहमो जानदी है कि एक मजबूर अबला हमदर्दी दी किन्नी कु भुखी हुंदी है, क्योंकि उस ने लाचार होके सब कुछ वेख लिया हुंदा है। अगे भी लिखण दे कई मौके मिले, पर एक लम्मा समा मैं ही सही होश विच बौरी हुई रही। मारू जुल्म दे मूँह जोर वगदे हड़ वांग मेरा दिमाग बौंदल गया सी। असलों ही सुन, उस हालत विच मैनू अपने सही होण दा भी ज्ञान नहीं सी। अज जहीर जिसदी मैं मलकीयत लाहौर गया होया ते मैं उसदी हवेली दे विच वेली सी। काफर होण दी हैसियत दे विच सतर किस तरह रखी जा सकदी सी। असल दे विच मैं हवस की भट्ठी का बालन हाँ, जिस शराफत दीआं अखां तो ओले शरीफां लई बलना पैंदा है। जहीर भारी जायदाद दा मालिक है ते रहमो दा पिता भी इत्थे आके उसका राहक बन गया।
ਮੈਂ ਇਸ ਹਵੇਲੀ ਦੇ ਬੰਧਨ ਦੇ ਵਿੱਚ ਆਜ਼ਾਦ ਹਾਂ, ਬਾਹਰ ਨਹੀਂ ਜਾ ਸਕਦੀ। ਹੰਝੂ ਵਹਾਣ ਦੀ ਮੈਨੂੰ ਖੁੱਲ੍ਹ ਹੈ, ਪਰ ਰੋ ਨਹੀਂ ਸਕਦੀ। ਸਿਸਕੀਆਂ ਵਿੱਚ ਰਿੱਝਣਾ ਹੀ ਮੇਰੀ ਜ਼ਿੰਦਗੀ ਹੈ। ਜ਼ਹੀਰ ਮੀਆਂ ਕਾਫੀ ਆਜ਼ਾਦ ਖਿਆਲ ਦਾ ਹੈ। ਜਦ ਕਦੇ ਸ਼ਰਾਬੀ ਹੁੰਦਾ ਤਦ ਗਾਉਣ ਲਈ ਕਹਿ ਦਿੰਦਾ ਹੈ, ਪਰ ਮੇਰੇ ਹਿੰਦੁਸਤਾਨ ਜਾਣ ਦੇ ਖਿਆਲ ਦੇ ਨਾਲ ਉਸ ਦੇ ਲਹੂ ਦੇ ਵਿੱਚ ਇਨਕਲਾਬ ਆ ਜਾਂਦਾ। ਉਹ ਆਖਦਾ ਹੈ, ਸਰਦਾਰ ਬੱਲੀ, ਕੀ ਤੂੰ ਸੱਚਮੁੱਚ ਮੇਰੇ ਲਤੀਫ ਅਹਿਸਾਸ ਨੂੰ ਸੱਟ ਮਾਰ ਜਾਵੇਂਗੀ? ਤੂੰ ਮੇਰੀ ਆਜ਼ਾਦੀ ਹੈ, ਪਿਆਰ ਦੀ ਰੂਹ ਹੈ। ਕਿਉਂਕਿ ਇਹ ਸਰਦਾਰਾਂ ਦੀ ਧੀ ਸੀ। ਇਹ ਜੋ ਚਿੱਠੀ ਲਿਖਦੀ ਹੈ ਕਿਸੇ ਮੁਸਲਮ ਦੀ ਕੈਦ ਦੇ ਵਿੱਚ ਸੀ 1947 ਦੇ ਹੱਲਿਆਂ ਦੇ ਦੌਰਾਨ, ਜਿਸ ਤਰ੍ਹਾਂ ਬਹੁਤ ਸਾਰੀਆਂ ਉਦਲ ਗਈਆਂ ਉੱਥੇ ਵਸਦੀਆਂ ਸਨ। ਇਸ ਨੂੰ ਇਹ ਚਿੱਠੀ ਲਿਖਣ ਦੇ ਵਾਸਤੇ ਕਾਗਜ਼ ਪੱਤਰ ਸਾਹਿਦਵਾਦ ਦਾ ਇੰਤਜ਼ਾਮ ਰਹਿਮੋ ਨੇ ਕੀਤਾ ਸੀ, ਜਿਸ ਨੇ ਆਪ ਕਿਸੇ ਗੈਰ ਮੁਸਲਮ ਦਾ ਜ਼ੁਲਮ ਝੱਲਿਆ ਸੀ। ਜਾਣੀ ਕਿ ਪਾਕਿਸਤਾਨ ਤੋਂ ਇਹ ਸਿੱਖ ਔਰਤ ਆਪਣੀ ਕਿਸੇ ਸਹੇਲੀ ਗੁਰਮੀਤ ਨੂੰ ਚਿੱਠੀ ਲਿਖ ਕੇ ਆਪਣੇ ਜਜ਼ਬਾਤ ਪੇਸ਼ ਕਰਦੀ ਹੈ। ਇਹ ਕਹਾਣੀ ਹੈ। ਤੇ ਉਸ ਤੋਂ ਬਾਅਦ ਲਤੀਫ ਨੇ ਉਸਦੇ ਜਿਹੜਾ ਮੀਆਂ ਸੀਗਾ ਉਸਨੇ ਉਸਦਾ ਨਾਂ ਰਜਿੰਦਰ ਤੋਂ ਸਰਦਾਰ ਬੇਗਮ ਰੱਖ ਦਿੱਤਾ। ਉਹ ਪਿਆਰ ਨਾਲ ਉਸਨੂੰ ਸਰਦਾਰ ਬੱਲੀ ਆਖਦਾ ਸੀ। ਨਾਂ ਬਦਲ ਦੇਣ ਨਾਲ ਮਜ਼ਹਬ ਬਦਲ ਜਾਣ ਦੀ ਤਸੱਲੀ ਹੋ ਜਾਂਦੀ ਹੈ। ਗੈਰ ਮਜ਼ਹਬੀ ਹੋਣ ਦਾ ਅਹਿਸਾਸ ਦਿਮਾਗ ਦੇ ਵਿੱਚ ਉਬਲਦਾ ਜ਼ਹਿਰ ਬਣਿਆ ਰਹਿੰਦਾ। ਇੱਥੇ ਇੱਕ ਮੁਹਾਵਰਾ ਵੀ ਮੈਂ ਸਾਂਝਾ ਕਰਾਂਗਾ। ਉਹ ਅੱਲਾ ਵੀ ਕਹਿ ਲਿਆ ਜਾਂਦਾ ਤੇ ਰਾਮ ਵੀ, ਕਿ ਅੱਲਾ ਨਿਕਲਦਿਆਂ ਨਿਕਲੂ ਤੇ ਰਾਮ ਵੜਦਿਆਂ ਵੜੂ। ਜਾਂ ਐ ਵੀ ਕਹਿ ਲਿਆ ਜਾਂਦਾ, ਹੁਣ ਜਿਹੜੀਆਂ ਇਧਰੋਂ ਉਦਲ ਕੇ ਉਧਰ ਗਈਆਂ ਸੀ ਉਹ ਕਹਿੰਦੀਆਂ ਸੀ ਰਾਮ ਨਿਕਲਦਿਆਂ ਨਿਕਲੂ ਤੇ ਅੱਲਾ ਵੜਦਿਆਂ ਵੜੂ। ਜਾਣੀ ਕਿ ਬਚਪਨ ਤੋਂ ਜਦੋਂ ਕਿਸੇ ਨੇ ਅੱਲਾ ਨੂੰ ਸਿਮਰਿਆ ਹੋਵੇ ਜਾਂ ਰਾਮ ਨੂੰ ਚਿਤਵਿਆ ਹੋਵੇ, ਉਹਦੇ ਚੇਤਿਆਂ ਚੋਂ ਆਪਣਾ ਬਚਪਨ ਦਾ ਧਰਮ ਨਹੀਂ ਨਿਕਲਦਾ। ਇਸ ਕਰਕੇ ਉਸ 1947 ਦੇ ਦੌਰਾਨ ਇਹ ਅਖਾਣ ਬਣਿਆ ਕਿ ਅੱਲਾ ਨਿਕਲਦਿਆਂ ਨਿਕਲੂ ਤੇ ਰਾਮ ਵੜਦਿਆਂ ਵੜੂ। ਜਾਂ ਜਿਹੜੇ ਉਧਰਲੇ ਨੇ ਉਹ ਵਰਤਦੇ ਨੇ ਕਿ ਰਾਮ ਵੜਦਿਆਂ ਵੜੂ ਤੇ ਅੱਲਾ ਨਿਕਲਦਿਆਂ ਨਿਕਲੂ। ਇਦਾਂ ਦਾ ਕੰਸੈਪਟ ਦੋਨਾਂ ਪੰਜਾਬਾਂ ਦੇ ਅਖਾਣਾਂ ਦੇ ਵਿੱਚ ਫਰਕ ਹੈ। ਤੇ ਉਸਨੇ ਮੇਰਾ ਨਾਮ ਰਜਿੰਦਰ ਤੋਂ ਸਰਦਾਰ ਬੇਗਮ ਰੱਖ ਲਿਆ ਸੀ। ਉਹ ਸੁਭਾਅ ਦਾ ਥੋੜਾ ਜਿੱਦੀ ਹੈ, ਪਰ ਦਿਲ ਦਾ ਨਰਮ ਤੇ ਹਮਦਰਦ ਵੀ। ਇੱਕ ਵਾਰ ਸਰੂਰ ਦੇ ਵਿੱਚ ਆ ਕੇ ਮੈਨੂੰ ਪੁੱਛਦਾ, ਤੇਰਾ ਹਿੰਦੁਸਤਾਨ ਜਾਣ ਨੂੰ ਜੀ ਕਰਦਾ? ਇਹ ਸਵਾਲ ਬਿਲਕੁਲ ਅਜਿਹਾ ਸੀ ਕਿ ਜਿਵੇਂ ਕਿਸੇ ਮਜ਼ਲੂਮ ਨੂੰ ਪੁੱਛਿਆ ਜਾਵੇ ਕਿ ਤੈਨੂੰ ਪੀੜ ਹੁੰਦੀ ਹੈ। ਇੱਕ ਬੱਚੇ ਨੂੰ ਪੁੱਛਣਾ ਕਿੰਨੀ ਹਮਦਰਦੀ ਸਾਂਝ ਹੈ ਕਿ ਤੈਨੂੰ ਤੇਰੀ ਮਾਂ ਦੀ ਯਾਦ ਆਉਂਦੀ ਹੈ। ਇਸ ਤਰ੍ਹਾਂ ਜ਼ਹੀਰ ਭਾਵੇਂ ਜਜ਼ਬਾਤੀ ਹੋ ਜਾਂਦਾ ਸੀ ਇਸ ਸਰਦਾਰ ਔਰਤ ਦਾ ਪਤੀ ਰਜਿੰਦਰ ਦਾ, ਪਰ ਫਿਰ ਵੀ ਉਸਨੇ ਉਸਨੂੰ ਆਪਣੀ ਵੱਡੀ ਹਵੇਲੀ ਦੇ ਵਿੱਚ ਕੈਦ ਕਰ ਰੱਖਿਆ ਸੀ, ਵਿਆਹ ਦਾ ਬਹਾਨਾ ਬਣਾ। ਵੇਦਨਾ ਦੇ ਵਿੱਚ ਗੁੰਨੀਆਂ ਸਾਰੀਆਂ ਯਾਦਾਂ ਨੂੰ ਹੁਣ ਭੁਲਾਉਣ ਦਾ ਰਜਿੰਦਰ ਯਤਨ ਕਰ ਰਹੀ ਸੀ, ਉਰਫ ਸਰਦਾਰ ਬੇਗਮ। ਪਰ ਰੂਪ ਦੇ ਵਿੱਚ ਤਲਖੀ ਦਾ ਸੇਕ ਵਿਆਪਕ ਹੈ, ਜਿਹੜਾ ਕਦੇ ਨਾ ਕਦੇ ਭਾਫ ਬਣ ਉੱਠਦਾ। ਜਿਵੇਂ ਫਨਾਹ ਹੋ ਚੁੱਕੀ ਇਸਤਰੀਅਤ ਵਿੱਚ ਜੀਵਨ ਦੀ ਕੋਈ ਰੌਂ ਜਿੰਦਾ ਹੁੰਦੀ ਹੈ। ਮੈਂ ਸਿੱਧੇ ਕੀਤੇ ਤੈਹਾਂ ਕੀਤੇ ਕਾਗਜ਼ ਦੇ ਵਿੱਚ ਚੋਰੀ ਛੁਪੇ ਲਿਖੇ ਤੇ ਡਾਇਰੀ ਪਾੜ ਦਿੱਤੀ। ਦਿਲ ਵਿੱਚ ਕਦੇ ਵਹਿਮ ਜਾਗ ਉੱਠਦਾ ਕਿ ਇਹ ਸਾਰੀ ਦੁਨੀਆ ਸੱਚੀ ਵਹਿਸ਼ੀਆਂ ਦੀ ਨਹੀਂ, ਕਿਉਂਕਿ ਜ਼ਹੀਰ ਨੇ ਮੈਨੂੰ ਲਾਹੌਰੋਂ ਜਮਾਲ ਅਤੇ ਫੱਤੂ ਤਾਂਗੇ ਵਾਲੇ ਤੋਂ 250 ਰੁਪਏ ਦੇ ਵਿੱਚ ਤਰਸ ਖਾ ਕੇ ਖਰੀਦ ਕੇ ਲਿਆਂਦਾ ਸੀ। ਤੇ 250 ਰੁਪਇਆ ਉਦੋਂ ਹਰੇਕ ਕੁੜੀ ਦਾ ਮੁੱਲ ਨਹੀਂ ਸੀ ਪੈਂਦਾ। ਜ਼ਹੀਰ ਹੋਰੀ ਆਖਦੇ ਸੀ ਕਿ ਮੇਰਾ ਐਜੂਕੇਟਡ ਅਤੇ ਸੁਨੱਖੀ ਹੋਣ ਕਰਕੇ ਇੰਨਾ ਮੁੱਲ ਪਿਆ। ਮੈਨੂੰ ਪਤਾ ਤੱਕ ਨਹੀਂ ਸੀ ਕਿ ਮੇਰਾ ਕਦੋਂ ਸੌਦਾ ਹੋਇਆ ਅਤੇ 45 ਚੱਕ ਕਦੋਂ ਲਿਆਂਦੀ ਗਈ। ਇੱਕ ਵਾਰ ਉਹਨਾਂ ਆਪਣੇ ਸੱਚੇ ਇਸ਼ਕ ਦਾ ਇਜ਼ਹਾਰ ਕਰਦਿਆਂ ਦੱਸਿਆ, ਮੈਨੂੰ ਤੇਰਾ ਅਗਲੇ ਦਿਨ ਹੀ 300 ਮਿਲਦਾ ਸੀ, ਪਰ ਮੈਂ ਨਾ ਲਿਆ ਕਿਉਂਕਿ ਤੂੰ ਮੈਨੂੰ ਪਹਿਲੀ ਨਜ਼ਰ ਦੇ ਵਿੱਚ ਹੀ ਬੁਰੀ ਤਰ੍ਹਾਂ ਫੱਟੜ ਕਰ ਗਈ ਸੀ। ਜਾਣੀ ਕਿ ਇੱਕ ਅਬਲਾ ਨਾਲ ਇੱਕ ਤਰਫਾ ਇਸ਼ਕ ਸੀ ਜ਼ਹੀਰ ਦਾ, ਜੋ ਇਹ ਸਰਦਾਰਾਂ ਦੀ ਧੀ ਸੀ। ਵੈਸੇ ਹਿਸਟਰੀ ਇਹ ਕਹਿੰਦੀ ਹੈ ਕਿ ਉਸ ਵਕਤ 10-10 ਰੁਪਏ ਨੂੰ ਵੀ ਔਰਤਾਂ ਵਿਕੀਆਂ ਨੇ। ਆਪਾਂ ਇਤਿਹਾਸਕ ਪੱਖ ਤੋਂ ਕਈ ਸਾਂਝਾ ਕੀਤਾ ਕਿ 10-10 ਰੁਪਏ ਨੂੰ ਵੀ ਔਰਤਾਂ ਵਿਕੀਆਂ ਨੇ, ਇੱਧਰਲੀਆਂ ਉੱਧਰ ਤੇ ਉੱਧਰਲੀਆਂ ਉੱਧਰ। ਇਸ ਤਰ੍ਹਾਂ ਦੇ ਸੀ ਹੱਲੇ। 10 ਲੱਖ ਲੋਕਾਂ ਦਾ ਕਤਲੇਆਮ ਹੋਇਆ ਸੀਗਾ। 44 ਲੱਖ ਲੋਕ ਇੱਧਰੋਂ ਗਏ ਸੀਗੇ
ਟੋਟਲ 82 ਲੱਖ ਲੋਕਾਂ ਦਾ ਤਬਾਦਲਾ ਹੋਇਆ ਸੀਗਾ ਤੇ 38 ਲੱਖ ਉਧਰੋਂ ਆਏ ਸੀਗੇ। ਮੈਂ ਕਿਸ ਤਰ੍ਹਾਂ ਮੰਨਾਂ ਕਿ ਰਾਂਝਿਆਂ ਦੇ ਵਿੱਚ ਇਸ਼ਕ ਦੀ ਹਮਦਰਦੀ ਖਤਮ ਹੋ ਗਈ ਜਦੋਂ ਉਹ ਮੈਨੂੰ 300 ਨੂੰ ਵੀ ਨਹੀਂ ਸੀ ਵੇਚਦਾ, ਤੇ ਅੱਜ ਟੁੱਟਾ ਫੁੱਟਾ ਚੇਤਾ ਆਖਦਾ ਹੈ ਕਿ ਅਸੀਂ, ਭਾਵ ਮੈਂ ਤੇ ਮੇਰਾ ਪਿਤਾ ਤੇ ਮੇਰਾ ਭਰਾ ਸ਼ਿੰਦਰ, ਰਾਮ ਗਲੀ ਦੇ ਵਿੱਚ ਤਾਂਗੇ ਤੇ ਸਟੇਸ਼ਨ ਨੂੰ ਨੱਠੇ ਜਾ ਰਹੇ ਸੀ। ਰਾਮ ਗਲੀ ਦੇ ਵਿੱਚੋਂ ਤੇ ਸਾਰਾ ਲਾਹੌਰ ਧੂਏ ਦੀ ਅੱਗ ਨਾਲ ਝੁਲਸਿਆ ਹੋਇਆ ਸੀ। ਗਲੀਆਂ ਤੇ ਸੜਕਾਂ ਤੇ ਮਨੁੱਖ ਦਾ ਖੂਨ ਅੱਗ ਬਣਿਆ ਪਿਆ ਸੀ। ਇਸ ਹਫੜਾ ਦਫੜੀ ਦੇ ਵਿੱਚ ਖਿਆਲ ਆਇਆ ਕਿ ਜ਼ਿੰਦਗੀ ਸਾਰੀਆਂ ਚੀਜ਼ਾਂ ਨਾਲੋਂ ਪਿਆਰੀ ਹੈ। ਰਾਹ ਦੇ ਵਿੱਚ ਅਸੀਂ 2 ਲਾਸ਼ਾਂ, ਔਰਤ ਤੇ ਮਰਦ ਦੀਆਂ ਵੇਖੀਆਂ, ਜਿਨ੍ਹਾਂ ਦੇ ਵਿੱਚੋਂ ਗਰਮ ਖੂਨ ਨਿਕਲ ਕੇ ਸੜਕ ਨੂੰ ਦਾਗੀ ਕਰ ਰਿਹਾ ਸੀ। ਅਸੀਂ ਸਾਰੇ ਤਾਂਗੇ ਤੇ ਜਦੋਂ ਰਾਮ ਗਲੀ ਦੇ ਵਿੱਚੋਂ ਨਿਕਲ ਕੇ ਇਸ ਸੀਨ ਨੂੰ ਦੇਖ ਰਹੇ ਸਾਂ ਤਾਂ ਕੰਬਣ ਲੱਗ ਪਏ। ਇੱਕ ਹੋਟਲ ਦੇ ਵਿੱਚੋਂ ਨਿਕਲ ਕੇ ਉਹਨਾਂ ਨੇ ਸਾਨੂੰ ਘੇਰ ਲਿਆ। ਮੇਰੇ ਪਿਤਾ ਦੀ ਗਰਦਨ ਦੇ ਵਿੱਚ ਇੱਕ ਨੇ ਝੱਟ ਛੁਰਾ ਖੋਭ ਦਿੱਤਾ ਤੇ ਉਹ ਤਾਂਗੇ ਦੇ ਵਿੱਚੋਂ ਲੁੜਕ ਕੇ ਸੜਕ ਤੇ ਡਿੱਗ ਪਿਆ। 2 ਨੂੰ ਮੈਂ ਸ਼ਿੰਦਰ ਦੇ ਪਿੱਛੇ ਸੜਕ ਤੇ ਨੱਸੇ ਜਾਂਦਿਆਂ ਵੇਖਿਆ। ਇੰਨਾ ਚੇਤਾ ਸੀ ਕਿ ਮੇਰੀ ਚੀਕ ਜ਼ਰੂਰ ਨਿਕਲੀ ਸੀ। ਉਸ ਤੋਂ ਪਤਾ ਨਹੀਂ ਸ਼ਿੰਦਰ ਦਾ ਕੀ ਹੋਇਆ। ਤੇ ਕਈ ਦਿਨ ਮੈਂ ਫੱਤੂ ਤੇ ਜਮਾਲ ਦੀ ਕਰੜੀ ਕੈਦ ਦੇ ਵਿੱਚ ਰਹੀ। ਫਿਰ ਮੇਰਾ ਸੌਦਾ ਤੈਅ ਹੋ ਗਿਆ। ਹਿੰਦੁਸਤਾਨ ਨੇ ਆਜ਼ਾਦੀ ਲਈ ਬੜੀਆਂ ਕੁਰਬਾਨੀਆਂ ਦਿੱਤੀਆਂ ਤੇ ਮੈਂ ਵੀ ਆਪਣੀ ਆਜ਼ਾਦੀ ਦੇ ਲਈ ਆਪਣੇ ਪਿਤਾ ਤੇ ਭਰਾ ਨੂੰ ਵਾਰ ਚੁੱਕੀਆਂ ਤੇ ਆਪਣਾ ਆਪ ਵੀ। ਇਸ ਚੱਕ ਦੇ ਵਿੱਚ ਮੇਰੀਆਂ ਜਿਹੜਾ ਉਹ ਚੱਕ 45 ਦੇ ਵਿੱਚ ਰਹਿੰਦੀ ਸੀਗੀ ਜ਼ਹੀਰ ਦੀ ਪਤਨੀ ਬਣ ਕੇ, ਕਿਉਂਕਿ ਜ਼ਹੀਰ ਨੇ ਉਸ ਨਾਲ ਨਿਕਾਹ ਕਰ ਲਿਆ ਸੀ ਤੇ ਸਰਦਾਰ ਬੇਗਮ ਉਸ ਦਾ ਨਾਂ ਰੱਖ ਲਿਆ ਸੀ ਤੇ ਪਿਆਰ ਨਾਲ ਇਸ ਰਜਿੰਦਰ ਨੂੰ ਸਰਦਾਰ ਬੱਲੀ ਆਖ ਕੇ ਜ਼ਹੀਰ ਬੁਲਾਉਂਦਾ ਸੀ। ਇਸ ਚੱਕ ਦੇ ਵਿੱਚ ਮੇਰੀਆਂ 2 ਹੋਰ ਹਮ ਮਜ਼ਹਬ ਦੁਖੀ ਸਾਥਣਾਂ ਵੀ ਸੀ। ਇੱਕ ਕਸ਼ਮੀਰ ਦਾ ਤੋਹਫਾ ਸੱਤਿਆ, ਜਿਸ ਨੂੰ ਪਹਿਲੇ ਹਮਲੇ ਦੇ ਵਿੱਚ ਹੀ ਬਾਰਾਮੂਲਾ ਤੋਂ ਘਸੀਟ ਕੇ ਲਿਆਂਦਾ ਸੀ। ਕਸ਼ਮੀਰ ਦੀ ਰਹਿਣ ਵਾਲੀ ਸੀ, ਹਿੰਦੂ ਔਰਤ ਜਿਸ ਦਾ ਨਾਂ ਸੱਤਿਆ ਸੀ। ਉਸ ਨੂੰ ਆਪਣੇ ਮਾਂ-ਬਾਪ ਦਾ ਕੁਝ ਨਹੀਂ ਸੀ ਪਤਾ। ਮਨੁੱਖ ਦੀ ਸਾਰੀ ਸੱਤਿਆ ਹੀ ਨਿਸਲ ਤੇ ਨਡਾਲ ਹੈ। ਇੱਕ ਪੋਠੋਹਾਰ ਦੇ ਦੁਬੇਰਨ ਪਿੰਡ ਦੀ ਵੀਰਾਂਵਲੀ ਸੀ, ਜਿਸ ਦੀ ਵਾਰਤਾ ਅਤੀ ਰੂਹ ਕੰਬਾਊ ਸੀ। ਵੀਰਾਂਵਲੀ ਇਸ ਚੱਕ ਤੱਕ ਪਹੁੰਚਦੀ 9 ਵਾਰੀ ਵਿਕ ਚੁੱਕੀ ਸੀ ਤੇ ਹਰ ਥਾਂ ਨਫਾ ਹੀ ਦਿੰਦੀ ਆਈ ਸੀ। ਹੁਣ ਉਹ ਜ਼ਹੀਰ ਦੇ ਰਾਹਕ ਅਲੀਏ ਜਾਂਗਲੀ ਦੀ ਬੀਬੀ ਸੀ। ਇੱਕ ਦਿਨ ਆਪਣੇ ਪਰ ਉਫਣੇ ਛਾਲਿਆਂ ਨੂੰ ਫੇਂਦਿਆਂ ਉਸਨੇ ਦੱਸਿਆ ਕਿ ਉਸਦੀ ਇੱਕ ਭੈਣ ਸੀ ਕੁਸ਼ਲਿਆ ਤੇ 25-30 ਕੁੜੀਆਂ ਦੇ ਵਿੱਚੋਂ ਉਹਨਾਂ ਦੋਹਾਂ ਨੂੰ ਅਬਦਲ ਖੋਜੇ ਨੇ ਛਾਂਟ ਕੇ ਕੱਢਿਆ ਸੀ। ਬਰਕਤ ਸਿੰਘ ਦੀ ਹਵੇਲੀ ਦੇ ਵਿੱਚ ਉਹਨਾਂ ਮੁਜਾਦਾ ਨੇ ਕਤਲਗਾਹ ਬਣਾ ਲਈ ਸੀ, ਜਿੱਥੇ ਬੱਚਿਆਂ ਨੂੰ ਤੇਲ ਦੇ ਕੜਾਹਿਆਂ ਦੇ ਵਿੱਚ ਤਲਿਆ ਗਿਆ। ਓ ਮਾਈ ਗॉड। ਮਹੰਤ ਜੋਤਾ ਸਿੰਘ ਹੋਰਾਂ ਦੀਆਂ ਅੱਖਾਂ ਲਹੂ ਦੇ ਵਿੱਚ ਲਾਲ ਸੂਈਆਂ ਸਲਾਈਆਂ ਫੇਰੀਆਂ ਗਈਆਂ, ਇਸ ਲਈ ਕਿ ਉਹ ਸਿਦਕ ਛੱਡ ਕੇ ਇਸਲਾਮ ਨਹੀਂ ਸੀ ਕਬੂਲਦਾ। 500 ਤੋਂ ਉੱਪਰ ਇਸਤਰੀਆਂ ਤੇ ਬੱਚੇ, ਬੁੱਢੇ, ਜਵਾਨ ਤੇ ਅਨੇਕਾਂ ਨੂੰ ਤਸੀਹੇ ਦੇ ਕੇ ਕਤਲ ਕੀਤਾ ਗਿਆ। ਇਹ ਸਾਰੀ ਖੂਨੀ ਹੋਲੀ ਇਸ ਲਈ ਖੇਡੀ ਗਈ ਕਿ ਸਮਰਾਜ ਹਿੰਦੁਸਤਾਨ ਤੇ ਪਾਕਿਸਤਾਨ ਦੀਆਂ 2 ਕੌਮੀਅਤਾਂ ਨੂੰ ਆਜ਼ਾਦ ਕੀਤਾ ਜਾ ਰਿਹਾ ਸੀ। ਸਮਰਾਜ ਦੀ ਸਾਰੀ ਕਾਰਵਾਈ ਕਤਲੇਆਮ ਹਾਲੇ ਦੋਨੇ ਪਾਸੇ ਜ਼ੋਰਾਂ ਤੇ ਸੀ। ਇੱਕ ਦਿਨ ਜ਼ਹੀਰ ਨੇ ਅਖਬਾਰ ਦੇ ਵਿੱਚ ਇੱਕ ਖਬਰ ਵੱਲ ਧਿਆਨ ਦਿਵਾਇਆ, ਜੋ ਜ਼ਹੀਰ ਇਸ ਰਜਿੰਦਰ ਨਾਂ ਦੀ ਔਰਤ ਦਾ ਪਤੀ ਸੀ। ਜੋ ਇਹ ਆਪਣੀ ਸਹੇਲੀ ਨੂੰ ਚਿੱਠੀ ਲਿਖਦੀ ਹੈ, ਉਹ ਵਾਰਤਾ ਇਸ ਕਹਾਣੀ ਦਾ ਪਲਾਟ ਹੈ। ਜਸਵੰਤ ਸਿੰਘ ਕੰਵਲ ਦੀ ਰਚਨਾ। ਜ਼ਹੀਰ ਉਸ ਖਬਰ ਦੇ ਮੁਤਾਬਕ ਦੱਸ ਰਿਹਾ ਸੀ ਕਿ ਅੰਮ੍ਰਿਤਸਰ ਦੇ ਇੱਕ ਅਤੀ ਸਿਆਣੇ ਮੁੰਡੇ ਨੇ ਅਫੀਮ ਖਾ ਕੇ ਆਤਮਘਾਤ ਕਰ ਲਿਆ ਸੀ, ਇਸ ਲਈ ਕਿ ਦੁਨੀਆ ਪਾਗਲ ਹੋ ਗਈ ਸੀ ਤੇ ਵਹਿਸ਼ੀ ਹੋ ਗਈ ਸੀ। ਇਸਤਰੀਆਂ, ਬੱਚਿਆਂ ਤੇ ਬੁੱਢਿਆਂ ਨੂੰ ਤੇਗ ਦੀ ਧਾਰ ਲੰਘਾ ਕੇ ਹਲਾਕੂ ਤੇ ਚੰਗੇਜ਼ ਨੂੰ ਵੀ ਸ਼ਰਮਿੰਦਾ ਕਰ ਦਿੱਤਾ ਸੀ। ਇਹ ਨੌਜਵਾਨ ਰਾਈਟਿਸਟ ਕਰਕੇ ਅੰਮ੍ਰਿਤਸਰ ਦੀ ਸਿਆਣੀ ਸੁਸਾਇਟੀ ਦੇ ਵਿੱਚ ਪ੍ਰਸਿੱਧ ਸੀ। ਮੈਨੂੰ ਖਬਰ ਪੜ੍ਹ ਕੇ ਅਫਸੋਸ ਹੋਇਆ। ਉਸ ਨੌਜਵਾਨ ਨੂੰ ਵੀ ਚਾਹੀਦਾ ਸੀ ਕਿ ਉਹ ਵੀ ਕਤਲਾਂ ਤੇ ਲੁਟੇਰਿਆਂ ਦੀ ਧਾੜ 'ਚ ਸ਼ਾਮਲ ਹੋ ਜਾਂਦਾ, ਰੱਜ ਕੇ ਲੁੱਟਮਾਰ ਕਰਦਾ। ਉਸ ਦੇ ਦੇਸ਼ ਦੇ ਵਿੱਚ ਔਰਤਾਂ ਰੁਲ ਗਈਆਂ, ਉਹ ਵੀ ਉਹਨਾਂ ਦਾ ਵਪਾਰ ਕਰਦਾ। ਇੱਕ ਅੱਧ ਦਾ ਧਰਮ ਤੋੜ ਕੇ ਉਸ ਨਾਲ ਸ਼ਾਦੀ ਕਰਵਾਉਂਦਾ ਤੇ ਆਪਣੇ ਆਪ ਨੂੰ ਆਜ਼ਾਦ ਹਿੰਦੁਸਤਾਨੀ ਦੇ ਸਵੈਮਾਨ ਦੇ ਨਾਲ ਉੱਚਾ ਸਮਝਦਾ। ਆਤਮਘਾਤ ਕਰਕੇ ਉਸਨੇ ਕੀ ਕਰ ਲਿਆ? ਜਵਾਨੀ ਗਵਾ ਲਈ, ਆਜ਼ਾਦੀ ਦੇ ਸਾਰੇ ਸੁੱਖਾਂ ਤੋਂ ਵਾਂਝਾ ਰਹਿ ਗਿਆ ਤੇ ਜਿਹੜੇ ਭੁੱਖੇ ਹਿੰਦੁਸਤਾਨੀਆਂ ਨੂੰ ਕਈ ਸਦੀਆਂ ਮਗਰੋਂ ਮਿਲੀ ਸੀ। ਜਾਣੀ ਕਿ ਇਹ ਖਬਰ ਸੀ ਕਿ ਇੱਕ ਨੌਜਵਾਨ ਸੈਂਸਿਟਿਵ ਸੀ। ਉਸਨੇ ਇੰਨੀ ਕਤਲੋਗਾਰਤ ਵੇਖੀ ਕਿ ਉਹ ਮਾਯੂਸ ਹੋ ਕੇ ਉਸਨੇ ਅਫੀਮ ਖਾ ਕੇ ਸੁਸਾਈਡ ਕਰ ਲਿਆ, ਕਿਉਂਕਿ ਅੰਮ੍ਰਿਤਸਰ ਦੀ ਉਹ ਰਾਈਟਿਸਟ ਸੁਸਾਇਟੀ ਦਾ ਜਿਹੜਾ
ਰਹਿਣ ਵਾਲਾ ਸੀਗਾ। ਰਾਈਟਿਸਟ ਉਸ ਦਾ ਨਾਂ ਸੀਗਾ ਤੇ ਅੰਮ੍ਰਿਤਸਰ ਦੀ ਸਿਆਣੀ ਸੁਸਾਇਟੀ ਦੇ ਵਿੱਚ ਪ੍ਰਸਿੱਧ ਸੀਗਾ। ਇੱਕ ਚੱਕ, ਇਸ ਚੱਕ ਦੇ ਵਿੱਚ ਜਾਣੀ ਕਿ ਚੱਕ 45 ਦੇ ਵਿੱਚ ਕਸ਼ਮੀਰ ਹੈ, ਪੋਠੋਹਾਰ ਹੈ, ਮਾਝਾ ਆ, ਫਿਰੋਜ਼ਪੁਰ ਦੇ ਸ਼ਰਨਾਰਥੀ, ਪੁਰਾਣੀ ਬਾਰ, ਥੋੜ੍ਹੀ ਦਿੱਲੀ ਵੀ ਆ ਰਲੀ ਹੈ। ਜਾਣੀ ਕਿ ਇਹ ਵੱਖ-ਵੱਖ ਇਲਾਕਿਆਂ ਦੀਆਂ ਔਰਤਾਂ ਚੱਕ 45 ਦੇ ਵਿੱਚ ਉੱਥੇ ਸੀ, ਜਿਹੜੀਆਂ ਕਿ ਹਿੰਦੂ ਤੇ ਸਿੱਖ ਸਨ। ਥਾਂ-ਥਾਂ ਦੀਆਂ ਬੋਲੀਆਂ, ਭਾਂਤ-ਭਾਂਤ ਦੇ ਮਜ਼ਹਬ, ਕਲਚਰਾਂ ਦੇ ਨਾਲ 45 ਚੱਕ ਮਿਲਗੋਭਾ ਬਣ ਗਿਆ। ਜਿਵੇਂ ਦੂਰ ਨੇੜੇ ਵੀ ਗੰਨੇ ਦੇ ਵੇਲਣ ਦੇ ਵਿੱਚ ਨਿਕਲ ਕੇ ਪੱਛੀਆਂ ਇੱਕ ਥਾਂ ਇਕੱਠੀਆਂ ਹੋ ਜਾਂਦੀਆਂ ਨੇ, ਇਹੋ ਜਿਹੀ ਸਥਿਤੀ ਉੱਥੇ ਉਧਾਲ ਕੇ ਲਿਆਂਦੀਆਂ ਇਹਨਾਂ ਵੱਖ-ਵੱਖ ਖਿੱਤਿਆਂ ਦੀਆਂ ਔਰਤਾਂ ਦੀ ਸੀ। ਰਜਿੰਦਰ ਆਪਣੀ ਸਹੇਲੀ ਨੂੰ, ਗੁਰਮੀਤ ਨੂੰ ਲਿਖਦੀ ਹੈ ਕਿ ਤੂੰ ਆਖੇਂਗੀ ਕਿ ਮੈਂ ਕੀ ਵਾਹ ਹਯਾਤ ਲਿਖ ਰਹੀ ਹਾਂ। ਇਹ ਜ਼ਿੰਦਗੀ ਹੈ ਤੇ ਇਸ ਦਾ ਮਾਹੌਲ ਵੀ ਵਾਹ ਹਯਾਤ ਹੈ। ਵਾਹ ਹਯਾਤ ਸਮਝ ਕੇ ਹੀ ਹਿੰਦੁਸਤਾਨ ਸਾਨੂੰ ਲਿਜਾਣਾ ਨਹੀਂ ਚਾਹੁੰਦਾ, ਕਿਉਂਕਿ ਅਸੀਂ ਉਹਨਾਂ ਦੇ ਵਾਸਤੇ ਕੋਹੜ ਹਾਂ। ਇੱਕ ਤਰਾਸਦੀ ਸੀ ਕਿ ਜਿਹੜੀਆਂ ਉੱਧਲ ਗਈਆਂ ਔਰਤਾਂ ਸੀ ਨਾ, ਭਾਵੇਂ ਉਹ ਹਿੰਦੂ ਸੀ ਜਾਂ ਸਿੱਖ ਸੀ ਜਾਂ ਮੁਸਲਿਮ ਸੀ, ਉਹਨਾਂ ਨੂੰ ਉਹਨਾਂ ਦੇ ਮਾਪੇ ਤੇ ਸਮਾਜ ਵੀ ਪ੍ਰਵਾਨ ਨਹੀਂ ਸੀ ਕਰਦਾ। ਅੰਮ੍ਰਿਤਾ ਪ੍ਰੀਤਮ ਦੀ ਕਹਾਣੀ ਪਿੰਜਰ, ਜਿਸ ਤੇ ਫਿਲਮ ਵੀ ਬਣੀ ਹੈ, ਉਹ ਵੀ ਇਸੇ ਤਰਾਸਦੀ ਦਾ ਹਿੱਸਾ ਹੈ। ਮਨੀਸ਼ਾ ਕੋਇਰਾਲਾ ਨੇ ਵਿੱਚ ਰੋਲ ਕੀਤਾ। ਬਹੁਤ ਦਿਲ ਹਿਲਾਊ ਕਹਾਣੀ ਹੈ ਜੋ ਅੰਮ੍ਰਿਤਾ ਪ੍ਰੀਤਮ ਨੇ ਲਿਖੀ ਹੈ ਕਿ ਉੱਧਲ ਗਈਆਂ ਔਰਤਾਂ ਦੇ ਉੱਤੇ ਉਦੋਂ ਦੁੱਗਣਾ ਆਪਣੇ ਆਪ ਦੇ ਵਿੱਚ ਜ਼ੁਲਮ ਹੁੰਦਾ ਜਦੋਂ, ਜਿਸ ਤਰ੍ਹਾਂ ਉਸ ਦੀ ਜਿਹੜੀ ਐਕਟਰ ਸੀਗੀ, ਹੀਰੋਇਨ ਸੀ ਮਨੀਸ਼ਾ ਕੋਇਰਾਲਾ, ਉਹ ਜਾਣ ਦੀ ਕੋਸ਼ਿਸ਼ ਕਰਦੀ ਹੈ। ਮਨੀਸ਼ਾ ਨਹੀਂ ਸੀ, ਹੋਰ ਸੀ ਸ਼ਾਇਦ ਲੜਕੀ। ਉਹ ਜਾਣ ਦੀ ਕੋਸ਼ਿਸ਼ ਕਰਦੀ ਹੈ ਉੱਥੋਂ ਭੱਜ ਕੇ, ਜਿਸ ਦੀ ਉਹ ਕੈਦ ਦੇ ਵਿੱਚ ਸੀ, ਮੁਸਲਿਮ ਨੌਜਵਾਨ ਦੀ, ਪਰ ਮਾਪਿਆਂ ਨੇ ਉਸ ਨੂੰ ਘਰੋਂ ਮੋੜ ਦਿੱਤਾ ਸੀਗਾ। ਪਿੰਜਰ ਕਹਾਣੀ ਤੇ ਬਹੁਤ ਕਮਾਲ ਦੀ ਫਿਲਮ ਬਣੀ ਹੈ, ਦੇਖੋ YouTube ਤੇ ਹੈਗੀ ਹੈ। ਖੈਰ, ਕਿਉਂਕਿ ਹਿੰਦੁਸਤਾਨ ਦੀ ਸਵੱਛਤਾ ਦੇ ਵਿੱਚ ਅਸੀਂ ਗੁਨਾਹ ਸੀ ਤੇ ਮਲੀਨ ਦਾਗ ਸਾਂ, ਇਸ ਕਰਕੇ ਹਿੰਦੁਸਤਾਨ ਵੀ ਸਾਨੂੰ ਪ੍ਰਵਾਨ ਨਹੀਂ ਕਰਦਾ। ਉਸ ਦੇ ਅਤੀ ਉੱਚੇ ਉੱਠਦੇ ਸਮਾਜ ਦੇ ਵਿੱਚ ਅਸੀਂ ਗਲੀਆਂ ਸੜੀਆਂ ਲਾਸ਼ਾਂ ਸੀ ਜੋ ਅਸੀਂ ਉੱਧਲ ਗਈਆਂ ਜਾਂ ਜਬਰੀ ਚੁੱਕ ਕੇ ਲਿਆਂਦੀਆਂ ਹਿੰਦੁਸਤਾਨੀ, ਹਿੰਦੂ ਧਰਮ, ਸਿੱਖ ਧਰਮ ਦੀਆਂ ਔਰਤਾਂ ਸਾਂ। ਇਸ ਲਈ ਇਸ ਪਾਕਿਸਤਾਨ ਦੇ ਵਿੱਚ ਸਾਡੀ ਬਹੁਤ ਦੁਰਗਤੀ ਸੀ। ਉਹ ਹਿੰਦੁਸਤਾਨ ਚਾਹੁੰਦਾ ਸੀ ਕਿ ਅਸੀਂ ਕਿਸੇ ਤਰ੍ਹਾਂ ਉਸ ਦੇ ਅਨੁਭਵ ਦੇ ਵਿੱਚੋਂ ਖਤਮ ਹੋ ਜਾਈਏ, ਪਰ ਭੈਣ ਗੁਰਮੀਤ, ਅਸੀਂ ਔਰਤਾਂ ਨੇ ਦੇਸ਼ ਦੀਆਂ ਵੰਡੀਆਂ ਨਹੀਂ ਪਵਾਈਆਂ। ਸਟੇਜ ਤੇ ਜਾ ਕੇ ਇਸਲਾਮ, ਹਿੰਦੂ ਅਤੇ ਸਿੱਖ ਧਰਮ ਨੂੰ ਗਾਲਾਂ ਨਹੀਂ ਦਿੱਤੀਆਂ। ਅਖਬਾਰਾਂ ਦੇ ਵਿੱਚ ਜ਼ਹਿਰ ਅਸੀਂ ਨਹੀਂ ਛਿੜਕਿਆ। ਅਸੀਂ ਤਾਂ ਕੌਮ ਦੀਆਂ ਲੀਡਰ ਵੀ ਨਹੀਂ ਸਾਂ, ਪਰ ਜੋ ਕੁਝ ਅਸਾਂ ਔਰਤਾਂ ਦੇ ਨਾਲ ਹੋਇਆ, ਕੀ ਉਸ ਦੀ ਤਫਸੀਲ ਕੋਈ ਜਿਉਂਦਾ ਖੁਦਾ ਪੁੱਛੇਗਾ? ਮੇਰੇ ਵਿਸ਼ਵਾਸ ਦੇ ਵਿੱਚ ਹਰ ਚੰਗੇ ਤੋਂ ਚੰਗਾ ਖੁਦਾ ਵੀ ਕਤਲ ਹੋ ਗਿਆ ਹੈ। ਅਸੀਂ ਹਵਸ ਤੇ ਬਘਿਆੜ ਦੀ ਪਨਾਹ ਦੇ ਵਿੱਚ ਹਾਂ, ਉਸ ਦੀ ਖੁਰਾਕ ਹਾਂ। ਥੋੜਾ ਖਾਵੇ ਜਾਂ ਬਹੁਤਾ, ਔਰਤ ਉੱਤੇ ਮਰਦ ਦਾ ਇਹ ਪਹਿਲਾ ਜ਼ੁਲਮ ਨਹੀਂ। ਸਦੀਆਂ ਤੋਂ ਉਸ ਨੂੰ ਔਰਤ ਦੀ ਮਰਜ਼ੀ ਦੇ ਅਨੁਸਾਰ ਭੰਨਿਆ, ਤੋੜਿਆ ਤੇ ਮਰੋੜਿਆ ਜਾ ਰਿਹਾ। ਔਰਤ ਮੁਸਲਮਾਨ ਹੋਵੇ, ਹਿੰਦੂ ਜਾਂ ਸਿੱਖ ਹੋਵੇ, ਕੋਈ ਚੰਗੇ ਤੋਂ ਚੰਗਾ ਧਰਮ ਉਸ ਦੇ ਦਿਲ ਵਿੱਚੋਂ ਉਸ ਦੇ ਵਿਰੋਧ ਅਗਨੀ ਨੂੰ ਨਹੀਂ ਬੁਝਾ ਸਕਦਾ। ਰਜਿੰਦਰ ਆਪਣੀ ਚਿੱਠੀ ਦੇ ਵਿੱਚ ਆਪਣੀ ਸਹੇਲੀ ਗੁਰਮੀਤ ਨੂੰ ਹੋਰ ਜਜ਼ਬਾਤ ਭਰੇ ਵਲਵਲੇ ਲਿਖਦੀ ਹੈ ਕਿ ਭੈਣ, ਮੈਨੂੰ ਤੇਰੇ ਨਾਲ ਗਿਲ ਹੈ, ਇਸ ਲਈ ਕਿ ਤੂੰ ਸਿੱਖ ਧਰਮ ਦੀ ਪੈਦਾਵਾਰ ਹੈ। ਕਦੇ ਮੈਨੂੰ ਵੀ ਇਸ ਧਰਮ ਤੇ ਮਾਣ ਹੁੰਦਾ ਸੀ, ਪਰ ਹੁਣ ਤੇ ਕੁਝ ਵੀ ਨਹੀਂ ਰਿਹਾ। ਤੇਰਾ ਧਰਮ ਇੱਕ ਅਜਿਹੇ ਰਹਿਬਰ ਦੀ ਰਹਿਮਤ ਹੈ ਜਿਹੜਾ ਪੰਜਾਬ ਦੇ ਹਨੇਰੇ ਦੇ ਵਿੱਚ ਪੂਰਨਿਮਾ ਦਾ ਚੰਦ ਬਣ ਕੇ ਚੜ੍ਹਿਆ ਸੀ। ਉਹ ਦੁਨੀਆ ਭਰ ਦੇ ਹਿੰਦੂ ਅਤੇ ਮੁਸਲਮਾਨ ਇਤਿਹਾਦ ਦੀ ਵਿਚਕਾਰਲੀ ਘੜੀ ਸੀ। ਉਸ ਦੇ ਸੱਜੇ ਹੱਥ ਮਰਦਾਨੇ ਦੀ ਸ਼ਖਸੀਅਤ ਵਿੱਚ ਇਸਲਾਮ ਜਿੰਦਾ ਸੀ ਤੇ ਖੱਬੇ ਹੱਥ ਭਾਈ ਬਾਲੇ ਦੇ ਰੂਪ ਦੇ ਵਿੱਚ ਹਿੰਦੂ ਧਰਮ ਪ੍ਰਫੁੱਲਤ ਸੀ। ਉਹ ਰਹਿਬਰ ਜਾਣੀ ਕਿ ਗੁਰੂ ਨਾਨਕ ਸਾਹਿਬ ਏਕਤਾ ਦੀ ਰੂਹ ਸੀ। ਸਾਰੀ ਸਿੱਖ ਕੌਮ ਉਸ ਦਾ ਸਾਕਾਰ ਰੂਪ ਹੈ। ਉਸ ਵੇਸਵਾ ਨੂੰ ਜਗਤ ਮਾਤਾ ਕਹਿ ਕੇ ਸਤਕਾਰਿਆ ਸੀ, ਜਾਣੀ ਔਰਤ ਨੂੰ ਸਨਮਾਨ ਦਿੱਤਾ ਸੀ। ਤੇ ਮਾਫੀ ਚਾਹਾਂਗਾ ਕਿ ਮੈਂ ਜਿੰਨੀ ਦੇਰ ਕਹਾਣੀ ਚੱਲਦੀ ਹੈ ਨਾ, ਕਾਲ ਤੁਹਾਡੀ ਨਹੀਂ ਲਵਾਂਗਾ, ਇਸ ਲਈ ਮਾਫੀ। ਜਾਣੀ ਕਿ ਇਨਸਾਨ ਨੂੰ ਇਕੱਠਾ ਕਰਨ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਜੋ ਰੋਲ ਨਿਭਾਇਆ ਸੀ, ਜੋ ਯੋਗਦਾਨ ਪਾਇਆ ਸੀ, ਅਸੀਂ ਉਸ ਯੋਗਦਾਨ ਦਾ ਮੁੱਲ ਵੀ ਨਹੀਂ ਤਾਰ ਰਹੇ। ਗੁਰੂ ਨਾਨਕ ਸਾਹਿਬ ਨੇ ਵੇਸਵਾ ਨੂੰ, ਜਨਨੀ ਨੂੰ ਜਗਤ ਮਾਤਾ ਕਹਿ ਕੇ ਸਤਕਾਰਿਆ ਸੀ। ਸਦੀਆਂ ਤੋਂ ਦਰਕਾਰੀ ਹੋਈ ਔਰਤ ਨੂੰ ਸੋ ਕਿਉ ਮੰਦਾ ਆਖੇ, ਜਿੱਤ ਜੰਮੇ ਰਜਾਨ ਦੇ ਰੂਪ ਦੇ ਵਿੱਚ ਸਮਝਾਇਆ, ਸਤਕਾਰਿਆ ਸੀ। ਉਸ ਦੀ ਉਮਤ ਦੇ ਬਜ਼ੁਰਗਾਂ ਆਬਲਾ ਦੇ 7 ਬਦਾਨ ਦੇ ਲਈ ਹਜ਼ਾਰਾਂ ਸ਼ਹੀਦੀਆਂ ਪ੍ਰਾਪਤ ਕੀਤੀਆਂ, ਪਰ ਗੁਰਮੀਤ
ਤੇਰੀ ਕੌਮ ਨੇ ਸੜਦੀ ਦੁਪਹਿਰ ਦੇ ਵਿੱਚ ਸਤਵੰਤੀਆਂ ਦੇ ਸੱਤ ਤੋੜੇ, ਉਹਨਾਂ ਦੀਆਂ ਦੁੱਧ ਭਰੀਆਂ ਛਾਤੀਆਂ ਕੱਟੀਆਂ, ਗਰਭਵਤੀਆਂ ਦੇ ਢਿੱਡਾਂ ਦੇ ਵਿੱਚ ਤਲਵਾਰਾਂ ਖੋਭੀਆਂ, ਬੁੱਢਿਆਂ ਬੱਚਿਆਂ ਨੂੰ ਵੀ ਦੁਸ਼ਮਣਾਂ ਵਾਂਗ ਧਰ ਲਿਆ। ਕੀ ਐਨਾ ਜ਼ੁਲਮ ਸਿੱਖ ਧਰਮ ਦੀ ਵਡਿਆਈ ਸੀ? ਪੰਜਾਬ ਨੂੰ ਹਰ ਪਹਿਲੂ ਤੋਂ ਬਲਵਾਨ ਕਰਨ ਵਾਲੇ ਸੱਚੇ ਕੌਮ ਪ੍ਰਸਤ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਤੁਸੀਂ ਵੱਟਾ ਲਾ ਦਿੱਤਾ, ਉਹਨਾਂ ਅਬਲਾ ਔਰਤਾਂ ਤੇ ਜ਼ੁਲਮ ਕਰਕੇ। ਕਿਉਂਕਿ ਇਹ ਜਿਵੇਂ ਜਸਵੰਤ ਸਿੰਘ ਕੰਵਲ ਨੇ ਲਿਖਿਆ, ਮਰਹੂਮ ਜਸਵੰਤ ਸਿੰਘ ਕੰਵਲ ਦੀ ਇਹ ਕਹਾਣੀ ਹੈ। ਕਈਆਂ ਨੂੰ ਲੱਗਣਾ ਕਾਮਰੇਡ ਹੈ ਜੀ ਸਿੱਖਾਂ ਨੂੰ ਭੰਡਦਾ, ਨਹੀਂ, ਇਹ ਚੀਜ਼ਾਂ ਹੋਈਆਂ ਨੇ। ਮੈਂ ਜ਼ਿਕਰ ਤਾਂ ਚਲੋ ਨਾ ਕਰਾਂ, ਸਾਡੇ ਰਿਸ਼ਤੇਦਾਰੀ 'ਚੋਂ ਇੱਕ ਬਹੁਤ ਬਜ਼ੁਰਗ ਸੀਗੇ, ਸਾਬਕ ਫੌਜੀ ਸੀ, ਤੇ ਉਹਨਾਂ ਦੇ ਘਰੋਂ ਜਿਹੜੀ ਬਜ਼ੁਰਗ ਮਾਤਾ ਜੀ ਸੀ, ਉਹਨੇ ਸਾਨੂੰ ਗੱਲਾਂ ਸੁਣਾਉਣੀਆਂ ਕਿ ਬਈ ਇਹ ਤੁਹਾਡਾ ਸਤਿਕਾਰਤ ਜਿਹੜਾ ਬਜ਼ੁਰਗ ਆ, ਇਹਨੇ ਹੱਲਿਆਂ ਵੇਲੇ ਬਹੁਤ ਮੁਸਲਮਾਨ ਵੱਢੇ ਨੇ। ਵੀ ਇਹ 5-7 ਲੋਕ ਹੁੰਦੇ ਸੀ, ਅੱਡ ਅੱਡ ਗੰਡਾਸੇ 26 ਕਿਰਪਾਨਾਂ ਲੈ ਕੇ ਸਵੇਰੇ ਨਿਕਲਦੇ ਸੀਗੇ। ਇਹ ਲੁੱਟਦੇ ਨਹੀਂ ਸੀ ਪਰ ਕਤਲ ਕਰਦੇ ਸੀ ਮੁਸਲਮਾਨਾਂ ਦਾ। ਇਹ ਸਾਡੇ ਅੱਖੀਂ ਡਿੱਠੀ, ਮਤਲਬ ਉਸ ਬਜ਼ੁਰਗ ਦੀ ਵਾਈਫ ਨੇ, ਹੁਣ ਤਾਂ ਨਹੀਂ ਆ ਦੋਏ ਜੀ, ਬੜੀ ਪੁਰਾਣੀ ਗੱਲ ਹੈ, ਬਚਪਨ 'ਚ ਮੈਂ ਸੁਣਿਆ ਉਹਨਾਂ ਤੋਂ ਕਿ ਉਹਨਾਂ ਨੇ ਬੜੇ ਮੁਸਲਮਾਨ ਮਾਰੇ ਸੀ ਉਸ ਬਜ਼ੁਰਗ ਨੇ। ਸੋ ਇਹ ਹਰ ਪਿੰਡ 'ਚ ਵਾਪਰਿਆ, ਇਹ ਨਹੀਂ ਕਿ ਸਿੱਖਾਂ ਨੇ ਨਹੀਂ ਕੀਤਾ। ਇਨਸਾਨੀਅਤ ਸਿੱਖਾਂ 'ਚ ਵੀ ਸੀ, ਹਿੰਦੂਆਂ 'ਚ ਵੀ ਸੀ, ਮੁਸਲਮਾਨਾਂ 'ਚ ਵੀ ਸੀ। ਬਚਾਉਣ ਵਾਲੇ ਦੋਨੇ ਪਾਸੇ ਸੀ, ਪਰ ਵਹਿਸ਼ੀ ਵੀ ਦੋਨੇ ਪਾਸੇ ਸੀ, ਕਿਉਂਕਿ ਬਹੁਤਾ ਅਫਵਾਹਾਂ ਦੇ ਨਾਲ ਸਾਡਾ ਘਾਣ ਹੋਇਆ। ਇਸ ਕਰਕੇ ਜਸਵੰਤ ਸਿੰਘ ਕੰਵਲ ਨੇ ਜਿਹੜੀ ਕਹਾਣੀ ਸਿਰਜੀ ਹੈ, ਉਸ ਦੇ ਵਿੱਚ ਉਹ ਸਰਦਾਰਾਂ ਬਣੀ ਔਰਤ ਤੋਂ, ਜਿਹੜੀ ਕਿ ਸਰਦਾਰਾਂ ਦੀ ਧੀ ਸੀ ਰਜਿੰਦਰ, ਮੁਸਲਮਾਨ ਬਣੀ ਸੀ ਸਰਦਾਰਾ ਬੇਗਮ, ਸਰਦਾਰ ਬੱਲੀ, ਉਸ ਦੇ ਮੂੰਹੋਂ ਇਹ ਕਹਾਣੀ ਸਾਰੀ ਅਖਵਾਈ ਹੈ ਕਿ ਤੁਹਾਡੀ ਕੌਮ ਨੇ ਗਰਭਵਤੀਆਂ ਦੇ ਢਿੱਡਾਂ ਦੇ ਵਿੱਚ ਤਲਵਾਰਾਂ ਖੋਭੀਆਂ ਨੇ, ਬੱਚਿਆਂ ਤੇ ਬੁੱਢਿਆਂ ਨੂੰ ਵੀ ਦੁਸ਼ਮਣਾਂ ਵਾਂਗ ਧਰ ਲਿਆ। ਇੰਨਾ ਜ਼ੁਲਮ ਸਿੱਖ ਧਰਮ ਦੀ ਵਡਿਆਈ ਨੂੰ ਵੱਟਾ ਲਾਉਂਦਾ ਹੈ। ਤੁਹਾਨੂੰ ਚਾਹੀਦਾ ਸੀ ਕਿ ਤੁਸੀਂ ਉਸ ਗੁਰੂ ਨੂੰ ਬੇਦਾਵਾ ਦੇਵੋ ਤੇ ਤਿਆਗ ਦੇਵੋ, ਬਾਅਦ 'ਚ ਜੋ ਮਰਜ਼ੀ ਤੁਸੀਂ ਕਰਦੇ, ਤਾਂ ਕਿ ਅਸੀਂ ਕਾਫਰ, ਗੁਨਾਹਗਾਰ, ਧਰਮਣਾ, ਜਿਨ੍ਹਾਂ ਦਾ ਕੋਈ ਧਰਮ ਨਹੀਂ ਰਿਹਾ, ਉਹਨਾਂ ਨੂੰ ਆਪਣਾ ਰਹਿਬਰ ਮੰਨ ਲਈਏ। ਵੇਸਵਾ ਨੂੰ ਮਾਤਾ ਆਖਣ ਵਾਲੇ ਮਹਾਂਪੁਰਸ਼ ਸਾਨੂੰ ਵੇਸਵਾ ਵਰਗੀਆਂ ਜ਼ਰੂਰ ਭੈਣਾਂ ਤੇ ਪੁੱਤਰੀਆਂ ਪੁਕਾਰ ਕੇ ਵਰਾਂਦਾ। ਸਾਡੇ ਸੜਦੇ ਜ਼ਖਮਾਂ ਤੇ ਹਮਦਰਦੀ ਦਾ ਮੱਲਮ ਰੱਖਦਾ, ਉਸ ਨੂੰ ਮਨੁੱਖ ਦਾ ਦਰਦ ਹੈ, ਪੰਜਾਬ ਨਾਲ ਪਿਆਰ ਸੀ। ਤੁਸੀਂ ਲੰਮੇ ਲੰਮੇ ਜਲੂਸ ਕੱਢ ਕੇ ਉਸ ਦਾ ਗੁਰਪੁਰਬ ਮਨਾਉਣ ਵਾਲਿਓ, ਤੁਸੀਂ ਉਸ ਦੀ ਰੂਹ ਨੂੰ ਮਾਰ ਦਿੱਤਾ, ਉਸ ਦਾ ਪੰਜਾਬ ਕਤਲ ਕਰ ਸੁੱਟਿਆ। ਇਹ ਗਲੇ ਸੜੇ ਜ਼ਖਮਾਂ ਨੂੰ ਛੇੜਿਆਂ ਪੀਪ ਹੀ ਨਿਕਲੇਗੀ, ਰਾਧ ਹੀ ਵਧੇਗੀ। ਅਸੀਂ ਹਿੰਦੁਸਤਾਨ ਦੇ ਜ਼ਖਮ ਹਾਂ ਜੋ ਪਾਕਿਸਤਾਨ ਦੇ ਵਿੱਚ ਕਰਾ ਰਹੇ ਹਾਂ, ਹਿੰਦੁਸਤਾਨ ਦਾ ਗੰਦ ਹਾਂ ਜਿਸ ਤੇ ਪਾਕਿਸਤਾਨ ਥੁੱਕ ਰਿਹਾ, ਉਹਦੇ ਕੁੱਤੇ ਉਸ ਨੂੰ ਹਾਬੜੀ ਭੁੱਖ ਵਿੱਚ ਖਾ ਰਹੇ ਨੇ। ਅਜਿਹੀ ਸੜਿਆਂਦ ਹਿੰਦੁਸਤਾਨ ਦੇ ਵਿੱਚ ਵੀ ਬਹੁਤ ਹੋਵੇਗੀ। ਅਖਬਾਰਾਂ ਦੀਆਂ ਗਿਣਤੀਆਂ ਦੇ ਅਨੁਸਾਰ ਹਿੰਦੁਸਤਾਨ ਤੇ ਪਾਕਿਸਤਾਨ ਦੇ ਵਿੱਚ 30,000 ਵੇਸਵਾਵਾਂ ਦਾ ਵਾਧਾ ਹੈ। 12 ਲੱਖ ਦੀ ਗਿਣਤੀ ਦੇ ਵਿੱਚ ਦੋਹਾਂ ਦੇਸ਼ਾਂ ਨੇ ਆਜ਼ਾਦੀ ਦੇ ਸਵਾਗਤ ਲਈ 12 ਲੱਖ ਲੋਕਾਂ ਦਾ ਕਤਲ ਕੀਤਾ। ਹਿੰਦੁਸਤਾਨ ਅਤੇ ਪਾਕਿਸਤਾਨ ਕਿੰਨੇ ਸ਼ਾਨ ਨਾਲ ਆਜ਼ਾਦ ਹੋਏ, ਤਾਰੀਖ ਦੇ ਸਫ਼ੇ ਨੂੰ ਇਸ ਫਖਰ ਨਾਲ ਯਾਦ ਰੱਖਣਗੇ। ਪਾਕਿਸਤਾਨ ਆਜ਼ਾਦ ਹੈ, ਹਿੰਦੁਸਤਾਨ ਆਜ਼ਾਦ ਹੈ, ਪਰ ਉਸ ਦੇ ਵਿੱਚ ਗੁਨਾਹਗਾਰ ਔਰਤ ਕਿੱਥੇ ਹੈ? ਇਹ ਪੁੱਛਣਾ ਹੀ ਗੁਨਾਹ ਹੈ। ਇੱਕ ਵਾਰ ਜ਼ਹੀਰ ਦੀ ਬੀਵੀ ਆਇਸ਼ਾ ਬੇਗਮ ਮੇਰੇ ਕੋਲ ਹਵੇਲੀ ਦੇ ਵਿੱਚ ਆਈ, ਜਾਣੀ ਕਿ ਇਹ ਜ਼ਹੀਰ ਜਿਸ ਨੇ ਇਸ ਰਜਿੰਦਰ ਨਾਂ ਦੀ ਸਿੱਖ ਔਰਤ ਨੂੰ ਆਪਣੀ ਹਵੇਲੀ ਦੇ ਵਿੱਚ ਰੱਖਿਆ ਹੋਇਆ ਸੀਗਾ, ਸਰਦਾਰਾਂ ਬੇਗਮ ਬਣਾ ਕੇ, ਉਸ ਦੀ ਦੂਸਰੀ ਜਿਹੜੀ ਪਤਨੀ ਸੀ ਉਸ ਦਾ ਨਾਂ ਆਇਸ਼ਾ ਬੇਗਮ ਸੀ। ਉਹ ਮੇਰੇ ਕੋਲ ਆਈ, ਜ਼ਹੀਰ ਕਿਤੇ ਬਾਹਰ ਗਿਆ ਹੋਇਆ ਸੀ। ਉਸ ਦੇ ਖਿਆਲ ਦੇ ਵਿੱਚ, ਜਾਣੀ ਕਿ ਆਇਸ਼ਾ ਦੇ ਖਿਆਲ ਦੇ ਵਿੱਚ ਮੈਂ ਕਾਫਰ ਹਾਂ, ਉਸ ਦੇ ਖਿਆਲ ਦੇ ਵਿੱਚ ਮੈਂ ਕਾਫਰ ਨੇ ਉਸ ਦਾ ਖਾਵੰਦ ਜਾਣੀ ਕਿ ਜ਼ਹੀਰ ਖੋਹ ਲਿਆ। ਪਹਿਲਾਂ ਉਸ ਦੇ ਚਿਹਰੇ ਤੇ ਮੇਰੇ ਬਾਰੇ ਨਫ਼ਰਤ ਤੇ ਗੁੱਸਾ ਸੀ, ਪਰ ਮਰਦ ਦੀ ਨਿਰਦੈਤਾ ਤੇ ਬੇਵਫਾਈ ਅੱਗੇ ਅਸੀਂ ਦੋਵੇਂ ਹਮਦਰਦੀ ਦੀਆਂ ਭੁੱਖੀਆਂ ਸੀ। ਮੈਨੂੰ ਉਸ ਤੇ ਬੜਾ ਤਰਸ ਆਇਆ, ਪਰ ਉਹ ਮੇਰੇ ਗਮ ਤੇ ਹੀ ਰੋ ਪਈ। ਮੈਨੂੰ ਉਸ ਨੇ ਸੱਚੇ ਦਿਲੋਂ ਭੈਣ ਕਿਹਾ। ਆਖਰ ਔਰਤ ਦਾ ਦਿਲ ਸੀ ਕਿਵੇਂ ਨਾ ਕਿਵੇਂ ਪਸੀਜਦਾ। ਮੈਂ ਉਸ ਦੀ ਗਲਵੱਕੜੀ ਦੇ ਵਿੱਚੋਂ ਪਹਿਲੇ ਦਿਨ ਫੁੱਟ-ਫੁੱਟ ਰੋਈ, ਕਿਉਂਕਿ ਮਜ਼ਲੂਮ ਦਾ ਹਮਦਰਦ ਆ ਗਿਆ ਸੀ। ਮੇਰੀਆਂ ਅੱਖਾਂ ਪਿਤਾ ਦੀ ਲਾਸ਼, ਕਾਲੀ ਸੜਕ ਤੇ ਲਹੂ ਲਹਾਨ ਤੜਫਦੀਆਂ ਲਾਸ਼ਾਂ ਵੇਖ ਰਹੀ ਸੀ। ਉਹ ਪੰਜਾਬ ਦੇ ਰਹਿਬਰ ਦਾ ਵਾਸਤਾ ਪਾ ਰਿਹਾ ਸੀ। ਮੈਂ 30,000 ਭੈਣਾਂ ਦੀ ਬੇਵਸੀ ਤੇ ਰੋਈ, 12 ਲੱਖ ਕਤਲਾਂ ਤੇ ਰੋਈ, ਪੰਜਾਬ ਦੇ ਕਤਲ ਤੇ ਰੋਈ, ਮਨੁੱਖਤਾ ਦੀ ਮਰ ਚੁੱਕੀ ਰੂਹ ਤੇ ਰੋਈ। ਇੱਕ ਮਜ਼ਲੂਮ ਔਰਤ ਜਿਹੜੀ ਲੀਡਰ ਨਹੀਂ ਸੀ, ਵਜ਼ੀਰ ਨਹੀਂ ਸੀ, ਗਵਰਨਰ ਨਹੀਂ ਸੀ, ਪਰ ਉਸ ਤੇ ਇੰਨਾ ਜ਼ੁਲਮ ਕਿਉਂ?
ਅੱਜ ਸਾਡੀ ਹਜ਼ਾਰਾਂ ਦੀ ਗਿਣਤੀ ਨੂੰ ਅੱਖੋਂ ਓਹਲੇ ਕੀਤਾ ਜਾ ਰਿਹਾ। ਸਰਹੱਦਾਂ ਤੇ ਵਪਾਰ ਧੜਾ-ਧੜ ਹੋ ਰਿਹਾ ਹੈ। 10 ਰੁਪਏ ਤੋਂ ਲੈ ਕੇ 300 ਰੁਪਏ ਤੱਕ ਭਾਰਤੀ ਔਰਤਾਂ ਪਾਕਿਸਤਾਨ 'ਚ ਵਿਕ ਰਹੀਆਂ ਨੇ। ਇਹੀ ਹਾਲਾਤ ਹਿੰਦੁਸਤਾਨ 'ਚ ਹੋਣਗੇ, ਕਸ਼ਮੀਰ 'ਚ ਹੋਣਗੇ। ਹਿੰਦੁਸਤਾਨ ਤੇ ਪਾਕਿਸਤਾਨ ਦੋ ਦੁਸ਼ਮਣ ਦੇਸ਼ ਨੇ, ਪਰ ਦੋਵਾਂ ਗੌਰਮੈਂਟਾਂ ਆਪਣੀ ਲੋੜ ਅਨੁਸਾਰ ਮਿਲਵਰਤਨ ਕਰ ਲੈਂਦੀਆਂ ਨੇ। ਕਰਾਚੀ ਤੇ ਦਿੱਲੀ ਦੋਸਤ ਨੇ, ਪਰ ਕਸ਼ਮੀਰ ਸਾਡੇ ਲਈ ਕਾਗਜ਼ੀ ਕਾਰਵਾਈ ਕਾਫੀ ਹੈ, ਜਾਂ ਅਖਬਾਰਾਂ ਚੰਗੇ ਬਿਆਨ ਛਾਪ ਦਿੰਦੀਆਂ ਨੇ। ਗੌਰਮੈਂਟਾਂ ਨੂੰ ਕੁਝ ਹੋਰ ਰੁਝੇਵੇਂ ਨੇ। ਉਹ ਕੌਮਾਂਤਰੀ ਸ਼ੋਹਰਤ ਹਾਸਲ ਕਰਨੀ ਹੈ, ਏਸ਼ੀਆ ਦਾ ਲੀਡਰ ਬਣਨਾ। ਸਾਡੇ ਵਾਹਿਆਤਾਂ ਲਈ ਸਮਾਂ ਤੇ ਸਰਮਾਇਆ ਬਰਬਾਦ ਕਰਨ ਦੀ ਕਿਸ ਨੂੰ ਲੋੜ ਹੈ? ਕਿਸੇ ਨੂੰ ਨਹੀਂ। ਪਿਛਲੇ ਮਹੀਨੇ ਮੈਨੂੰ ਪਤਾ ਲੱਗਿਆ ਕਿ ਮੇਰੇ ਅੰਦਰ ਉਹ ਪਾਪ ਜਾਗ ਪਿਆ ਜਿਸ ਨੂੰ ਨਾ ਕੋਈ ਦੇਸ਼ ਸਾਂਭੇਗਾ, ਨਾ ਕੋਈ ਧਰਮ। ਇੱਕ ਪਿਤਾ ਵੀ ਉਸਦਾ ਪਿਤਾ ਨਹੀਂ ਬਣੇਗਾ। ਜਾਣੀ ਕਿ ਰਜਿੰਦਰ ਨੂੰ ਬੱਚਾ ਜਿਹੜਾ ਠਹਿਰ ਗਿਆ ਸੀ, ਬੱਚਾ ਪੈਦਾ ਹੋਣ ਵਾਲਾ ਸੀ। ਇਸੇ ਤਰ੍ਹਾਂ ਵੀਰਾਂ ਵਾਲੀ ਜੋ ਕਿ ਦੂਸਰੀ ਉਧਾਲੀ ਹੋਈ ਔਰਤ ਸੀ, ਉਸ ਕੋਲ ਵੀ ਇੱਕ ਬੱਚਾ ਹੈ। ਹੁਣ ਉਹ ਫਿਰ ਉਮੀਦਵਾਰੀ ਦੇ ਵਿੱਚ ਹੈ, ਪ੍ਰੈਗਨੈਂਟ ਹੈ। ਤੇ ਰਹਿਮੋ ਨੂੰ ਬੱਚਾ ਇੱਥੇ ਆ ਕੇ ਜੰਮਿਆ, ਜਿਸ ਦਾ ਜਿਹੜਾ ਨਜਾਇਜ਼ ਬਾਪ ਸੀ ਉਹ ਭਾਰਤ ਦੇ ਵਿੱਚ ਸੀ, ਜਿਸ ਨੇ ਰਹਿਮੋ ਨੂੰ ਗਰਭਵਤੀ ਕੀਤਾ ਸੀ। ਪਰ ਰਹਿਮੋ ਦਾ ਬੱਚੇ ਦਾ ਵਾਰਸ ਕੌਣ ਬਣੇਗਾ? ਇਹ ਨਜਾਇਜ਼ ਔਲਾਦ ਬਣਨਗੇ। ਕਿੰਨੀ ਦੁਖਦ ਅਵਸਥਾ ਹੈ। ਸਾਡੀਆਂ ਨਿਆਸਰੀਆਂ ਤੋਂ ਬਿਨਾਂ ਇੱਕ ਅਜਿਹੀ ਨਸਲ ਦੋਹਾਂ ਡੋਮੀਨੀਅਨਾਂ ਦੇ ਵਿੱਚ ਆ ਰਹੀ ਹੈ, ਜਿਸ ਦਾ ਕੋਈ ਖੁਦਾ ਵੀ ਵਾਰਸ ਹੋਣ ਨੂੰ ਤਿਆਰ ਨਹੀਂ। ਸਾਡਾ ਗੁਨਾਹ ਕੀ ਸੀ ਜਿਸ ਲਈ ਸਾਡੇ ਤੇ ਜ਼ੁਲਮ ਦੇ ਪਹਾੜ ਤੋੜੇ ਗਏ? ਕੀ ਇਹ ਬੱਚੇ ਆਪਣੀ ਮਰਜ਼ੀ ਨਾਲ ਖੁਦਰੋ ਪੌਦਿਆਂ ਵਾਂਗ ਪੈਦਾ ਹੋ ਰਹੇ ਨੇ? ਉਹਨਾਂ ਦਾ ਕੀ ਬਣੇਗਾ? ਕਦੇ ਕਿਸੇ ਲੀਡਰ ਜਾਂ ਵਜ਼ੀਰ ਜਾਂ ਧਰਮ ਦੇ ਆਗੂ ਨੇ ਇਹਨਾਂ ਬਾਰੇ ਸੋਚਿਆ? ਸਾਡੇ ਅੰਦਰ ਇੱਕ ਲਾਵਾ ਤੂਫਾਨ ਰਿੱਝ ਰਿਹਾ, ਉਬਲ ਰਿਹਾ, ਜਵਾਲਾਮੁਖੀ ਦੀ ਤਰ੍ਹਾਂ। ਇਹ ਪਾਟਣ ਵਾਲਾ ਹੈ, ਜਿਸ ਅੱਗੇ ਪਾਕਿਸਤਾਨ ਤੇ ਹਿੰਦੁਸਤਾਨ ਤੱਕ ਹੀ ਦੁਨੀਆ ਦੀਆਂ ਬਸਤੀਆਂ ਤਬਾਹ ਹੋ ਜਾਣੀਆਂ ਨੇ। ਸਾਡਾ ਕੋਈ ਦੇਸ਼ ਨਹੀਂ ਰਿਹਾ। ਧਰਮ ਮਾਨ ਸਾਡੇ ਤੋੜ ਦਿੱਤੇ ਗਏ। ਮੈਂ ਵੀਰਾਂਵਲੀ ਤੇ ਸੱਤਿਆ ਗਊ ਦਾ ਮਾਸ ਖਾ ਚੁੱਕੀ ਹਾਂ। ਤੇ ਰਹਿਮੋ ਜਦੋਂ ਭਾਰਤ ਦੇ ਵਿੱਚ ਸੀ ਤਾਂ ਉਦੋਂ ਸੂਰ ਵੀ ਖਾ ਕੇ ਆਈ ਸੀ। ਫਿਰ ਬਚਦੀ ਬਚਾਉਂਦੀ ਪਤਾ ਨਹੀਂ ਕਿੱਦਾਂ ਇੱਥੇ ਠਹਿਰੀ। ਮਰਦ ਨੇ ਜੋ ਦਿੱਤਾ ਖਾ ਲਿਆ, ਜੋ ਧਰਮ ਬਣਾਇਆ ਅਪਣਾ ਲਿਆ। ਮੈਂ ਪੁੱਛਦੀ ਹਾਂ, ਔਰਤ ਨਾ ਕਹਿਣ ਵਾਲੀ ਕੱਚੀ ਵਫਾ ਕਦੋਂ ਸੀ? ਅਸੀਂ ਕਿਸੇ ਕੌਮੀਅਤ ਦਾ ਹਿੱਸਾ ਨਹੀਂ ਰਹੀਆਂ। ਮੈਂ ਵੀਰਾਂਵਲੀ ਤੇ ਸੱਤਿਆ ਨਮਾਜ਼ ਪੜ੍ਹ ਲੈਣ, ਹਲਾਲ ਖਾ ਲੈਣ ਨਾਲ ਵੀ ਮੁਸਲਮਾਨੀ ਨਹੀਂ ਸਮਝ ਸਕੀਆਂ। ਰਹਿਮੋ ਅੰਮ੍ਰਿਤ ਛਕ ਕੇ ਝਟਕਾ ਖਾ ਕੇ ਸਿੱਖ ਨਹੀਂ ਬਣ ਸਕੀ। ਉਹ ਮੁਸਲੀ ਰਹੀ ਤੇ ਅਸੀਂ ਕਾਫਰ ਰਹੀਆਂ। ਜਾਣੀ ਅਸੀਂ ਧਰਮਾਂ ਦੇ ਖਿਲਾਫ ਜਾ ਕੇ ਸੂਰ ਵੀ ਖਾਧੇ, ਗਾਵਾਂ ਵੀ ਖਾਧੀਆਂ, ਪਰ ਫਿਰ ਵੀ ਅਸੀਂ ਕਾਫਰ ਤੇ ਮੁਸਲੀ ਰਹੀਆਂ। ਸਾਨੂੰ ਸਿੱਖ ਔਰਤਾਂ ਨੂੰ, ਹਿੰਦੂਆਂ ਨੂੰ, ਸਿੱਖਾਂ ਨੂੰ ਉਹ ਅਜੇ ਵੀ ਕਾਫਰ ਕਹਿੰਦੇ ਨੇ। ਤੇ ਰਹਿਮੋ ਜਿਹੜੀ ਮੁਸਲਮ ਤੋਂ ਸਿੱਖਾਂ ਦੀ ਜਾਂ ਹਿੰਦੂਆਂ ਦੀ ਭੇਟ ਚੜ੍ਹੀ, ਉਹ ਫਿਰ ਮੁਸਲੀ ਦੀ ਮੁਸਲੀ ਰਹੀ, ਝਟਕੇ ਖਾ ਕੇ ਵੀ। ਨਫਸ ਦੀਆਂ ਬੱਜਰ ਸੱਟਾਂ ਨਾਲ ਸਾਰੇ ਅੰਗ ਛਿੱਲੇ ਗਏ। ਜ਼ਿੰਦਗੀ ਨਾਲੋਂ ਕੋਮਲਤਾ ਲਾਹ ਗਈ। ਇਹ ਮਰਦ ਦਾ ਧਰਮ ਹੈ, ਮੁਕਤੀਆਂ ਦੇਣ ਵਾਲਾ। ਇਹ ਤਲਖ ਹਕੀਕਤ ਇਤਿਹਾਸ ਦੇ ਵਿੱਚੋਂ ਨੋਚੀ ਨਹੀਂ ਜਾ ਸਕੇਗੀ। ਅਸੀਂ ਕਦੇ ਜ਼ਿੰਦਗੀ ਦੀਆਂ ਰਾਣੀਆਂ ਸਾਂ। ਕਦੇ ਅਸੀਂ ਮਹਾਤਮਾ ਬੁੱਧ, ਗੁਰੂ ਨਾਨਕ ਸਾਹਿਬ, ਮੁਹੰਮਦ ਸਾਹਿਬ ਵਰਗੇ ਪੈਗੰਬਰ ਅਸੀਂ ਦੁਨੀਆ ਨੂੰ ਦਿੱਤੇ। ਜਿਵੇਂ ਗੁਰੂ ਨਾਨਕ ਸਾਹਿਬ ਦਾ ਵਾਕ ਹੈ, ਜਿੱਤ ਜੰਮੇ ਰਜਾਨ। ਪਰ ਅੱਜ ਸਮੇਂ ਦੇ ਨਕਸ਼ ਸਾਡੀ ਹਾਲਤ ਤੇ ਲਹੂ ਭਿੱਜੀਆਂ ਚਟਾਨਾਂ ਦੇ ਵਿੱਚ ਜੰਮ ਗਏ ਨੇ। ਮੇਰੀ ਇਹ ਚਿੱਠੀ ਭੈਣ ਗੁਰਮੀਤ ਤੇਰੇ ਰਾਹੀਂ ਸਾਰੇ ਹਿੰਦੁਸਤਾਨ ਨੂੰ ਹੈ, ਭਾਰਤ ਨੂੰ ਹੈ। ਉਹ ਸਦਾ ਆਜ਼ਾਦ ਰਹੇ, ਖੁਸ਼ਹਾਲ ਵਸੇ, ਕੌਮਾਂਤਰੀ ਸ਼ੋਹਰਤ ਹਾਸਲ ਕਰੇ। ਉਹਦੇ ਲੀਡਰ, ਵਜ਼ੀਰ, ਅਹਿਲਕਾਰ, ਧਰਮਾਂ ਦੇ ਪ੍ਰਮੁੱਖ, ਰਾਜ ਪ੍ਰਮੁੱਖ ਜਮ ਅੰਤਰਰਾਸ਼ਟਰੀ ਕਾਨਫਰੰਸਾਂ ਦੀਆਂ ਪ੍ਰਧਾਨਗੀਆਂ ਹੰਢਾਣ। ਉਹਦੇ ਵੀਰ ਸਿਪਾਹੀ ਦਿਨ ਰਾਤ ਜੰਗਾਂ ਜਿੱਤਣ। ਹੈਦਰਾਬਾਦ ਦੀ ਜਿੱਤ ਨੇ ਉਹਨਾਂ ਦੀ ਸ਼ਾਨ ਦੁੱਗਣੀ ਕਰ ਦਿੱਤੀ। ਕਸ਼ਮੀਰ ਦੀ ਫਤਿਹ ਨੇ ਉਹਨਾਂ ਨੂੰ ਦੁਨੀਆ ਦੀ ਸ਼੍ਰੋਮਣਤਾ ਦੇ ਵਿੱਚ ਲੈ ਆਂਦਾ, ਦੁਨੀਆ ਦੇ ਮੋਹਰੀਆਂ ਦੇ ਵਿੱਚ ਲੈ ਆਂਦਾ। ਤੇ ਆਜ਼ਾਦੀ ਦੀਆਂ ਤਰੱਕੀਆਂ, ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਵਾਧੇ ਰੁਪਈਆਂ ਦੀਆਂ ਕੀਮਤਾਂ,
ਉਹਨਾਂ ਨੂੰ ਮੁਬਾਰਕ ਹੋਣ। ਪਰ ਸਾਡੇ ਹੰਝੂਆਂ ਦੀ ਕੀ ਕੀਮਤ ਰਹੀ? ਸਾਡੇ ਸੜਦੇ ਜ਼ਖਮਾਂ ਦੀ ਕੀ ਕੀਮਤ ਰਹੀ? ਨਗੂਣੀ ਦੀ ਨਗੂਣੀ। ਅਸੀਂ ਉੱਥੋਂ ਦੀਆਂ ਉੱਥੇ ਹਾਂ। ਕੌਣ ਹੈ ਸਾਡੇ ਜ਼ਖਮਾਂ ਤੇ ਪੱਟੀ ਕਰਨ ਵਾਲਾ? ਕੋਈ ਨਹੀਂ। ਨਾ ਧਰਮਾਂ ਵਾਲਾ, ਨਾ ਸਮਾਜ ਵਾਲਾ, ਨਾ ਸਾਨੂੰ ਹੰਢਾਉਣ ਵਾਲਾ। ਅਸੀਂ ਅੱਜ ਵੀ ਅਬਲਾ ਤੇ ਕੱਲ੍ਹ ਵੀ ਅਬਲਾ। ਤੇ ਇਸ ਦੌਰਾਨ ਆਪਣੀ ਚਿੱਠੀ ਦੇ ਵਿੱਚ ਉਹ ਬਹੁਤ ਲਹੂ ਭਿੱਜੇ ਜਜ਼ਬਾਤ ਲਿਖਦੀ ਹੈ। ਹੋਰ ਜ਼ਖਮ ਨਸੀਬ ਭੈਣਾਂ ਤੁਹਾਨੂੰ ਕੀ ਦੇ ਸਕਦੀਆਂ? ਅਸੀਂ ਜਿਨ੍ਹਾਂ ਕੋਲ ਰੱਬ ਨੇ ਸਭ ਕੁਝ ਖੋਹ ਲਿਆ, ਤੁਸੀਂ ਸਾਰੇ ਹਿੰਦੁਸਤਾਨ ਵਾਸੀਓ ਰਾਜ ਭਾਗ ਦੀ ਆਜ਼ਾਦੀ ਦੇ ਵਿੱਚ ਸਦਾ ਸੁਖੀ ਵਸੋ। ਜੇ ਕਦੇ ਸਾਡੀ ਅਬਲਾਵਾਂ ਦੀ ਯਾਦ ਆਵੇ ਤਾਂ ਭੁੱਲ ਜਾਣਾ। ਕਦੇ ਅਸੀਂ ਹਿੰਦੁਸਤਾਨ ਦੇ ਵਿੱਚ ਬਰਾਬਰ ਦੀਆਂ ਵੋਟਾਂ ਦੀ ਹੱਕਦਾਰ ਸੀ, ਘਰਾਂ ਦੀ ਸ਼ਾਨ ਸੀ, ਵਿਹੜਿਆਂ ਦੇ ਹਾਸੇ ਸੀ, ਬਾਬਲਾਂ ਦੀ ਭਰਾਵਾਂ ਦੀ ਇੱਜ਼ਤ ਆਬਰੂ ਸੀ। ਪਰ ਅੱਜ ਸਭ ਭੁੱਲ ਗਏ ਨੇ। ਜਿਸ ਦੇ ਆਸਰੇ ਜਵਾਹਰ ਲਾਲ ਵਜ਼ੀਰ ਬਣਿਆ, ਸਾਡੀਆਂ ਵੋਟਾਂ ਦੇ ਆਸਰੇ ਬਲਦੇਵ ਸਿੰਘ ਵਜ਼ੀਰੇ ਜੰਗ ਬਣਿਆ ਤੇ ਜਵਾਹਰ ਲਾਲ ਵਜ਼ੀਰੇ ਆਜ਼ਮ ਬਣਿਆ। ਤੁਸੀਂ ਸਾਡੇ ਲਈ ਕੋਈ ਖਤਰਾ ਨਾ ਛੇੜਨਾ, ਆਪਣੀ ਵੀਰਤਾ ਸਾਂਭ ਕੇ ਰੱਖਣੀ। ਅਸੀਂ ਕੱਟਿਆ ਹੋਇਆ ਹਿੰਦੁਸਤਾਨ ਆ, ਪਰ ਇਸ ਨਿਕੰਮੇ ਹਿੰਦੁਸਤਾਨ ਦੀ ਤੁਹਾਨੂੰ ਲੋੜ ਨਹੀਂ, ਜਿਸ ਨੂੰ ਕੋਈ ਸਮਾਜ ਅਪਣਾ ਨਹੀਂ ਸਕਦਾ, ਕੋਈ ਧਰਮ ਸਾਂਭ ਨਹੀਂ ਸਕਦਾ। ਸਾਡੀ ਗੁਨਾਹਗਾਰ ਔਲਾਦ ਆਪੇ ਰੁਲ ਖੁਲ ਕੇ ਪਲ ਜਾਵੇਗੀ, ਜਿਸ ਦਾ ਕੋਈ ਦੇਸ਼ ਨਹੀਂ, ਧਰਮ ਨਹੀਂ, ਕੌਮ ਨਹੀਂ, ਰੱਬ ਵੱਲੋਂ ਵੀ ਉਹ ਸ਼ਾਇਦ ਬੇਅਸਰਾ। ਸਾਨੂੰ ਪਨਾਹ ਮਿਲ ਜਾਵੇਗੀ। ਵੱਡੇ ਸ਼ਹਿਰਾਂ ਦੇ ਚੱਕਲੇ ਬੜੇ ਲੰਮੇ ਨੇ, ਦੋਹਰੀਆਂ ਛੱਤਾਂ ਹੁੰਦੀਆਂ ਨੇ। ਅਸੀਂ ਆਪਣੇ ਗਾਹਕਾਂ ਦੀ ਸੌਖ ਲਈ ਦੁਕਾਨਾਂ ਦੇ ਉੱਤੇ ਰੰਗੀਨ ਸਾਈਨ ਬੋਰਡ ਲਟਕਾ ਲਵਾਂਗੇ। ਇੱਥੇ ਵਿਕਦੀ ਹੈ ਹਿੰਦੁਸਤਾਨ ਦੀ ਸੁੰਦਰਤਾ ਤੇ ਇੱਜ਼ਤ, ਰੋਟੀ ਦੇ ਟੁਕੜੇ ਤੇ। ਅਸੀਂ ਕਿਸੇ ਲਈ ਭਾਰ ਸਾਬਤ ਨਹੀਂ ਹੋਣਾ ਚਾਹੁੰਦੀਆਂ ਤੇ ਨਾ ਹੀ ਚਾਹੁੰਦੀਆਂ ਕਿ ਸਾਡੀ ਖਾਤਰ ਹਿੰਦੁਸਤਾਨ ਦੇ ਵਿੱਚ ਸੰਕਟ ਪਵੇ। ਇੱਕ ਅਧਰਮਣ ਭੈਣ ਦੀ ਸਾਰੇ ਹਿੰਦੁਸਤਾਨ ਨੂੰ ਸਤਿ ਸ਼੍ਰੀ ਅਕਾਲ ਤੇ ਕਾਫਰ ਦੀ ਸਲਾਮ। ਹਜ਼ਾਰਾਂ ਭੈਣਾਂ ਦੇ ਸੜਦੇ ਜ਼ਖਮਾਂ ਦੇ ਨਾਲ ਮੈਂ ਹਾਂ ਸਰਦਾਰਾਂ ਉਰਫ ਰਜਿੰਦਰ ਕੌਰ BA। ਇਹ ਕਹਿ ਕੇ ਉਹ ਆਪਣੀ ਚਿੱਠੀ ਸਮਾਪਤ ਕਰਦੀ ਹੈ। ਇਹ ਹੈ ਸੜਦੇ ਜ਼ਖਮਾਂ ਦੀ ਦਾਸਤਾਨ। ਪਤਾ ਨਹੀਂ ਕਿੰਨੀਆਂ ਔਰਤਾਂ ਇਸ ਤਰਾਸਦੀ ਦੀ ਭੇਟ ਚੜ੍ਹੀਆਂ। ਇਹ ਜ਼ੁਲਮੋ ਸਿਤਮ ਅੱਜ ਵੀ ਨਹੀਂ ਹਟ ਰਹੇ। ਅੱਜ ਵੀ ਤੁਸੀਂ ਵੇਖੋ ਕਿ 6-6 ਮਹੀਨੇ ਦੀਆਂ ਬੱਚੀਆਂ ਦੇ ਨਾਲ ਵਹਿਸ਼ੀ ਬਲਾਤਕਾਰ ਕਰ ਰਹੇ ਨੇ। ਲੁਧਿਆਣੇ ਵਰਗੇ ਸ਼ਹਿਰ, ਜਿੱਥੋਂ ਦੇ ਮਿਹਨਤਕਸ਼ ਪ੍ਰਵਾਸੀ ਕੰਮ ਕਰਨ ਵਾਸਤੇ ਦੋਨੇ ਹਸਬੈਂਡ ਵਾਈਫ ਲੋਕਾਂ ਦੇ ਘਰਾਂ 'ਚ ਜਾਂਦੇ ਨੇ, ਫੈਕਟਰੀਆਂ ਜਾਂਦੇ ਨੇ, ਉਹਨਾਂ ਦੇ ਛੋਟੇ ਛੋਟੇ ਮਾਸੂਮ ਬੱਚੇ, ਨੇੜਲੇ ਘਰਾਂ ਵਾਲੇ, ਉਹਨਾਂ ਦੇ ਦੂਰ ਦਰਾਡੇ ਦੇ ਰਿਸ਼ਤੇ 'ਚ ਲੱਗਦੇ ਲੋਕ ਕਿਸ ਤਰ੍ਹਾਂ ਉਹਨਾਂ ਬੱਚੀਆਂ ਦੇ ਨਾਲ ਜਾਂ ਉਹਨਾਂ ਲੜਕਿਆਂ ਦੇ ਨਾਲ ਬਦਫੈਲੀਆਂ ਕਰਦੇ ਨੇ। ਇਹ ਮਨੁੱਖ ਦੀ ਮੈਂ ਸਮਝਦਾ ਕਿ ਉਹ ਵਹਿਸ਼ੀਆਨਾ ਹਰਕਤ ਹੈ, ਜਿਸ ਦੇ ਬਾਰੇ ਸ਼ਾਇਦ ਕਦੇ ਨਾ ਕਦੇ ਜ਼ਰੂਰ ਬੈਠ ਕੇ ਸੋਚਣਾ ਚਾਹੀਦਾ ਹੈ ਇਨਸਾਨ ਨੂੰ ਕਿ ਕੀ ਕੁਛ ਸਮਾਜ ਦੇ ਵਿੱਚ ਕਰਨਾ ਚਾਹੀਦਾ ਜਾਂ ਕੀ ਕੁਛ ਨਹੀਂ। ਪਤਾ ਨਹੀਂ ਕਿੰਨੀਆਂ ਇੱਦਾਂ ਦੀਆਂ ਸਰਦਾਰਾਂ ਬੇਗਮ, ਕਿੰਨੀਆਂ ਰਹਿਮੋ, ਕਿੰਨੀਆਂ ਵੀਰਾਵਲੀ ਤੇ ਕਿੰਨੀਆਂ ਸੱਤਿਆ ਦੇਵੀ ਇਸ ਸੰਸਾਰ ਦੇ ਵਿੱਚ, ਇਸ ਭਾਰਤ ਪਾਕਿਸਤਾਨ ਵਰਗੇ ਖਿੱਤੇ ਦੇ ਵਿੱਚ ਸੜ ਮਰ ਰਹੀਆਂ ਨੇ। ਸੋ ਸਦਾਚਾਰ ਕਾਇਮ ਰੱਖਣਾ ਚਾਹੀਦਾ। 10 ਮਿੰਟ ਦੀ ਹਵਸ, 2 ਮਿੰਟ ਦੀ ਹਵਸ ਕਿਸ ਤਰ੍ਹਾਂ ਦੇ ਜ਼ੁਲਮ ਸਤਮ ਸਿਰਜਦੀ ਹੈ, ਇਹ ਸ਼ਾਇਦ ਇੱਕ ਔਰਤ ਜਾਣਦੀ ਹੈ, ਪਰ ਮਰਦ ਆਪਣੀ ਉਹ ਵਹਿਸ਼ੀਆਨਾ ਜੰਗਲੀ ਬਿਰਤੀ ਛੱਡਣ ਨੂੰ ਤਿਆਰ ਨਹੀਂ। ਤੇ ਇਸ ਦੌਰਾਨ ਕਿਤੇ ਨਾ ਕਿਤੇ ਜ਼ਰੂਰ ਸੋਚਣ ਵਿਚਾਰਨ ਦੀ ਜ਼ਰੂਰਤ ਹੈ। ਆਪਣੇ ਨਾਲ 1-2 ਕਾਲਰ ਜੁੜੇ ਨੇ, ਨਾਲ ਉਹਨਾਂ ਨਾਲ ਵੀ ਸਾਂਝ ਪਾਉਂਦੇ ਹਾਂ ਤੇ ਨਾਲ ਬਾਈ ਜੀ ਸੁਰਿੰਦਰ ਸਿੰਘ ਹੋਰਾਂ ਨੂੰ ਵੀ ਸੱਦਾ ਮਾਰਦੇ ਹਾਂ। ਬਹਿਰੀਨ ਤੋਂ ਸੁਰਿੰਦਰ ਜੀ, ਸਤਿ ਸ਼੍ਰੀ ਅਕਾਲ। ਤੁਸੀਂ ਆਉਣੇ ਰਹੋ। ਸਤਿ ਸ੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਸਰ ਜੀ, ਤੁਹਾਡੀ ਕਹਾਣੀ ਸੁਣ ਰਿਹਾ ਸੀ ਜਿਹੜੀ ਜ਼ਖਮਾਂ ਵਾਲੀ, ਬਹੁਤ ਦਰਦ ਹੋਇਆ ਸੁਣਦਿਆਂ, ਅੱਖਾਂ 'ਚ ਅੱਥਰੂ ਵੀ ਆ ਗਏ ਜੀ। ਤੇ ਬਾਕੀ ਸਰ ਜੀ, ਕੋਈ ਕਿਸੇ ਦੇ ਦੁੱਖ ਨੂੰ ਨਹੀਂ ਜਾਣਦਾ। ਜਿਹੜੀ ਔਰਤ ਹੈ ਨਾ, ਔਰਤ ਵਿਚਾਰੀ ਹੁਣ ਵੀ ਅਬਲਾ, ਪਹਿਲੇ ਵੀ ਅਬਲਾ, ਹੁਣ ਵੀ ਅਬਲਾ। ਸਾਨੂੰ ਵੀ ਜ਼ਿੰਦਗੀ ਨਹੀਂ, ਹੁਣ ਇੰਦਰਾ ਗਾਂਧੀ ਕਾਂਡ ਹੋਇਆ, ਉਦੋਂ ਸਾਡੇ ਨਾਲ ਕੀ ਹੋਇਆ, ਸਾਡੇ ਨਾਲ ਕੀ, ਸਾਡੇ ਧਰਮ ਨਾਲ ਕੀ ਹੋਇਆ। ਇਸ ਔਰਤ ਅਬਲਾ ਨੇ ਚਲੋ ਉਹਦੇ ਨਾਂ ਤੇ ਚਿੱਠੀ ਲਿਖੀ ਹੈ,
पर साडी मुस्लिम लोग एक नहीं बहुत बहुत साडी उन्हां दा धर्म वा पता नहीं परमात्मा ने किदां दा धर्म बना दिता उन्हां दा। हुण भी गल्लां करिए ते ओह बहुत उल्टी गल करदे। हाँ जी जी ते ये चक्कर आ भी बहुत दुख है ये वैसे कहानी सुन के। बाकी तुहाडा अगला विस्तार की ओह भी सुनने हुण ते मेहरबानी साडी सुरेंद्र जी। ਲਓ ਦੋਸਤੋ ਇਸ ਵਕਤ ਆਪਣੇ ਨਾਲ ਲਖਵਿੰਦਰ ਸਿੰਘ ਸਮੇਵਾਲੀ ਜੁੜੇ ਨੇ। ਸਮੇਵਾਲੀ ਸਾਹਿਬ ਸਤਿ ਸ਼੍ਰੀ ਅਕਾਲ, ਸਵਾਗਤ ਹੈ ਆਪ ਜੀ ਦਾ। ਹਾਂਜੀ ਵੀਰ ਜੀ, ਪਹਿਲਾਂ ਤਾਂ ਬੜਾ ਫਾਦਰ ਸਾਹਿਬ ਦਾ ਅਫਸੋਸ ਵੀ ਹੋਇਆ ਤੇ ਤੁਹਾਨੂੰ ਪ੍ਰਮਾਤਮਾ ਤੰਦਰੁਸਤੀ ਬਖਸ਼ੇ, ਕਿਉਂਕਿ ਤੁਹਾਡੇ ਵਰਗੇ ਸਰ ਪੁੱਤਰ ਮੂੰਹ ਤੇ ਸਿਫਤ ਕਰਨੀ ਬਹੁਤ ਮਾੜੀ ਹੁੰਦੀ ਹੈ, ਵਿਰਲੇ ਕਿਤੇ ਪੈਦਾ ਹੁੰਦੇ ਨੇ ਜੀ। ਮਿਹਰਬਾਨੀ ਬਾਕੀ ਹਾਂਜੀ ਵੀਰ ਜੀ, ਬਹੁਤ ਪੰਜਾਬ ਦੀ ਬੁਰੀ ਹਾਲਤ ਹੈ। ਕਦੀ ਇਸ ਤਰ੍ਹਾਂ ਵੀ ਹੋਣਾ ਸੀ ਵੀ ਆਕਸੀਜਨ ਕੋਲੋਂ ਸਰ ਬੰਦੇ ਮਰ ਜਾਣ, ਹਸਪਤਾਲਾਂ 'ਚ ਬੈੱਡ ਨਾ ਮਿਲਣ। ਇੱਕ ਦਿਨ ਮੇਰੇ ਸਹੁਰਾ ਸਾਹਿਬ ਦਾਖਲ ਸੀ ਜੀ ਲੁਧਿਆਣੇ ਤੇ ਸਾਰੀ ਰਾਤ ਉਹ ਕੁਰਸੀ ਤੇ ਬੈਠੇ ਰਹੇ ਜੀ ਸਰਕਾਰੀ ਹਸਪਤਾਲ। ਦੱਸੋ ਇਹ ਵੀ ਹਾਲਤ ਹੋਣਾ ਸੀ ਜੀ। ਫਿੱਟੇ ਮੂੰਹ ਇਹਨਾਂ ਸਰਕਾਰਾਂ ਦਾ ਜੀ, ਪਰ ਦੂਰ ਫਿੱਟੇ ਮੂੰਹ ਸਾਡਾ ਜਿਨ੍ਹਾਂ ਨੇ ਇਹਨਾਂ ਨੂੰ ਚੁਗਿਆ। ਥੈਂਕ ਯੂ ਸਰ। ਹਾਂ ਦੇਖੋ, ਹੁਕਮਰਾਨ ਦੀਆਂ ਨਾਕਾਮੀਆਂ ਕਰਕੇ ਬਾਈ ਜੀ ਲਾ ਐਂਡ ਆਰਡਰ ਦੀ ਸਥਿਤੀ ਬਦਤਰ ਹੁੰਦੀ ਹੈ। ਜੇ ਸਰਕਾਰਾਂ ਦਰੁਸਤੀ ਨਾਲ ਕੰਮ ਕਰਨ ਤੇ ਸ਼ਾਇਦ ਇਸ ਤਰ੍ਹਾਂ ਦੇ ਹਾਲਾਤ ਫਿਰ ਨਹੀਂ ਪੈਦਾ ਹੁੰਦੇ। ਬਹੁਤ ਬਹੁਤ ਧੰਨਵਾਦ ਸਮੇਵਾਲੀ ਸਾਹਿਬ, ਜਜ਼ਬਾਤ ਤੁਸੀਂ ਸਾਂਝੇ ਕੀਤੇ। ਤੇ ਸਾਡੇ ਇਹਨਾਂ ਪ੍ਰੋਗਰਾਮਾਂ ਦੇ ਸਪਾਂਸਰ ਨੇ ਬੇਕਰਸਫੀਲਡ ਦੇ ਵਿੱਚ ਯੂਨੀਅਨ ਵਿਲੇਜ ਟਰੱਕ ਸਟਾਪ, ਜਿੱਥੇ ਇੰਡੀਅਨ ਰੈਸਟੋਰੈਂਟ ਬਣਿਆ ਹੋਇਆ। ਤੁਸੀਂ ਦੇਸੀ ਘਿਓ ਦੇ ਪਰੌਂਠਿਆਂ ਦਾ ਲੁਤਫ ਲਓ, ਭਾਰਤੀ ਤੇ ਵਿਦੇਸ਼ੀ ਖਾਣੇ ਛਕੋ ਤੇ ਨਾਲ ਟਰੱਕ ਵਾਸ਼ ਕਰਾਓ, ਡੀਜ਼ਲ ਪਾਓ। ਬੇਕਰਸਫੀਲਡ ਦੇ ਵਿੱਚ ਜਿੱਥੇ ਪਹਿਲਾਂ ਟਰੱਕ ਯੂਨੀਅਨ ਸਕੂਲ ਹੁੰਦਾ ਸੀ, ਉਸੇ ਜਗ੍ਹਾ ਤੇ ਬਣਿਆ ਹੋਇਆ ਯੂਨੀਅਨ ਵਿਲੇਜ ਟਰੱਕ ਸਟਾਪ। ਐਡਰੈਸ ਹੈ 2201 100 ਯੂਨੀਅਨ ਐਵਨਿਊ, ਬੇਕਰਸਫੀਲਡ, ਕੈਲੀਫੋਰਨੀਆ। ਜਿਪ ਕੋਡ 93307। ਸੁਖੀ ਘੁੰਮਣ ਹੋਰਾਂ ਦਾ ਨੰਬਰ ਹੈ 661 304 7500। ਇਸੇ ਤਰ੍ਹਾਂ ਜੇ ਤੁਸੀਂ ਆਪਣੀ ਟੈਕਸ ਜਾਂ ਇੰਡੀਵਿਜੂਅਲ ਰਿਟਰਨ ਫਾਈਲ ਕਰਨੀ ਹੈ ਤਾਂ ਅਮਰੀਕਨ ਟੈਕਸ ਫਰਮਾਂ ਦੇ ਵਿੱਚ 5 ਸਾਲ ਦਾ ਕੰਮ ਕਰਨ ਦਾ ਤਜਰਬਾ ਹੈ ਤੇ ਤਰਸੇਮ ਸਿੰਘ ਗਿੱਲ ਹੋਰਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਇੰਡੀਵਿਜੂਅਲ ਤੇ ਬਿਜ਼ਨਸ ਵਪਾਰ ਦੀ ਰਿਟਰਨ ਫਾਈਲ ਕਰਨ ਵਾਸਤੇ। ਤੇ ਇਸ ਦੇ ਨਾਲ ਕਿਸੇ ਆਪਣੇ ਰਿਸ਼ਤੇਦਾਰ ਨੂੰ ਅਮਰੀਕਾ ਸੱਦਣਾ, ਗ੍ਰੀਨ ਕਾਰਡ ਅਪਲਾਈ ਕਰਨਾ, ਵਰਕ ਪਰਮਿਟ ਜਾਂ ਸਪਾਊਸ ਕੇਸ ਅਪਲਾਈ ਕਰਨਾ, ਤਾਂ ਵੀ ਤੁਸੀਂ ਸੇਵਾਵਾਂ ਤਰਸੇਮ ਸਿੰਘ ਗਿੱਲ ਦੀਆਂ ਲੈ ਸਕਦੇ ਹੋ, ਜੋ ਕਿ ਨਿਊਜਰਸੀ ਦੇ ਲਾਗੇ ਈਸਟਰਨ ਸਿਟੀ ਹੈ, ਪੈਨਸਿਲਵੇਨੀਆ ਦੇ ਵਿੱਚ ਵਸਦੇ ਨੇ, ਅਮਰੀਕਾ ਦੇ ਪੜ੍ਹੇ ਲਿਖੇ ਨੇ। ਨੰਬਰ ਹੈ 484 764 9861, ਜਾਣੀ ਕਿ 484 764 9861। ਇਸੇ ਤਰ੍ਹਾਂ ਸਾਡੇ ਦੂਸਰੇ ਸਪਾਂਸਰ ਨੇ ਸਿਆਟਲ ਦੇ ਵਿੱਚ। ਅਗਰ ਤੁਹਾਨੂੰ ਲੋਕਲ ਲੋਡ ਚਾਹੀਦਾ, ਵਾਸ਼ਿੰਗਟਨ ਫੀਲਡ ਸਰਵਿਸ ਤੁਹਾਨੂੰ ਇਹ ਸਹੂਲਤਾਂ ਮੁਹੱਈਆ ਕਰਾਉਂਦੀ ਹੈ, ਜਿਨ੍ਹਾਂ ਨੂੰ ਓਨਰ ਆਪਰੇਟਰ ਤੇ ਟਰੱਕ ਡਰਾਈਵਰਾਂ ਦੀ ਹਮੇਸ਼ਾ ਲੋਡ ਰਹਿੰਦੀ ਹੈ ਤੇ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਜੇ ਤੁਸੀਂ ਲੰਮੇ ਰੂਟਾਂ ਤੇ ਨਹੀਂ ਜਾਣਾ, ਰਾਤ ਨੂੰ ਟਾਈਮ ਨਾਲ ਘਰੇ ਆਉਣਾ, ਤਾਂ ਇਸ ਤਰ੍ਹਾਂ ਦੀ ਸਹੂਲਤ ਵੀ ਉਹਨਾਂ ਕੋਲੋਂ ਮਿਲੇਗੀ। ਤੇ ਤੁਹਾਡੀ ਸਹੂਲਤ ਵਾਸਤੇ ਜਿਹੜੀ ਡਿਸਪੈਚ ਵੀ ਪੰਜਾਬੀ ਤੇ ਅੰਗਰੇਜ਼ੀ ਭਾਸ਼ਾ 'ਚ ਮਿਲੇਗੀ। ਜਗਦੇਵ ਸਿੰਘ ਸੰਧੂ ਹੋਰਾਂ ਦਾ ਨੰਬਰ ਹੈ 253 266 6924, ਜਾਣੀ ਕਿ 253 266 6924। ਇਸੇ ਤਰ੍ਹਾਂ ਗੈਰੀ ਧਾਲੀਵਾਲ ਹੋਰਾਂ ਦਾ ਨੰਬਰ ਹੈ 206 354 4060 206 354 4060। ਅੰਟਾਰੀਓ ਪ੍ਰੋਵਿੰਸ ਦੇ ਵਿੱਚ ਅਗਰ ਤੁਹਾਨੂੰ ਹੋਮ ਅਤੇ ਆਟੋ ਇੰਸ਼ੋਰੈਂਸ ਚਾਹੀਦੀ ਹੈ, ਤੁਸੀਂ ਡਰਾਈਵਿੰਗ ਦੇ ਵਿੱਚੋਂ ਜਾਂ ਰਿਨਿਊਵਲ ਹੋਣ ਵਾਲੀ ਤੁਰੰਤ ਹੀ ਟਰੰਟੋ 'ਚ ਸੰਪਰਕ ਕਰੋ ਭੈਣ ਰਾਣੀ ਮਨਦੀਪ ਕੌਰ ਜੀ ਨੂੰ, ਜਿਨ੍ਹਾਂ ਦਾ ਨੰਬਰ ਹੈ 647 615 5000, यानी 647 615 5000 ਤੇ ਤੁਸੀਂ ਮਨਦੀਪ ਕੌਰ ਜੀ ਨਾਲ ਗੱਲਬਾਤ ਕਰਕੇ ਹੋਮ ਅਤੇ ਆਟੋ ਇੰਸ਼ੋਰੈਂਸ ਦੇ ਮੁਤਲਕ ਮਸ਼ਵਰਾ ਕਰ ਸਕਦੇ ਹੋ, ਇੰਸ਼ੋਰੈਂਸ ਲੈ ਸਕਦੇ ਹੋ। ਰਾਜਨੀਤਿਕ ਮਾਮਲੇ ਦੇ ਮਾਹਰ ਤੇ ਵਕਾਲਤ ਨਾਲ ਵਾਬਸਤਾ ਬਾਈ ਜੀ ਸੁਰਿੰਦਰ ਸਿੰਘ ਆਪਣੇ ਨਾਲ ਜੁੜ ਚੁੱਕੇ ਨੇ। ਸੁਰਿੰਦਰ ਬਾਈ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਮਿਹਰਬਾਨੀ ਸੁਰਿੰਦਰ ਜੀ, ਧੰਨਵਾਦ। ਤੇ ਅੱਜ ਲੱਖਾ ਸਿਧਾਣਾ ਦੀ ਗ੍ਰਿਫਤਾਰੀ ਹੋਈ, ਬਾਅਦ ਦੇ ਵਿੱਚ ਰਿਹਾਈ ਹੋਈ, ਕੀ ਮਾਜਰਾ ਰਿਹਾ, ਇਸ ਤੋਂ ਹੀ ਆਪਾਂ ਸ਼ੁਰੂਆਤ ਕਰਦੇ ਹਾਂ ਜੀ। ਕਰਮਿੰਦਰ, ਗੱਲ ਇਹ ਹੈ ਕਿ ਦੇਖੋ ਲੱਖਾ ਸਿਧਾਣਾ ਦੀ ਗ੍ਰਿਫਤਾਰੀ ਹੋਈ ਸ਼ਾਜਲੀ ਪੁਲਿਸ ਸਟੇਸ਼ਨ ਆ ਸੁਨਾਮ ਤੋਂ ਅੱਗੇ ਤੇ ਸੁਨਾਮ ਕੌਂਸਟੀਚੁਐਂਸੀ 'ਚ ਹੀ ਪੈਂਦਾ, ਉੱਥੇ ਹੋਈ ਕਿ ਪਹਿਲੇ ਪਿੰਡ 'ਚ ਹੀ ਲੱਖਾ ਸਿਧਾਣਾ ਗਿਆ ਸੀਗਾ। ਉਹ ਲਾਮਬੰਦੀ ਕਰ ਰਹੇ ਸੀਗੇ ਕਿ ਇਕੱਠ ਹੋਵੇ ਤੇ ਇਕੱਠ ਲੈ ਕੇ ਉਹ ਕਹਿੰਦੇ ਅਸੀਂ ਦਿੱਲੀ ਮੋਰਚੇ ਤੇ ਜਾਣਾ, ਤੇ ਉਹ ਨੌਜਵਾਨਾਂ ਨੂੰ ਉਤਸ਼ਾਹਿਤ ਕਰ ਰਹੇ ਸੀਗੇ, ਲੱਗੇ ਹੋਏ ਸੀ। ਤੇ ਪਹਿਲੇ ਪਿੰਡ 'ਚੋਂ ਹੀ ਘੇਰਾ ਪਾ ਲਿਆ ਤੇ ਉੱਥੋਂ ਲਿਆ ਕੇ ਉਹਨੂੰ ਥਾਣੇ ਬਿਠਾਤਾ ਤੇ ਥਾਣੇ ਦਾ ਘਿਰਾਓ ਕਰ ਲਿਆ ਗਿਆ। ਜਿੰਨਾ ਵੀ ਨਾਲ ਨੌਜਵਾਨ ਸੀ
ਬਜ਼ੁਰਗ ਸੀ, ਬੀਬੀਆਂ ਸੀ, ਉਹਨਾਂ ਆ ਕੇ ਥਾਣੇ ਦਾ ਘਿਰਾਓ ਕਰ ਲਿਆ। ਅਖੀਰ ਪੁਲਿਸ ਨੂੰ ਛੱਡਣਾ ਪਿਆ। ਲੱਗਦਾ ਕਿ ਕਿਤੇ ਨਾ ਕਿਤੇ ਹਾਲਾਤ ਇਹ ਬਣੀ ਸੀਗੀ ਕਿ ਜ਼ਿਆਦਾ ਦਿੱਲੀ ਤਾਂ ਪ੍ਰੈਸ਼ਰ ਹੋਏਗਾ। ਜਿਸ ਤਰ੍ਹਾਂ ਬੀਜੇਪੀ ਕਹਿੰਦੀ ਸੀ ਕਿ ਦੇਖੋ ਦਿੱਲੀ ਪੁਲਿਸ ਨੇ 1 ਲੱਖ ਦਾ ਇਨਾਮ ਰੱਖਿਆ ਹੋਇਆ ਤੇ ਪੰਜਾਬ ਦੇ ਵਿੱਚ ਉਹ ਰੈਲੀਆਂ ਕਰਦਾ ਫਿਰਦਾ, ਮਤਲਬ ਕਿਤੇ ਨਾ ਕਿਤੇ ਸੀ ਪ੍ਰੈਸ਼ਰ ਤਾਂ ਹੈ ਸੀ ਸਟੇਟ ਦੇ ਉੱਤੇ। ਪਰ ਜਿਸ ਤਰੀਕੇ ਦੇ ਨਾਲ ਇਕੱਠ ਹੋ ਗਿਆ, ਅਖੀਰ ਇਕੱਠ ਦੇ ਮੋਹਰੇ ਝੁਕਦੇ ਹੋਏ ਉਹਨਾਂ ਨੂੰ ਲੱਖੇ ਸਿਧਾਣੇ ਨੂੰ ਰਿਹਾ ਕਰਨਾ ਪੈ ਗਿਆ। ਜੀ ਕੀ ਵੇਖਦੇ ਹੋ ਕਿ ਜਿਹੜਾ ਦਿੱਲੀ ਕੇਸ ਹੈ ਉਸ ਦੀ ਬਿਨਾਂ ਤੇ ਇਹ ਗ੍ਰਿਫਤਾਰੀ ਪੰਜਾਬ ਪੁਲਿਸ ਵੱਲੋਂ ਹੋਈ ਹੈ? ਟੈਕਨੀਕਲ ਪੁਆਇੰਟ ਕੀ ਹੈ ਕਿ ਉਹਨਾਂ ਦੇ ਆਰਡਰ ਜਾਂ ਉਹਨਾਂ ਦੇ ਬਿਨਾਂ ਤੇ ਇਹ ਗ੍ਰਿਫਤਾਰੀ ਕੀ ਦਿੱਲੀ ਸਰਕਾਰ ਦੀ ਟੀਮ ਨਾਲ ਸੀ ਜਾਂ ਪੰਜਾਬ ਪੁਲਿਸ ਦੀ ਕਸਟਡੀ ਸੀ ਜਾਂ ਆਪਣੇ ਤੌਰ ਤੇ ਦੂਸਰੀ ਸਟੇਟ ਦਾ ਕੇਸ ਅਤੇ ਸੰਬੰਧਿਤ ਸਟੇਟ ਵੀ ਕਿਸੇ ਦੋਸ਼ੀ ਨੂੰ ਏਦਾਂ ਗ੍ਰਿਫਤਾਰ ਕਰ ਸਕਦੀ ਹੈ? ਰਵਿੰਦਰ, ਜਿੱਥੇ ਤੱਕ ਸਵਾਲ ਸੀਗਾ, ਦੇਖੋ ਗੱਲ ਤਾਂ ਇਹ ਸੀ ਸਭ ਤੋਂ ਵੱਡੀ ਕਿ ਜਦੋਂ ਲੁੱਕ ਆਊਟ ਨੋਟਿਸ ਜਾਰੀ ਹੈ ਤੇ ਉਹ ਕਿਹਦੇ ਵੱਲੋਂ? ਦਿੱਲੀ ਪੁਲਿਸ ਵੱਲੋਂ, ਕ੍ਰਾਈਮ ਬ੍ਰਾਂਚ ਵੱਲੋਂ ਜਿਹੜਾ ਉਹ ਲੁੱਕ ਆਊਟ ਨੋਟਿਸ ਜਾਰੀ ਆ। ਉਹਦੇ ਬਿਹਾਫ ਤੇ ਸਟੇਟ ਪੁਲਿਸ ਅਰੈਸਟ ਕਰ ਸਕਦੀ ਹੈ ਤੇ ਅਰੈਸਟ ਕਰਕੇ ਉਹਨਾਂ ਨੂੰ ਦੇ ਸਕਦੀ ਹੈ, ਉਹਦੇ ਤੋਂ ਰੋਕਿਆ ਨਹੀਂ ਜਾ ਸਕਦਾ। ਹੁਣ ਗੱਲ ਤੇ ਇਹ ਆ ਕਿ ਅਜੇ ਤੱਕ ਦਿੱਲੀ ਪੁਲਿਸ ਦਾ ਇੱਥੇ ਪਹੁੰਚਣ ਦਾ ਕਨਫਰਮ ਨਹੀਂ ਹੋਇਆ ਕਿ ਉਹ ਆਈ ਜਾਂ ਨਹੀਂ ਆਈ, ਪਰ ਇਹ ਕਲੀਅਰ ਸੀ ਕਿ ਪੰਜਾਬ ਪੁਲਿਸ ਨੇ ਅਰੈਸਟ ਕੀਤਾ ਸੀ, ਸਬੰਧਤ ਥਾਣਾ ਜਿਹੜਾ ਉਹਨਾਂ ਅਰੈਸਟ ਕੀਤਾ ਸੀ, ਥਾਣੇ ਦਾ ਘਿਰਾਓ ਹੋਇਆ ਤੇ ਅਖੀਰ ਛੱਡ ਦਿੱਤਾ ਗਿਆ। ਪੁਲਿਸ ਕਹਿ ਰਹੀ ਸੀ ਕਿ ਨਹੀਂ, ਅਸੀਂ ਇਹਨੂੰ ਸਿਕਿਉਰਿਟੀ ਦੇਣੀ ਆ, ਇਸ ਨਾਮ ਦੇ ਉੱਤੇ ਉਹਨੂੰ ਅਰੈਸਟ ਕੀਤਾ ਗਿਆ ਸੀਗਾ ਤੇ ਅਰੈਸਟ ਕਰਨ ਤੋਂ ਬਾਅਦ ਜਦੋਂ ਥਾਣੇ ਦਾ ਘਿਰਾਓ ਹੋਇਆ, ਅਖੀਰ ਅਲਟੀਮੇਟਲੀ ਜਿਹੜਾ ਉਹਨੂੰ ਰਿਹਾ ਜਿਹੜਾ ਉਹ ਕਰ ਦਿੱਤਾ ਗਿਆ ਵਾ। ਜੀ ਜੀ, ਇਸ ਦੇ ਨਾਲ ਸ਼ੁਰੂਆਤ ਪੰਜਾਬ ਦੀ ਸਿਆਸਤ ਤੋਂ ਕਰਦੇ ਹਾਂ। ਪੰਜਾਬ ਦੀ ਸਿਆਸਤ ਦੇ ਵਿੱਚ ਕੀ ਅਪਡੇਟ ਰਿਹਾ ਅੱਜ ਦਾ ਤੇ ਭਲਕ ਦਾ? ਜੀ ਕੱਲ ਦਾ, ਸੌਰੀ। ਦੇਖੋ ਜੀ, ਸਭ ਤੋਂ ਪਹਿਲਾਂ ਜਿਹੜਾ ਨਾ ਉਹ ਸਿਹਤ ਮੰਤਰੀ ਨੂੰ ਲੈ ਲਈਏ। ਸਿਹਤ ਮੰਤਰੀ ਸਾਹਿਬ ਪਤਾ ਕੀ ਕਹਿ ਰਹੇ ਪੰਜਾਬ ਦੇ? ਉਹ ਕਹਿੰਦੇ ਵੀ ਦੇਖੋ ਸੁਖਬੀਰ ਸਿੰਘ ਬਾਦਲ ਜਿਹੜਾ ਨਾ ਉਹ ਵੈਕਸੀਨ ਦੀ ਗੱਲ ਤਾਂ ਕਰਦਾ, ਕਹਿੰਦਾ ਪਰ ਆਪ ਖੁਦ ਉਹਨੇ 62,000 ਵਾਲਾ ਕਰੋਨਾ ਵੈਕਸੀਨ ਦਾ ਟੀਕਾ ਜਿਹੜਾ ਉਹ ਲਗਵਾਇਆ, ਕਹਿੰਦਾ ਟਰੰਪ ਵਾਲਾ ਟੀਕਾ ਉਹ ਜਿਹੜਾ ਲਵਾਇਆ ਉਹਨੇ ਆ ਕੇ। ਠੀਕ ਹੈ ਜੀ, ਕਹਿੰਦਾ ਬਾਕੀਆਂ ਦੀ ਵੈਕਸੀਨ ਦੀ ਗੱਲ, ਹਾਂ ਕਹਿੰਦਾ ਮਤਲਬ ਅੱਜ ਤਾਂ ਪੰਜਾਬ ਦਾ ਹੈਲਥ ਮਿਨਿਸਟਰ ਜਿਹੜਾ ਉਹ ਬਲਵੀਰ ਸਿੰਘ ਸਿੱਧੂ ਸਿੱਧਮ ਸਿੱਧਾ ਹੀ ਹੋ ਗਿਆ ਅੱਜ ਤਾਂ। ਠੀਕ ਹੈ ਜੀ, ਉਹਨੇ ਕੀਮਤ ਵੀ ਦੱਸਤੀ ਤੇ ਦੱਸਤਾ ਕਿ ਕਹਿੰਦਾ ਟੀਕਾ ਵੀ ਜਿਹੜਾ ਭਾਈ ਉਹ ਟਰੰਪ ਵਾਲਾ ਜਿਹੜਾ ਉਹਨੇ ਲਵਾ ਲਿਆ ਵਾ। ਠੀਕ ਹੈ ਜੀ, ਤੇ ਕਹਿੰਦਾ ਤਿੰਨ ਦਿਨ ਚ ਹੀ ਉਹਨਾਂ ਦਾ ਕਰੋਨਾ ਜਿਹੜਾ ਨੈਗੇਟਿਵ ਹੋ ਕੇ ਹਸਪਤਾਲ ਤੋਂ ਵਾਪਸ ਆ ਗਿਆ ਸੀਗਾ। ਕਹਿੰਦਾ ਇਸੇ ਕਰਕੇ ਆਇਆ ਕਿਉਂਕਿ ਉਹਨੇ ਟੀਕਾ ਹੀ 62,000 ਵਾਲਾ ਜਿਹੜਾ ਉਹ ਲਗਵਾਇਆ ਵਾ। ਠੀਕ ਹੈ ਜੀ, ਉਹ ਕਹਿੰਦਾ ਹੁਣ ਤੱਕ ਪੰਜਾਬ ਦੇ 46 ਲੱਖ ਲੋਕਾਂ ਨੂੰ ਵੈਕਸੀਨ ਜਿਹੜੀ ਉਹ ਲੱਗ ਚੁੱਕੀ ਆ, ਪਰ ਕਹਿੰਦਾ ਇਹ ਜਾਣ ਬੁੱਝ ਕੇ ਸਿਆਸਤ ਕਰ ਰਹੇ ਆ ਤੇ ਸਿਆਸਤ ਤੋਂ ਇਲਾਵਾ ਇਹਨਾਂ ਦੇ ਪੱਲੇ ਕੁਛ ਨਹੀਂ। ਪਰ ਆਪ ਦਾ ਖੁਦ ਦਾ ਦੱਸਦੇ ਨਹੀਂ ਕਿ ਆਪ 62,000 ਵਾਲਾ ਟੀਕਾ ਜਿਹੜਾ ਉਹ ਲਵਾਈ ਬੈਠੇ ਆ। ਯਾਨੀ ਕਿ ਬਲਵੀਰ ਸਿੰਘ ਸਿੱਧੂ ਵੀ ਅੱਜ ਉਹ ਦੁਖਿਤ ਹੋਇਆ ਹੋਇਆ ਕਿਉਂਕਿ ਸੂਬਾ ਸਰਕਾਰ ਦੇ ਕੋਲੋਂ ਜਿਹੜਾ ਵਾ ਉਹ ਸਥਿਤੀ ਕੰਟਰੋਲ 'ਚ ਨਹੀਂ ਸੀ ਆ ਰਹੀ ਤੇ ਕੰਟਰੋਲ 'ਚ ਨਹੀਂ ਆ ਰਹੀ ਸੀ ਤੇ ਨਾ ਹੀ ਕੇਂਦਰ ਸਰਕਾਰ ਵੱਲੋਂ ਪੂਰੀ ਜਿਹੜੀ ਮਦਦ ਸੀ ਉਹ ਮਿਲ ਰਹੀ ਸੀ। ਕਿਤੇ ਨਾ ਕਿਤੇ ਫਸੇ ਹੋਏ ਸੀ ਤੇ ਗੁੱਸਾ ਜਿਹੜਾ ਉਹ ਅਖੀਰ ਆ ਕੇ ਫਿਰ ਜਿਹੜਾ ਸੀਗਾ ਉਹ ਸੁਖਬੀਰ ਸਿੰਘ ਬਾਦਲ ਤੇ ਪੁੱਟਣਾ ਹੀ ਪੁੱਟਣਾ ਸੀ ਕਿ ਦੇਖੋ ਜੀ ਵੀ ਆਪੋਜੀਸ਼ਨ ਸਾਨੂੰ ਜਿਹੜੀ ਉਹ ਬਦਨਾਮ ਕਰ ਰਹੀ ਆ ਤੇ ਇਸ ਕਰਕੇ ਕਿ ਭਾਈ ਆਪ ਮਹਿੰਗੇ ਟੀਕੇ ਲਵਾਉਂਦੇ ਆ ਤੇ ਸਾਡੀ ਜਿਹੜੀ ਆ ਉਹ ਬਦਨਾਮੀ ਜਿਹੜੀ ਵਾਰ-ਵਾਰ ਤੁਰੀ ਆ ਰਹੀ ਹੈ ਜੀ। ਕੋਵਿਡ ਦੇ ਮੱਦੇਨਜ਼ਰ ਜਿਸ ਤਰ੍ਹਾਂ ਅੱਜ ਅਪਡੇਟ ਆ ਰਹੀ ਹੈ ਸੁਰਿੰਦਰ ਜੀ ਕਿ ਭਾਰਤ ਭਰ ਦੇ ਵਿੱਚ ਜਿਹੜੀਆਂ ਕੋਵਿਡ ਪਾਬੰਦੀਆਂ 30 ਤਾਰੀਖ ਤੱਕ, ਇੱਕ ਆਪਾਂ ਸਰੋਤੇ ਜੁੜੇ ਨੇ, ਆਪਾਂ ਉਹਨਾਂ ਨੂੰ ਲੈ ਲਈ ਫਿਰ ਕੰਟੀਨਿਊ ਕਰਦੇ ਹਾਂ, ਉਹਨਾਂ ਦੇ ਜਜ਼ਬਾਤ ਵੀ ਨਾਲ ਲੈ ਲਈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨਰ ਹੋ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ, ਕੌਣ ਬੋਲ ਰਹੇ ਹੋ? ਪੁਰਸ਼ੋਤਮ ਸ਼ਰਮਾ। ਹਾਂਜੀ, ਪੁਰਸ਼ੋਤਮ ਸ਼ਰਮਾ, ਸੁਜਾਨਪੁਰ। ਹਾਂਜੀ ਬਾਈ ਜੀ, ਸੁਜਾਨਪੁਰ ਤੋਂ। ਕੀ ਹਾਲ ਚਾਲ ਹੈ ਭਾਜੀ, ਕੀ ਕਹਿਣਾ ਚਾਹੁੰਦੇ? ਜੀ ਮੈਂ ਉਹੀ ਤਾਂ ਸੋਚਣਾ ਭਾਈ ਪਹਿਚਾਣ ਲੈਂਦੇ ਫਟਾਫਟ ਕੀ ਹੋ ਗਿਆ ਭਾਈ? ਬੜੇ ਦਿਨ ਪ੍ਰੋਗਰਾਮ ਨਹੀਂ ਆਇਆ ਨਾ ਤੁਹਾਡਾ ਹੈਡਫੋਨ ਤੇ। ਹਾਂਜੀ, ਕਾਫੀ ਦਿਨ ਪ੍ਰੋਗਰਾਮ ਨਹੀਂ ਆਇਆ ਨਾ ਤੁਹਾਡਾ। ਹਾਂ, ਮੈਂ ਬਿਮਾਰ ਸੀ, ਫੈਮਿਲੀ ਸਾਰੀ ਬਿਮਾਰ ਸੀ। ਇਸ ਦੌਰਾਨ ਪਾਪਾ ਜੀ ਰੁਖਸਤ ਹੋ ਗਏ ਸੀ, 13 ਮਈ ਨੂੰ ਡੈਥ ਹੋ ਗਈ ਸੀ ਉਹਨਾਂ ਦੀ, ਇਸ ਕਰਕੇ ਬੰਦ ਸੀਗੇ ਪ੍ਰੋਗਰਾਮ ਸ਼ਰਮਾ ਸਾਹਿਬ। ਓ ਗੋਡ, ਮੈਂ ਵੀ ਉਹੀ ਦੇਖਣ ਤੇ ਹੀ ਮੈਂ ਭਾਜੀ ਕਾਫੀ ਦਿਨ ਤੋਂ ਆਏ ਨਹੀਂ ਹੈ। ਨਹੀਂ, ਮੈਂ ਸੋਸ਼ਲ ਸਾਈਟਸ ਤੇ ਤਾਂ ਅਪਡੇਟ ਪਾਤੀ ਸੀ, ਰੇਡੀਓ ਤੇ ਮੈਸੇਜ ਨਹੀਂ ਸੀ ਕੋਈ ਅਪਡੇਟ ਦਾ ਪਾਇਆ, ਸੋ ਇਸ ਕਰਕੇ ਜੀ ਸ਼ਰਮਾ ਸਾਹਿਬ। ਚਲੋ ਟੀਵਨ ਸਾਹਿਬ, ਮੇਰਾ ਅੱਜ ਵਿਸ਼ਾ ਸੀਗਾ ਕਿ ਜਿਸ ਤਰ੍ਹਾਂ ਚਾਈਨਾ ਚ ਔਰ ਉੱਤਰ ਕੋਰੀਆ ਦੇ ਵਿੱਚ ਹੈ ਨਾ ਉਹ ਸੋਸ਼ਲ ਮੀਡੀਆ ਸਾਰੇ ਬੰਦ ਕਰਤੇ, ਕਿ ਮੋਦੀ ਸਾਹਿਬ ਦਾ ਹੋਗਾ ਪਲਾਨ ਤੇ ਨਹੀਂ ਕੋਈ?
देखो हालात ਜਿਹੜੇ ਅੱਜ ਵੀ ਗ੍ਰਹਿ ਮੰਤਰਾਲੇ ਦੇ ਜਿਹੜੇ ਹੁਕਮ ਆਏ ਨੇ ਸ਼ਰਮਾ ਜੀ ਕਿ 30 ਜੂਨ ਤੱਕ ਜਿਹੜੀਆਂ ਇਹ ਕੋਵਿਡ ਦੀਆਂ ਪਾਬੰਦੀਆਂ ਜਿਹੜੀਆਂ ਜਾਰੀ ਰਹਿਣਗੀਆਂ। ਹਾਲਾਂਕਿ ਪੰਜਾਬ ਗਵਰਨਮੈਂਟ 10 ਆਪਾਂ ਇਹਦੇ ਤੇ ਅਪਡੇਟ ਲੈਣੇ ਕੋਈ ਨਹੀਂ ਸੁਰਿੰਦਰ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਥੈਂਕ ਯੂ ਸ਼ਰਮਾ ਸਾਹਿਬ, ਥੈਂਕ ਯੂ ਤੁਸੀਂ ਜੁੜੇ, ਮਿਹਰਬਾਨੀ। ਤੇ ਸੁਰਿੰਦਰ ਜੀ ਜਿਸ ਤਰ੍ਹਾਂ ਅੱਜ ਕੁਝ ਅਪਡੇਟਸ ਨੋਟੀਫਿਕੇਸ਼ਨ ਗਵਰਨਮੈਂਟ ਦੀ ਤਰਫੋਂ ਸੂਚਨਾਵਾਂ ਆਈਆਂ ਨੇ, ਨਵੇਂ ਹੁਕਮ ਆਏ ਨੇ ਜਿਸ ਦੇ ਮੱਦੇਨਜ਼ਰ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਜਿਹੜੇ ਹੁਕਮ ਨੇ ਦੇਸ਼ ਭਰ ਦੇ ਵਿੱਚ ਲਾਗੂ ਨੇ। ਸੂਬਿਆਂ ਦੀਆਂ ਸਰਕਾਰਾਂ ਨੂੰ ਕਿਹਾ ਗਿਆ ਕੇਂਦਰ ਵੱਲੋਂ ਕਿ ਜਿਹੜੇ ਇਲਾਕਿਆਂ 'ਚ ਕਰੋਨਾ ਕੇਸ ਜ਼ਿਆਦਾ ਨੇ ਉਹਨਾਂ ਇਲਾਕਿਆਂ ਨੂੰ ਕੰਟੇਨਮੈਂਟ ਨਿਯਮਾਂ ਦੀ ਪਾਲਣਾ ਦੇ ਵਿੱਚ ਰੱਖਿਆ ਜਾਵੇ। ਇਸ ਦੇ ਨਾਲ ਜਿਹੜੇ ਕੰਟੇਨਮੈਂਟ ਨਿਯਮ ਨੇ ਉਹਨਾਂ ਦੀ ਪਾਲਣਾ ਨਾਲ ਕੋਵਿਡ ਦੇ ਕੇਸ ਘਟਣੇ ਵੀ ਸ਼ੁਰੂ ਹੋਏ ਨੇ ਤੇ ਇਹਨਾਂ ਪਾਬੰਦੀਆਂ ਨੂੰ ਹਰ ਹਾਲ ਦੇ ਵਿੱਚ ਰੱਖਿਆ ਜਾਵੇ। ਜਾਣੀ ਕਿ ਇਹ ਹੁਕਮ 30 ਜੂਨ ਤੱਕ ਲਾਗੂ ਰਹਿਣਗੇ ਕੰਟੋਨਮੈਂਟ ਜਿੱਥੇ ਜਿੱਥੇ ਬਣੇ ਹੋਏ ਨੇ। ਇਸ ਨਾਲ ਜੇ ਪੰਜਾਬ ਸਰਕਾਰ ਦੀ ਅਪਡੇਟ ਲਈਏ ਤਾਂ ਪੰਜਾਬ ਸਰਕਾਰ ਦੇ ਜਿਹੜੇ ਅੱਜ ਨਵੇਂ ਹਕੂਕ ਕਪਤਾਨ ਸਾਹਿਬ ਦੀ ਤਰਫੋਂ ਆਏ ਨੇ, ਹੁਕਮ ਹਕੂਕ ਤਾਂ ਨਹੀਂ, ਤੇ ਉਹਨਾਂ ਦੇ ਮੱਦੇਨਜ਼ਰ ਜਿਹੜੀਆਂ ਸੂਬੇ 'ਚ ਜਾਰੀ ਪਾਬੰਦੀਆਂ ਨੇ ਉਹਨਾਂ ਨੂੰ 10 ਜੂਨ ਤੱਕ ਫਿਲਹਾਲ ਵਧਾ ਦਿੱਤਾ। ਹਾਲਾਂਕਿ ਸਰਕਾਰ ਨੇ ਜਿਹੜੇ ਨਿੱਜੀ ਕੋਈ ਪਰਸਨਲ ਕਿਸੇ ਦੀਆਂ ਕਾਰਾਂ ਨੇ ਉਹਨਾਂ ਦੇ ਵਿੱਚ ਜਿਹੜੀ ਮੁਸਾਫਰਾਂ ਦੀ ਗਿਣਤੀ ਸੀ ਕਿ 3 ਜਾਂ 2 ਜੋ ਵੀ ਸੀਗੀ ਉਹ ਪਾਬੰਦੀਆਂ ਵੀ ਖਤਮ ਕਰ ਦਿੱਤੀਆਂ। ਜਾਣੀ ਹੁਣ ਆਮ ਸਿਟਿੰਗ ਕਾਰਾਂ ਦੇ ਵਿੱਚ ਨਾਰਮਲ ਕੀਤੀ ਜਾਏਗੀ ਜਿੰਨਾ ਕਿ ਤੁਸੀਂ ਕਰ ਸਕਦੇ ਹੋ। ਇਹ ਨਹੀਂ ਕਿ ਤੁਸੀਂ 2 ਜਾਂ 3 ਬੰਦੇ ਹੀ ਸਫ਼ਰ ਕਰ ਸਕਦੇ ਹੋ। ਇਸ ਦੇ ਨਾਲ ਹਸਪਤਾਲਾਂ ਦੇ ਵਿੱਚ ਵੀ ਜਿਹੜੇ 94 ਆਪਰੇਸ਼ਨ ਨੇ ਤੇ OPD ਜਿਹੜੀਆਂ ਬੰਦ ਸੀਗੀਆਂ ਉਹ ਵੀ ਖੋਲ੍ਹ ਦਿੱਤੀਆਂ ਨੇ। ਇਹ ਪਾਬੰਦੀਆਂ 10 ਜੂਨ ਤੱਕ ਵਧਾਉਣ ਦਾ ਫੈਸਲਾ ਕੈਪਟਨ ਅਮਰਿੰਦਰ ਸਿੰਘ ਦੀ ਅੱਜ ਹੋਈ ਮੀਟਿੰਗ ਦੇ ਵਿੱਚ ਸਮੀਖਿਆ ਦੇ ਦੌਰਾਨ ਲਿਆ ਗਿਆ। ਹੁਣ ਕੇਂਦਰ ਸਰਕਾਰ ਤਾਂ 30 ਤਰੀਕ ਤੱਕ ਪਾਬੰਦੀਆਂ ਲਾ ਰਿਹਾ ਕਿਉਂਕਿ ਉਹਨਾਂ ਨੂੰ ਸ਼ਾਇਦ ਜ਼ਿਆਦਾ ਸਿਆਸੀ ਡਰ ਵੀ ਹੈ ਨਾ ਅੰਦੋਲਨ ਤੋਂ। ਪਰ ਪੰਜਾਬ ਸਰਕਾਰ ਹੁਣ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਲੋਕ ਖਾਸ ਕਰਕੇ ਜਿਹੜੀਆਂ ਯੂਨੀਅਨਸ ਨੇ ਹੁਣ ਅਗਰਾਹਾਂ ਗਰੁੱਪ ਵੱਲੋਂ ਜਿਸ ਤਰ੍ਹਾਂ 3 ਦਿਨ ਬੰਦ ਕੀਤਾ ਜਾ ਰਿਹਾ ਉਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਲੋਕਡਾਊਨ ਨੂੰ ਥੋੜ੍ਹਾ ਜਿਹਾ ਘਟਾ ਰਹੀ ਹੈ। ਅੱਜ ਵੀ ਮੈਂ ਬਾਜ਼ਾਰ ਗਿਆ ਸੀ ਦੇਖਿਆ ਪੂਰੀ ਸੁੰਨ ਪਸਰੀ ਹੈ। ਪਰ ਮੈਂ 2-3 ਲੈਬਸ ਦੇ ਵਿੱਚ ਗਿਆ ਸੀ ਥੋੜ੍ਹਾ ਆਪਣਾ ਚੈੱਕਅਪ ਕਰਾਉਣਾ ਸੀਗਾ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਜਿੱਥੇ ਟੈਸਟ ਕਰਾਉਂਦੇ ਸੀ ਕੋਵਿਡ ਦਾ ਕਰਾਇਆ ਸੀ ਮੈਂ ਕਿਹਾ ਵੀ ਕੀ ਪੋਜੀਸ਼ਨ ਹੈ। ਕਹਿੰਦਾ ਜੀ ਅੱਗੇ ਜਦੋਂ ਤੁਸੀਂ ਕਰਾ ਕੇ ਗਏ ਸੀ ਜਾਂ ਉਸ ਤੋਂ ਪਹਿਲਾਂ ਮਹੀਨਾ 20 ਦਿਨ ਪਹਿਲਾਂ ਤੱਕ 90 ਕਹਿੰਦਾ ਕੇਸ ਅਸੀਂ ਰੋਜ਼ ਮਤਲਬ ਨੈਗੇਟਿਵ ਪੋਜ਼ਿਟਿਵ ਕੱਢਦੇ ਸੀਗੇ ਤੇ ਅੱਜ ਕਹਿੰਦਾ ਸਿਰਫ 10 ਕੇਸ ਆਏ ਨੇ ਸਾਡੇ ਕੋਲ ਟੈਸਟਿੰਗ ਵਾਸਤੇ ਪੇਸ਼ੈਂਟ ਆਏ ਨੇ। ਮਤਲਬ ਉਦੋਂ 90 ਤੱਕ ਆਉਂਦੇ ਸੀ ਜਾਣੀ ਕਿ ਵੇਵ ਤਾਂ ਘਟੀ ਹੈ। ਇਹ ਖੁਸ਼ ਖਬਰ ਹੈ ਤੇ ਕਿਤੇ ਨਾ ਕਿਤੇ ਪੰਜਾਬ ਸਰਕਾਰ ਵੀ ਪਾਬੰਦੀਆਂ ਜਿਹੜੀਆਂ ਘਟਾ ਰਹੀ ਹੈ। ਦੂਸਰਾ ਕਿਤੇ ਨਾ ਕਿਤੇ ਜਥੇਬੰਦੀਆਂ ਦਾ ਵੀ ਪ੍ਰੈਸ਼ਰ ਹੈਗਾ ਕਿਉਂਕਿ ਜਿਹੜੀਆਂ ਮੌਤਾਂ ਅੱਗੇ ਕਰੋਨਾ ਖਾਤੇ ਪੈਂਦੀਆਂ ਸੀਗੀਆਂ ਉਹ ਵੀ ਬੰਦ ਹੋਈਆਂ ਨੇ। ਕੀ ਕਹਿਣਾ ਚਾਹੋਗੇ? ਕੰਟੀਨਿਊ ਪਲੀਜ਼। ਧਰਮਿੰਦਰ ਦੇਖੋ ਗੱਲ ਇਹ ਹੈ ਕਿ ਇਹਦੇ 'ਚ ਕੋਈ ਦੋ ਰਾਇ ਨਹੀਂ ਗਿਆ ਕਿ ਪਹਿਲਾਂ ਨਾਲੋਂ ਵੇਵ ਜਿਹੜੀ ਆ ਉਹ ਘਟੀ ਆ, ਠੀਕ ਹੈ। ਪਰ ਗੱਲ ਤੇ ਇਹ ਹੈ ਕਿ ਦੇਖੋ ਅੱਧ ਮਾਰਚ ਦਾ ਮਹੀਨਾ, ਅਪ੍ਰੈਲ ਦਾ ਪੂਰਾ ਤੇ ਮਈ ਦਾ ਪੂਰਾ ਤਕਰੀਬਨ ਲੰਘ ਗਿਆ। ਹੁਣ ਇਹਨਾਂ ਨੇ 10 ਜੂਨ ਤੱਕ ਜਿਹੜੀਆਂ ਪਾਬੰਦੀਆਂ ਜਿਹੜੀਆਂ ਉਹ ਜਿਉਂ ਦੀਆਂ ਤਿਉਂ ਰੱਖ ਦਿੱਤੀਆਂ। ਥੋੜੀ ਬਹੁਤੀ ਰਿਲੈਕਸੇਸ਼ਨ ਜਿਹੜੀ ਦਿੱਤੀ ਹੈ ਜ਼ਿਆਦਾ ਨਹੀਂ ਦਿੱਤੀ ਹੈ। ਪਰ ਗੱਲ ਤੇ ਆ ਵੀ ਇਸ ਸਮੇਂ ਦੇ ਦੌਰਾਨ ਜਿਹੜੀ ਲੋਕਾਂ ਦੀ ਲੁੱਟ ਖਸੁੱਟ ਹੋਈ ਆ ਉਸ ਲੁੱਟ ਖਸੁੱਟ ਦਾ ਜ਼ਿੰਮੇਵਾਰ ਕੌਣ ਆ ਉਹਦੇ ਵੱਲ ਕਿਸੇ ਨੇ ਝਾਤੀ ਨਹੀਂ ਮਾਰੀ। ਹੁਣ ਕੈਪਟਨ ਸਾਹਿਬ ਨੇ ਇੱਕ ਅੱਜ ਐਲਾਨ ਕਰ ਦਿੱਤਾ ਕਿ ਦੇਖੋ ਜੀ ਵੀ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨ ਜਿਹੜੇ ਹਾਲਾਤ ਦੇ ਮੁਤਾਬਕ ਜਿਹੜੇ ਨਿਯਮ ਆ ਉਹਨਾਂ ਵਿੱਚ ਤਬਦੀਲੀਆਂ ਕਰ ਸਕਦੇ ਆ। ਇਹਦੇ ਨਾਲ ਜਿਹੜੇ ਨਿੱਜੀ ਹਸਪੀਟਲ ਸੀ ਜਿੱਥੇ ਲੁੱਟਾਂ ਵੀ ਹੋਈਆਂ ਨੇ ਔਰ ਰੱਜ ਕੇ ਹੋਈਆਂ ਨੇ ਉੱਥੇ ਫੈਸਲਾ ਲੈ ਲਿਆ ਕਿ ਨਿੱਜੀ ਹਸਪੀਟਲ ਜਿਹੜੇ ਹਸਪਤਾਲ ਦੇ ਬਾਹਰ 11 ਬਾਏ 5 ਫੁੱਟ ਦਾ ਮਤਲਬ 11 ਫੁੱਟ ਲੰਬਾ 5 ਫੁੱਟ ਉੱਚਾ ਜਿਹੜਾ ਉਹ ਬੋਰਡ ਲਾਉਣਗੇ ਉਹਦੇ ਉੱਤੇ ਸਾਰੇ ਰੇਟ ਲਿਖੇ ਹੋਣਗੇ। ਇਹਨਾਂ ਨੂੰ ਪੁੱਛੋ ਵੀ ਰੇਟ ਤਾਂ ਪਹਿਲਾਂ ਵੀ ਲਿਖੇ ਹੋਏ ਆ, ਉਹਨਾਂ ਰੇਟਾਂ ਨੂੰ ਕੌਣ ਮੰਨਦਾ? ਅੱਜ ਤੱਕ ਕਦੀ ਕਿਸੇ ਨੂੰ ਪੱਕਾ ਬਿੱਲ ਕੱਟ ਕੇ ਦਿੱਤਾ ਗਿਆ? ਉਹਦੇ ਕਾਊਂਟਰ ਤੇ ਪੇਮੈਂਟ ਜਮ੍ਹਾਂ ਕਰਾ ਲਈ ਤੇ ਗੱਲ ਖਤਮ ਹੋ ਗਿਆ। ਜਿਸ ਤਰ੍ਹਾਂ ਹੁਣ ਸਾਡੇ ਤਾਂ ਪੇਸ਼ੈਂਟ ਰਹੇ ਮੇਰੇ ਫਾਦਰ ਸਾਹਿਬ ਆਪਣੇ ਤਕਰੀਬਨ ਜਿਹੜੇ ਆਮ ਸਾਰੇ ਹਸਪੀਟਲ ਨੇ ਹੁਣ ਇੱਕ ਆਮ ਆਦਮੀ ਪਾਰਟੀ ਵਾਲੇ ਸੱਜਣ ਦਾ ਚਲੋ ਆਪਾਂ ਨਾਂ ਨਾ ਲਈਏ ਉਹਨਾਂ ਦਾ 10-11 ਹਜ਼ਾਰ ਰੇਟ ਹੈ ਤੁਹਾਡੀ ਰਿਹਾਇਸ਼ ਵਾਲਾ ਹੈ। ਇੱਧਰ ਪ੍ਰਾਈਮ ਹੈ ਜਾਂ ਹੋਰ ਹਸਪੀਟਲ ਨੇ ਇਹਨਾਂ ਦਾ ਰੇਟ 16-17 ਹਜ਼ਾਰ ਤੱਕ ਹੈ ਕੋਲੰਬੀਆ ਏਸ਼ੀਆ ਦਾ ਸਾਰਿਆਂ ਦਾ। ਪਰ ਜੇ ਦੇਖਿਆ ਜਾਵੇ ਪਰ ਰੂਮ ਮਤਲਬ ਜਿਵੇਂ ਛੋਟੇ ਹਸਪੀਟਲ ਵੀ ਨੇ ਨਹੀਂ 16,000 ਜਾਂ 10,000 ਕੋਈ ਐਡੀ ਗੱਲ ਨਹੀਂ। ਇਹ ਠੀਕ ਹੈ ਕਿ ਕੋਵਿਡ ਵਾਰਡ ਦੇ ਵਿੱਚ PP ਕਿੱਟ ਪਾਉਣੀ ਪੈਂਦੀ ਹੈ, ਕੁਛ ਪਾਬੰਦੀਆਂ ਨੇ, ਪਰ ਇਹ ਬਿਨਾਂ ਵੈਂਟੀਲੇਟਰ ਤੋਂ ਹੈ। ਜੇ ਵੈਂਟੀਲੇਟਰ ਹੈ ਫਿਰ ਤੇ 25-30 ਹਜ਼ਾਰ ਪਰ ਡੇ ਹੈ। ਬਿਨਾਂ ਵੈਂਟੀਲੇਟਰ ਤੋਂ ਜੇ 16,000 ਤੱਕ ਰੇਟ ਹੈ। ਹੁਣ ਗਵਰਨਮੈਂਟ ਨੇ ਵੀ 8 ਤੋਂ 18 ਹਜ਼ਾਰ ਆਪਣੇ ਕੋਲੋਂ ਦੇਣ ਦਾ ਐਲਾਨ ਕਰ ਦਿੱਤਾ। ਜਿਹੜੇ ਸਰਬੱਤ ਸਿਹਤ ਯੋਜਨਾ ਅਧੀਨ 39 ਲੱਖ ਲੋਕ ਆਉਂਦੇ ਨੇ ਉਹਨਾਂ ਦਾ। ਪਰ ਕਿਤੇ ਨਾ ਕਿਤੇ ਇਹਦੇ 'ਚ ਮਤਲਬ ਰੂਮ ਦਾ ਸਾਰਾ ਕੁਛ ਮਿਲਾ ਕੇ ਜੇ ਦੇਖਿਆ ਜਾਵੇ
ਟੂ ਮੱਚ ਹੈ। ਆਮ ਦਿਨਾਂ 'ਚ ਇੰਨਾ ਨਹੀਂ ਹੁੰਦਾ। ਇਹ ਠੀਕ ਹੈ ਕਿ ਕਰੋਨਾ ਪੇਸ਼ੈਂਟ ਦੇ ਵਾਸਤੇ ਰੱਖ ਰਖਾਅ ਜ਼ਿਆਦਾ ਹੈ, ਪਰ ਜਿਹੜੇ ਉੱਥੇ ਵਰਕਰ ਕੰਮ ਕਰਦੇ ਨੇ ਉਹਨਾਂ ਦੇ ਵੇਜਸ ਉਨੇ ਹੀ ਨੇ ਜਿੰਨੇ ਪਹਿਲਾਂ ਸੀ। ਹਾਲਾਂਕਿ ਉਹਨਾਂ ਨੂੰ ਜਾਨ ਜੋਖਮ 'ਚ ਵੱਧ ਆਉਣਾ ਪੈਂਦਾ ਹੈ। ਠੀਕ ਹੈ, PPE ਕਿਟ ਜਾਂ ਹੋਰ ਪ੍ਰੀਕਾਸ਼ਨ ਵਰਤਣੇ ਪੈਂਦੇ ਨੇ, ਪਰ ਕਿਤੇ ਨਾ ਕਿਤੇ ਉੱਥੇ ਵੀ ਕੰਟਰੋਲ ਚਾਹੀਦਾ ਸੀਗਾ ਥੋੜਾ ਬਹੁਤਾ। ਤੁਹਾਡੀ ਗੱਲ ਵਾਜਬ ਹੈ ਜੀ। ਬਿਲਕੁਲ ਪਰਮਿੰਦਰ, ਚਾਹੀਦਾ ਸੀ ਪਰ ਹੋ ਨਹੀਂ ਸਕਿਆ। ਮੈਂ ਉਹੀ ਤੇ ਕਿਹਾ ਕਿ ਦੇਖੋ 2.5 ਮਹੀਨੇ ਤੁਸੀਂ ਲੋਕਾਂ ਦੀ ਲੁੱਟ ਖਸੁੱਟ ਕਰਕੇ, ਲੋਕਾਂ ਦਾ ਜਲੂਸ ਕੱਢ ਕੇ, ਠੀਕ ਹੈ, ਸ਼ਮਸ਼ਾਨ ਘਾਟ ਦੇ ਵਿੱਚ ਜਗ੍ਹਾ ਨਹੀਂ ਮਿਲੀ, ਅਸਥੀਆਂ ਪਾਉਣ ਦੇ ਲਈ ਜਗ੍ਹਾ ਨਹੀਂ ਮਿਲੀ, ਠੀਕ ਹੈ। ਮਤਲਬ ਜੋ ਕੁਝ ਜਲੂਸ ਨਿਕਲਣਾ ਸੀ, ਜਿਹੜਾ ਕੁਝ 2020 ਚ ਨਿਕਲਿਆ ਸੀ, ਉਹੀ ਕੁਝ ਤੋਂ ਵੱਧ ਜਿਹੜਾ 2021 ਚ ਨਿਕਲਿਆ। ਹੁਣ ਆ ਕੇ ਤੁਸੀਂ ਜਿਹੜੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਨੇ, ਇਹਨਾਂ ਦਾ ਹੁਣ ਨਵੀਆਂ ਦਾ ਕਰਨ ਦਾ ਕੀ ਫਾਇਦਾ ਹੋਇਆ? ਘੱਟੋ ਘੱਟ ਇਹ ਸੀ ਕਿ ਹਦਾਇਤਾਂ ਜਿਹੜੀਆਂ ਇਹ ਉਸ ਵਕਤ ਜਾਰੀ ਕੀਤੀਆਂ ਹੁੰਦੀਆਂ, ਉਸ ਵਕਤ ਸਿਸਵਾ ਮਹਿਲ ਤੋਂ ਬਾਹਰ ਨਿਕਲਦੇ ਮੁੱਖ ਮੰਤਰੀ ਦਾ ਇੱਕ ਘੱਟੋ ਘੱਟ ਹੱਕ ਬਣਦਾ ਸੀ, ਇਹ ਸੀ ਕਿ ਉਹ ਪਬਲਿਕਲੀ ਬਾਹਰ ਨਿਕਲਦਾ, ਪਬਲਿਕ ਨੂੰ ਨਾ ਮਿਲਦਾ। ਘੱਟੋ ਘੱਟ ਜਿਹੜੇ ਹਸਪੀਟਲ ਸੀ ਉਹਨਾਂ ਦੇ ਸਾਹਮਣੇ ਦੇ ਵੀ ਲੰਘਦਾ ਤਾਂ ਉਹਨਾਂ ਨੂੰ ਡਰ ਹੁੰਦਾ ਕਿ ਮੁੱਖ ਮੰਤਰੀ ਖੁਦ ਰੋਡ ਤੇ ਫਿਰ ਰਿਹਾ। ਪਰ ਮੁੱਖ ਮੰਤਰੀ ਤਾਂ ਆਮ ਟਾਈਮ 'ਚ ਨਹੀਂ ਨਿਕਲਿਆ। ਆਮ ਜਿਸ ਵੇਲੇ ਕੋਈ ਪ੍ਰੋਬਲਮ ਨਹੀਂ ਸੀ ਉਦੋਂ ਨਹੀਂ ਸੀ ਬਾਹਰ ਨਿਕਲਦਾ। ਹੁਣ ਤਾਂ ਮੁੱਖ ਮੰਤਰੀ ਨੇ ਕਿੱਥੋਂ ਬਾਹਰ ਨਿਕਲਣਾ? ਕਿਤੇ ਨਾ ਕਿਤੇ ਗੱਲ ਤਾਂ ਇਹ ਆ ਕਿ ਜਦੋਂ ਤੁਸੀਂ ਬਾਹਰ ਨਹੀਂ ਨਿਕਲੋਗੇ ਤੇ ਬਿਊਰੋਕ੍ਰੇਸੀ ਜਿਹੜੀ ਆ, ਬਿਊਰੋਕ੍ਰੇਸੀ ਦਾ ਵੀ ਡਰ ਚੱਕਿਆ ਜਾਏਗਾ, ਤੇ ਬਿਊਰੋਕ੍ਰੇਸੀ ਦਾ ਜਦੋਂ ਡਰ ਚੱਕਿਆ ਗਿਆ ਤਾਂ ਉਦੋਂ ਜਿਹੜੀ ਲੁੱਟ ਖਸੁੱਟ ਕਰਨ ਵਾਲੇ ਆ ਫਿਰ ਉਹਨਾਂ ਦਾ ਵੀ ਡਰ ਜਿਹੜਾ ਉਹ ਚੱਕਿਆ ਜਾਂਦਾ ਵਾ। ਹੁਣ ਦੇਖੋ ਜਿਹੜਾ 500 ਤੋਂ ਉੱਪਰ ਇਹਨਾਂ ਕੋਲੇ ਆਇਆ ਸੀਗਾ, ਜਿਹੜਾ ਵੈਂਟੀਲੇਟਰ ਆਇਆ ਸੀ ਭਾਰਤ ਸਰਕਾਰ ਤੋਂ, 139 ਉਹਦੇ ਚੋਂ ਖਰਾਬ ਨਿਕਲੇ ਆ ਹੁਣ ਤੱਕ। ਉਹ ਹੁਣ ਇਹ ਕਹਿੰਦੇ ਆ ਖਰਾਬ ਨੇ। ਭਾਰਤ ਸਰਕਾਰ ਤੁਹਾਡੇ ਕੋਲ ਚਲਾਉਣ ਵਾਲੇ ਵਿਅਕਤੀ ਹੀ ਨਹੀਂ ਹੈ। ਗਵਰਨਮੈਂਟ ਆਫ ਇੰਡੀਆ ਦਾ ਹੈਲਥ ਡਿਪਾਰਟਮੈਂਟ ਦੋਨੋਂ ਆਪਸ ਚ ਲੜੀ ਜਾ ਰਹੇ, ਠੀਕ ਹੈ। ਜਲੂਸ ਕਿਹਦਾ ਨਿਕਲ ਰਿਹਾ? ਆਮ ਪਬਲਿਕ ਦਾ ਨਿਕਲ ਰਿਹਾ। ਜ਼ਿੰਮੇਵਾਰੀ ਕਿਹਦੀ ਬਣਦੀ ਸੀ? ਜ਼ਿੰਮੇਵਾਰੀ ਦੋਨਾਂ ਤਰ੍ਹਾਂ ਦੀ ਬਣਦੀ ਸੀ। ਉਹ ਭਾਵੇਂ ਇੱਕ ਦੇ MP ਜਿਤਾ ਕੇ ਦਿੱਤੇ, ਦੂਜੇ ਦੇ MLA ਜਿਤਾ ਕੇ ਦਿਆ। ਇੱਕ ਪ੍ਰਾਈਮ ਮਿਨਿਸਟਰ ਚੁਣਿਆ, ਦੂਜਾ ਮੁੱਖ ਮੰਤਰੀ ਚੁਣਿਆ ਲੋਕਾਂ ਨੇ। ਕਾਹਦੇ ਲਈ ਚੁਣਿਆ? ਇਹ ਮਾਲਸ਼ਾ ਕਰਾਉਣ ਲਈ ਥੋੜ੍ਹੀ ਚੁਣਿਆ, ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਦੇ ਲਈ ਚੁਣਿਆ ਸੀ। ਪਰ ਬਦਕਿਸਮਤੀ ਉਹ ਕੁਛ ਨਹੀਂ ਸੀ ਹੋਇਆ ਜਿਹੜਾ ਕੁਛ ਹੋਣਾ ਚਾਹੀਦਾ ਸੀਗਾ। ਕਿਤੇ ਨਾ ਕਿਤੇ ਇਹਨਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਸਰਕਾਰਾਂ ਜਿਹੜੀਆਂ ਭੱਜੀਆਂ ਨੇ, ਜਦੋਂ ਸਰਕਾਰਾਂ ਭੱਜਣ ਤਾਂ ਫਿਰ ਇਹੀ ਹਸ਼ਰ ਜਿਹੜਾ ਉਹ ਹੋਇਆ ਕਰਦਾ ਵਾ ਜੀ। ਇਸ ਦੇ ਨਾਲ ਭਾਰਤ ਸਰਕਾਰ ਦੀ ਕਰੋਨਾ ਮੁਤਲਕ ਕੋਈ ਅਪਡੇਟ ਹੋਵੇ ਉਹਦੇ ਤੇ ਆਪਾਂ ਗੱਲ ਕਰਦੇ ਹਾਂ। ਇੱਕ 26 ਜਨਵਰੀ ਹਿੰਸਾ ਮਾਮਲੇ ਦੇ ਵਿੱਚ ਅਪਡੇਟ ਆਈ ਹੈ ਕਿ ਇਸ ਦੌਰਾਨ ਜਿਹੜੇ 26 ਜਨਵਰੀ ਨੂੰ ਲਾਲ ਕਿਲੇ ਦੇ ਵਿੱਚ ਹਿੰਸਾ ਮਾਮਲਾ ਵਾਪਰਿਆ ਸੀਗਾ, ਉਸ ਮਾਮਲੇ 'ਚ ਦਾਖਲ ਕੀਤੀ ਗਈ ਚਾਰਜ ਸ਼ੀਟ ਦੇ ਵਿੱਚ ਦਿੱਲੀ ਪੁਲਿਸ ਨੇ ਇਹ ਦਾਅਵਾ ਕਰ ਦਿੱਤਾ ਕਿ ਕਿਸਾਨਾਂ ਨੇ ਇਹ ਸਾਰੀ ਸਾਜ਼ਿਸ਼ ਇਸ ਲਈ ਘੜੀ ਸੀ ਕਿ ਉਹ ਲਾਲ ਕਿਲੇ ਤੇ ਕਬਜ਼ਾ ਕਰਕੇ ਇਸ ਨੂੰ ਕੇਂਦਰ ਸਰਕਾਰ ਦੇ 3 ਖੇਤੀ ਕਾਨੂੰਨਾਂ ਖਿਲਾਫ ਧਰਨਾ ਪ੍ਰਦਰਸ਼ਨ ਵਾਸਤੇ ਨਵੀਂ ਥਾਂ ਵਜੋਂ ਤਬਦੀਲ ਕਰਨ। ਪੁਲਿਸ ਚਾਰਜ ਸ਼ੀਟ ਦੇ ਵਿੱਚ ਇਸ ਗੱਲ ਦਾ ਦਾਅਵਾ ਕੀਤਾ ਕਿ ਇਹ ਡੂੰਘੀ ਤੇ ਸੋਚੀ ਸਮਝੀ ਸਾਜ਼ਿਸ਼ ਹੈ। ਗਣਤੰਤਰ ਦਿਵਸ ਦੇ ਮੌਕੇ ਤੇ ਇਹਨਾਂ ਨੇ ਲਾਲ ਕਿਲੇ ਤੇ ਕਬਜ਼ਾ ਕਰਨ ਦੀ ਯੋਜਨਾ ਬਣਾਈ ਸੀ ਤੇ ਬੜੀ ਤਜਵੀਜ਼ ਦੇ ਨਾਲ ਇਹ ਟਰੈਕਟਰ ਟਰਾਲੀਆਂ ਲੈ ਕੇ ਹਰਿਆਣਾ ਪੰਜਾਬ ਤੋਂ ਇਹ ਜਿਹੜੀ ਵੱਡੀ ਤਾਦਾਦ ਦੇ ਵਿੱਚ ਅੰਕੜੇ ਆਏ ਸੀ। ਜਿੰਨੇ ਟਰੈਕਟਰ ਟਰਾਲੀਆਂ ਜ਼ਿਆਦਾ ਆਏ ਉਹ ਵੀ ਪੁਲਿਸ ਨੇ ਜਿਹੜਾ ਹੈਗਾ ਦਿੱਲੀ ਪੁਲਿਸ ਨੇ ਜਿਹੜਾ ਹੈਗਾ ਕੋਰਟ ਦੇ ਵਿੱਚ ਦਾਖਲ ਕੀਤਾ। ਇਸ ਕੇਸ ਤੇ 28 ਮਈ ਨੂੰ ਸੁਣਵਾਈ ਭਲਕੇ ਹੋਣੀ ਹੈ। ਇਹ ਜਿਹੜੀ ਹੁਣ ਕਹਾਣੀ ਪੁਲਿਸ ਦਿੱਲੀ ਨੇ ਘੜੀ ਹੈ ਕਿ ਭਾਈ ਉਹ ਤਾਂ ਕਹਿੰਦੇ ਸੀ ਨਾ ਜਾਓ, ਜਾਣ ਵਾਲੀਆਂ ਧਿਰਾਂ ਦਾ ਪਤਾ ਹੀ ਨਹੀਂ ਕਿਹੜਾ ਸੀ। ਈਵਨ ਲਾਲ ਕਿਲੇ ਤੇ ਜਾਣ ਨੂੰ ਤਾਂ ਪੰਧੇਰ ਹੋਰਾਂ ਨੇ ਵੀ ਨਹੀਂ ਕਿਹਾ, ਉਹ ਵੀ ਕਹਿੰਦੇ ਸੀ ਰਿੰਗ ਰੋਡ ਜਾਣਾ ਸੀ। ਫਿਰ ਕਿਸਾਨ ਕਿਹੜੇ ਸੀ ਜਿਹੜੇ ਉਹਨਾਂ ਨੇ ਲਾਲ ਕਿਲੇ ਦੀ ਸਾਜ਼ਿਸ਼? ਉਹਦਾ ਫਿਰ ਦੀਪ ਸਿੱਧੂ ਹੋਰੀ ਜਾਂ ਉਹੀ ਸੀਗੇ, ਜਾਂ ਨਿਹੰਗ ਇਕਬਾਲ ਸਿੰਘ ਸੀ, ਜਾਂ ਉਹ ਜੁਗਰਾਜ ਸਿੰਘ ਸੀ ਜਿਹਨੇ ਝੰਡਾ ਲਹਿਰਾਇਆ। ਬਾਕੀ ਕਿਸਾਨਾਂ ਨੇ ਉਸ ਦਿਨ ਜਾਂ ਕੀ ਸਿੱਧੀ ਸ਼ਮੂਲੀਅਤ ਕੀਤੀ ਹੈ? ਕੀ ਵਾਕਿਆ ਹੀ ਕਿਸਾਨਾਂ ਦੀ ਇਹ ਮਨਸ਼ਾ ਸੀ ਇਹਨਾਂ ਯੂਨੀਅਨ ਦੀ ਕਿ ਉਹ ਲਾਲ ਕਿਲੇ ਤੇ ਕਬਜ਼ਾ ਕਰਕੇ ਉੱਥੋਂ ਅੰਦੋਲਨ ਚਲਾਉਣ, ਜਿਵੇਂ ਦਿੱਲੀ ਪੁਲਿਸ ਨੇ ਕਹਾਣੀ ਘੜੀ ਹੈ? ਜੀ ਸੁਰਿੰਦਰ ਜੀ। ਮਾਫੀ ਚਾਹਾਂਗੇ ਕਿ ਸੁਰਿੰਦਰ ਬਾਈ ਜੀ ਉਹਨਾਂ ਦੀ ਲਾਈਨ ਡਿਸਕਨੈਕਟ ਹੋ ਗਈ, ਇੰਟਰਨੈਟ ਦੀ ਥੋੜੀ ਦਿੱਕਤ ਆ ਰਹੀ ਸੀ। ਤੇ ਇਸ ਦੌਰਾਨ ਤੁਸੀਂ ਕੋਈ ਗੱਲਬਾਤ ਕਰਨੀ ਹੋਵੇ, ਆਪ ਦਾ ਸਵਾਗਤ ਹੈ। ਕੀ ਤੁਹਾਨੂੰ ਇਹ ਲੱਗਦਾ ਹੈ ਜਿਵੇਂ ਦਿੱਲੀ ਪੁਲਿਸ ਨੇ ਕਹਾਣੀ ਘੜੀ ਹੈ ਕਿ ਕਿਸਾਨ ਵਾਕਿਆ ਹੀ
ਜਿਹੜੀ ਧਰਨੇ ਵਾਲੀ ਜਗ੍ਹਾ ਦੇ ਰੂਪ ਦੇ ਵਿੱਚ ਵਰਤਣਾ ਚਾਹੁੰਦੇ ਸੀ ਲਾਲ ਕਿਲੇ ਨੂੰ, ਕੀ ਉਹ ਪੂਰੀ ਪਲੈਨਿੰਗ ਦੇ ਨਾਲ? ਦੇਖੋ, ਜੇ ਵਰਤਣਾ ਚਾਹੁੰਦੇ ਸੀ, ਜਦੋਂ ਉਹਨਾਂ ਨੇ ਉੱਥੇ ਝੰਡਾ ਲਹਿਰਾ ਦਿੱਤਾ, ਕਬਜ਼ਾ ਕਰ ਲਿਆ, ਤਾਂ ਫਿਰ ਉੱਥੇ ਠੀਕ ਹੈ। ਪੰਧੇਰ ਹੋਰਾਂ ਨੇ ਕਿਹਾ ਕਿ ਲਾਲ ਕਿਲੇ ਆ ਜਾਓ, ਇੱਥੇ ਧਰਨਾ ਚੱਲੇ, ਪਰ ਆਇਆ ਕੌਣ? ਪੰਧੇਰ ਹੋਣੀ ਖੁਦ ਉੱਥੇ ਨਹੀਂ ਰੁਕੇ, ਸਤਨਾਮ ਸਿੰਘ ਪੰਨੂ ਹੋਰੀ ਖੁਦ ਉੱਥੇ ਨਹੀਂ ਰੁਕੇ ਲਾਲ ਕਿਲੇ ਦੇ, ਲੱਖਾ ਸਦਾਣਾ ਖੁਦ ਉੱਥੇ ਨਹੀਂ ਰੁਕਿਆ। ਜੇ ਕਬਜ਼ਾ ਕਰ ਵੀ ਲਿਆ ਸੀ ਤਾਂ ਫਿਰ ਉੱਥੇ ਰੁਕੇ ਕਿਉਂ ਨਹੀਂ? ਸੋ ਇਹ ਮਤਲਬ ਪੁਲਸੀਆ ਕਹਾਣੀ ਦੇ ਬਾਰੇ ਸੁਰਿੰਦਰ ਬਾਈ ਜੀ ਜਾਣਨਾ ਚਾਹਾਂਗੇ ਕਿ ਇਹ ਜਿਹੜੀ ਦਿੱਲੀ ਪੁਲਿਸ ਨੇ ਚਾਰਜ ਸ਼ੀਟ ਫਾਈਲ ਕੀਤੀ ਹੈ ਕਿ ਇਹ ਕਿਸਾਨ ਪਲੈਨਿੰਗ ਦੇ ਨਾਲ ਇਹਨੇ ਟਰੈਕਟਰ ਟਰਾਲੀਆਂ ਲੈ ਕੇ ਤਾਂ ਹੀ ਆਏ ਸੀ ਕਿ ਲਾਲ ਕਿਲੇ ਤੇ ਕਬਜ਼ਾ ਕਰਕੇ ਹੁਣ ਮੋਰਚਾ ਲਾਲ ਕਿਲੇ ਤੋਂ ਚਲਾਉਣਾ। ਇਸ ਕੇਸ ਦੀ ਸੁਣਵਾਈ ਹੈ ਜਿਹੜੀ ਕੱਲ੍ਹ ਨੂੰ ਹੋਣੀ ਹੈ। ਇਹ ਦੋਸ਼ ਪੱਤਰ 17 ਮਈ ਨੂੰ 30 ਹਜ਼ਾਰੀ ਕੋਰਟ ਦੇ ਵਿੱਚ ਦਾਖਲ ਕੀਤਾ ਗਿਆ ਸੀ। ਜੀ ਸੁਰਿੰਦਰ, ਕੀ ਲੱਗਦੀ ਹੈ ਕਹਾਣੀ? ਕਹਾਣੀ ਤਾਂ ਏਦਾਂ ਕਿ ਬੜੀ ਦਿਮਾਗ ਨਾਲ ਬਹਿ ਕੇ ਘੜੀ ਗਈ ਆ, ਠੀਕ ਹੈ ਨਾ ਜੀ। ਕਾਲ ਲੈ ਲਈਏ ਪਹਿਲਾਂ, ਆਪਣੇ ਕੋਲ ਕਾਲ ਇੱਕ ਦੋ ਹੋਲਡ ਤੇ ਸੀਗੀਆਂ, ਇੱਕ ਦੋ ਕਾਲ। ਹਾਂਜੀ ਲੈ ਲਓ ਪਲੀਜ਼। ਸਵਾਗਤ ਹੈ ਆਸਟ੍ਰੇਲੀਆ ਵਾਲੇ, ਤੁਹਾਡਾ ਵੈਲਕਮ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਪਵਨ ਜੀ ਤੋਂ ਬੋਲਦਾ ਜੀ। ਚਲੋ ਮੇਰੀ ਤੁਹਾਡੇ ਨਾਲ ਫਾਦਰ ਸਾਹਿਬ ਵਾਲੀਆਂ ਚਲੋ ਜੋ ਵੀ ਆ ਉਹ ਵੱਖਰੀ ਗੱਲ ਆ। ਇਹ ਮੈਨੂੰ ਲੱਗਦਾ ਪਲੇਟਫਾਰਮ ਨਹੀਂ ਹੈਗਾ। ਤੇ ਬਾਕੀ ਭਾਜੀ ਉਹ ਤੁਸੀਂ ਆਪਣਾ ਜਿਹੜਾ ਚਮਕੌਰ ਸਿੰਘ ਲੋਪੂ ਵਾਲਾ, ਜੇ ਉਹ ਬੰਦੇ ਦੀ ਆਪਾਂ ਨੂੰ ਮਿਲ ਜਾਏ ਜਿਹੜੀ ਕਹਿੰਦੇ ਵੀਡੀਓ ਰਿਕਾਰਡਿੰਗ, ਉਹ ਬੰਦੇ ਨੇ ਕੀਤੀ, ਕਿਉਂਕਿ ਆਪਣੀ ਕਿਤੇ ਬਹਿਸ ਚੱਲਦੀ ਰਹਿੰਦੀ ਆ ਜੀ। ਕੋਈ ਨਹੀਂ, ਤੁਸੀਂ ਮੇਰੇ ਨਾਲ ਬਾਅਦ ਚ ਗੱਲ ਕਰ ਲਿਓ ਜੀ। ਹਾਂਜੀ ਜੀ ਮੈਂ ਕਿਹਾ ਜਿਹੜੀ ਆਪਾਂ ਨੂੰ ਆਪਣੇ ਚਮਕੌਰ ਸਿੰਘ ਲੋਪੂ ਦੀ ਭਾਜੀ ਉਹਨੇ ਗੱਲ ਕਹੀ ਸੀਗੀ, ਉਹਦਾ ਪ੍ਰੂਫ ਭਾਜੀ ਉਦੋਂ ਲੋਕੀ ਬੜੇ ਪ੍ਰੂਫ ਮੰਗਣ ਲੱਗ ਪਏ ਨੂੰ। ਇਹ ਗੱਲ ਕਰਨੀ, ਮੈਂ ਸੁਰਿੰਦਰ ਭਾਈ ਨਾਲ ਗੱਲ ਕੀਤੀ ਸੀ, ਉਹ ਕਹਿੰਦੇ ਮੈਨੂੰ ਤਾਂ ਪਤਾ ਨਹੀਂ, ਕਿਉਂਕਿ ਮੈਂ ਜਦੋਂ ਕਹਿੰਦੇ ਆਨਲਾਈਨ ਹੁੰਦਾ ਮੈਨੂੰ ਸੁਣਦਾ ਨਹੀਂ ਕੋਈ ਕੀ ਕਹਿ ਰਿਹਾ। ਕੀ ਪ੍ਰੂਫ ਮੰਗਣ ਲੱਗ ਪਏ ਨੇ ਲੋਪੋਂ ਦੀ ਗੱਲ ਬਾਰੇ ਲੋਕੀ? ਕੀ ਮਤਲਬ ਕੋਈ ਇਤਰਾਜ਼ ਆ ਲੋਪੋਂ ਦੀ ਗੱਲ? ਉਹ ਜਿਹੜਾ ਆਪਾਂ ਮੋਗੇ ਜਿਹਦੇ ਵਿੱਚ ਉਹ ਕਹਿੰਦੇ ਮਤਲਬ ਰਿਕਾਰਡਿੰਗ ਕਰਕੇ ਆਇਆ ਵੀ ਉਹ ਮਤਲਬ ਕਹਿ ਰਿਹਾ ਵੀ ਤੁਸੀਂ ਲੋਕਾਂ ਦੇ ਨਾਲ ਨਾ ਜੁੜੋ, ਵੀ ਇਹ ਗਲਤ ਕਹਿ ਰਿਹਾ ਤੁਹਾਡੀ ਆਪਣੇ ਜਿੱਦਾਂ ਤੁਸੀਂ ਗੱਲ ਕਹਿੰਦੇ ਸੀਗੇ। ਕੋਈ ਨੀ, ਲੋਪੋ ਸਾਹਿਬ ਨੂੰ ਪੁੱਛ ਲਾਂਗੇ ਫੋਨ ਕਰਕੇ, ਕੋਈ ਪ੍ਰੋਬਲਮ ਨਹੀਂ, ਕੱਲ ਗੱਲ ਕਰ ਲਾਂਗੇ, ਠੀਕ ਹੈ? ਹਾਂਜੀ ਭਾਜੀ ਉਹ ਗੱਲ ਨਾ, ਮਾਰਨਿੰਗ ਸ਼ੋਅ ਉਹ ਮੇਰਾ ਮੁੰਡਾ ਵਿਆਹ ਕਰਦਾ ਸੀ, ਕਹਿੰਦਾ ਯਾਰ ਮੈਂ ਏਦਾਂ ਕਦਾ ਮੰਨਣਾ। ਕੰਮ ਕਰਦੇ ਰਹੇ ਨੇ, ਹੋਰ ਅਦਾਰਿਆਂ ਨਾਲ ਕੰਮ ਕਰਦੇ ਨੇ, ਏਦਾਂ ਬਿਨਾਂ ਪ੍ਰੂਫ ਤੋਂ ਨਹੀਂ ਕਹਿਣਗੇ, ਉਹਨਾਂ ਕੋਲ ਕੁਛ ਨਾ ਕੁਛ ਹੋਏਗਾ। ਉਹ ਤਾਂ ਗੱਲ ਹੈ, ਹਾਂਜੀ ਭਾਜੀ ਹੁਣ ਕਿਸੇ ਨੂੰ ਨਹੀਂ ਪਤਾ ਨਾ ਕੋਈ ਕਿੱਦਾਂ ਭਾਜੀਦਾਰ ਨਾਲ ਗੱਲ ਕਰਦਾ ਨਾ, ਗੱਲ ਵਿੱਚ ਇਹ ਹੋਵੇ ਨਾ ਜੀ। ਮੈਂ ਕਿਹਾ ਚਲੋ ਕੋਈ ਨੀ, ਮੈਂ ਕਿਹਾ ਭਾਜੀ ਨਾਲ ਗੱਲ ਕਰ ਲੂੰਗਾ, ਬਾਅਦ ਚ ਵੀ ਸਾਰੀ ਡਿਟੇਲ ਤੇ ਗੱਲ ਕਰ ਲਿਓ। ਕੋਈ ਨੀ, ਥੈਂਕ ਯੂ ਬਾਈ ਜੀ, ਥੈਂਕ ਯੂ। ਨਹੀਂ ਭਾਜੀ ਨਹੀਂ, ਆਪਾਂ ਰੇਡੀਓ ਤੋਂ ਸੁਣਾਂਗੇ ਸਭ ਕੁਝ ਤੁਹਾਡਾ, ਐਡੀ ਕੋਈ ਗੱਲ ਨਹੀਂ, ਰੇਡੀਓ ਤੋਂ ਸੁਣਾਂਗੇ ਨਾਲੇ ਸਾਰਿਆਂ ਨੂੰ ਪਤਾ ਲੱਗੇ ਨਾ। ਨਹੀਂ ਕੋਈ ਗੱਲ, ਮੋਸਟ ਵੈਲਕਮ, ਥੈਂਕ ਯੂ ਜੀ। ਜੀ ਸੁਰਿੰਦਰ ਜੀ ਵੈਲਕਮ, ਕੰਟੀਨਿਊ ਪਲੀਜ਼। ਕੀ ਲੱਗਦਾ ਹੈ ਕਿ ਜਿਹੜਾ ਇਹ ਹੁਣ 28 ਮਈ ਕੱਲ ਨੂੰ ਸੁਣਵਾਈ ਹੋਣੀ ਹੈ, ਇਸ ਪੁਲਸੀਆ ਕਹਾਣੀ ਚੋਂ ਕੀ ਕੁਛ ਨਿਕਲਦਾ ਹੈ ਜੀ? ਦੇਖੋ ਹੁਣ ਪੁਲਸੀਆ ਕਹਾਣੀ ਦੇਖੋ ਅਜੀਬੋ ਗਰੀਬ ਅਜੀਬ ਕਿਸਮ ਦੀ ਆ। ਉਹ ਕਹਿੰਦੇ ਆ ਕਿ ਦੇਖੋ ਜੀ ਪਹਿਲਾਂ ਤੋਂ ਨਾ ਟਰੈਕਟਰਾਂ ਦਾ ਦਿੱਤਾ, ਕਹਿੰਦੇ ਜੀ ਵੀ 3200 ਤੋਂ ਵੱਧ ਪੇਜਾਂ ਦੀ ਇਹ ਚਾਰਜ ਸ਼ੀਟ ਆ ਜਿਹੜੀ ਦਾਇਰ ਕੀਤੀ ਆ। ਉਹ ਕਹਿੰਦੇ ਪੰਜਾਬ ਦੇ ਵਿੱਚ ਨਵੰਬਰ ਮਹੀਨੇ 'ਚ ਟਰੈਕਟਰਾਂ ਦੀ ਖਰੀਦ 43% ਵਧੀ ਸੀ, ਜਨਵਰੀ 'ਚ 85% ਵਧੀ ਸੀ ਜੀ। ਹਰਿਆਣੇ 'ਚ ਨਵੇਂ ਟਰੈਕਟਰਾਂ ਦੀ ਖਰੀਦੋ ਫਰੋਖਤ ਜਿਹੜੀ ਆ ਉਹ ਕਹਿੰਦੇ ਨਵੰਬਰ ਦੇ ਵਿੱਚ 32% ਤੇ ਜਨਵਰੀ 'ਚ 48% ਦੀ ਜਿਹੜੀ ਉਹ ਵਧੀ ਸੀ। ਇਹ ਜਾਣ ਬੁੱਝ ਕੇ ਕੀਤਾ ਗਿਆ। ਇੱਕ ਉਹਨਾਂ ਨੇ ਇਹਦੇ 'ਚ ਇਕਬਾਲ ਸਿੰਘ ਦੀ ਬੇਟੀ ਵੱਲੋਂ ਇੱਕ ਰਿਸ਼ਤੇਦਾਰ ਨਾਲ ਕੀਤੀ ਗਈ ਜਿਹੜੀ ਗੱਲਬਾਤ ਆ ਉਹ ਰਿਕਾਰਡਿੰਗ ਉਹ ਵੀ ਪੇਸ਼ ਕੀਤੀ ਆ। ਔਰ ਜਿਹੜਾ ਇਕਬਾਲ ਸਿੰਘ ਨਿਹੰਗਾ ਹੈ ਲੁਧਿਆਣੇ ਵਾਲਾ, ਜਿਹੜਾ ਹੁਸ਼ਿਆਰਪੁਰ ਤੋਂ ਪਕੜਿਆ ਗਿਆ ਸੀ, ਉਹਦੀ ਬੇਟੀ ਦੀ ਰਿਕਾਰਡਿੰਗ ਆ ਜਿਹੜੀ ਉਹਨਾਂ ਨਾਲ ਲਾਈ ਚਾਰਜ ਸ਼ੀਟ ਦੇ। ਉਹਦੇ ਵਿੱਚ ਉਹ ਕਹਿ ਰਹੀ ਹੈ ਕਿ ਮੇਰੇ ਪਾਪਾ ਨੂੰ ਇਹ ਜਿਹੜਾ ਕੇਸਰੀ ਨਿਸ਼ਾਨ ਸਾਹਿਬ ਚਲਾਉਣ ਦਾ 50 ਲੱਖ ਰੁਪਇਆ ਜਿਹੜਾ ਉਹ ਮਿਲਣਗੇ, ਇਸ ਕਰਕੇ ਅਸੀਂ ਕੇਸਰੀ ਨਿਸ਼ਾਨ ਸਾਹਿਬ ਇੱਥੇ ਜਿਹੜਾ ਉਹ ਚਲਾਇਆ ਵਾ। ਠੀਕ ਹੈ ਜੀ। ਮਤਲਬ ਹੁਣ ਗੱਲ ਤੇ ਆ ਵੀ ਭਾਵੇਂ ਕਿ ਕੇਸਰੀ ਨਿਸ਼ਾਨ ਸਾਹਿਬ ਚਲਾਉਣ ਵਾਲਾ ਜਿਹੜਾ ਸੀਗਾ ਉਹ ਨੌਜਵਾਨ ਸੀਗਾ, ਉਹ ਤੇ ਵਿਚਾਰਾ ਉਹਦੇ ਨਾਲ ਆਪਣੇ ਨਾਲ ਤਰਨਤਾਰਨ ਜ਼ਿਲ੍ਹੇ ਨਾਲ ਸੰਬੰਧਿਤ ਆ, ਪਰ ਗੱਲ ਤੇ ਆ ਵੀ
ਇਕਬਾਲ ਸਿੰਘ ਨਿਹੰਗ ਨੂੰ ਜਿਹੜੇ ਸੀ ਉਹ ਕਿੱਥੋਂ ਮਿਲਣੇ ਸੀ ਇਹ ਮੈਨੂੰ ਅਜੇ ਤੱਕ ਨਹੀਂ ਪਤਾ। ਹੁਣ ਚਾਰਜ ਸ਼ੀਟ ਜਿਹੜੀ ਆ ਉਹ 3224 ਪੰਨਿਆਂ ਦੀ ਚਾਰਜ ਸ਼ੀਟ ਆ, ਠੀਕ ਹੈ ਜੀ। ਹੁਣ ਉਹਦੇ ਚ ਉਹਨਾਂ ਨੇ ਕਿਹਾ, ਕਹਿੰਦੇ ਜੀ ਦੇਖੋ ਇਹ ਜਿਹੜਾ ਇੱਥੇ ਲਾਲ ਕਿਲੇ ਦੇ ਉੱਪਰ ਜਿਹੜੀ ਘਟਨਾ ਹੋਈ ਆ ਇਹ ਪਹਿਲਾਂ ਤੋਂ ਹੀ ਪ੍ਰੀ ਪਲਾਨ ਸੀ, ਠੀਕ ਹੈ ਜੀ। ਇਹਦੇ ਤੇ ਹੁਣ ਸੁਣਵਾਈ ਤੇ ਚਲੋ ਕੱਲ ਨੂੰ ਹੋਣੀ ਆ, ਕੀ ਹੁੰਦੀ ਆ ਬਾਅਦ ਦੀ ਗੱਲ ਆ, ਪਰ ਗੱਲ ਤੇ ਇਹ ਆ ਕਿ ਤੁਸੀਂ ਦੇਖੋ 3224 ਪੰਨਿਆਂ ਦੀ ਚਾਰਜ ਸ਼ੀਟ ਜਿਹੜੀ ਆ ਪੂਰਾ ਗ੍ਰੰਥ ਬਣਾ ਕੇ ਉੱਥੇ ਜਿਹੜਾ ਉਹ ਰੱਖ ਦਿੱਤਾ ਗਿਆ ਵਾ। ਜੀ ਸੁਰਿੰਦਰ ਜੀ, ਕਾਲਰ ਇੱਕ ਦੋ ਹੋਲਡ ਤੇ ਨੇ, ਆਪਾਂ ਲੈ ਲਈਏ ਫਿਰ ਉਸ ਤੋਂ ਬਾਅਦ ਕੰਟੀਨਿਊ ਕਰਦੇ ਹਾਂ। ਬਿਰੜਵਾਲ ਤੋਂ ਪ੍ਰਭਜੋਤ ਸਿੰਘ, ਸਵਾਗਤ ਹੈ ਬਾਈ ਤੁਹਾਡਾ, ਨਾਭੇ ਤੋਂ ਬਿਰੜਵਾਲ, ਵੈਲਕਮ। ਹਾਂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਬਾਈ ਇੱਕ ਆਪਣਾ ਉਹ ਨੀਰਵ ਮੋਦੀ ਜਿਹੜਾ ਪੈਸੇ ਲੈ ਕੇ ਭੱਜਿਆ ਸੀ ਭਾਰਤ ਚੋਂ, ਹਾਂਜੀ ਹਾਂਜੀ, ਉਹ ਬੰਦਾ ਅੱਜ ਉਹਦੀ ਕੋਈ ਉਹ ਆਇਆ ਮਤਲਬ ਕਿ ਬਿਆਨ ਕਿ ਵੀ ਬੀਜੇਪੀ ਦੇ ਲੀਡਰਾਂ ਦੇ ਵਿੱਚ ਪੈਸੇ ਤੇ ਕੁਝ ਪਰਸੈਂਟੇਜ ਉਹਦੀ ਉਹਨਾਂ ਦੀ ਸੀ ਵੀ ਮੇਰੇ ਤਾਂ 30% ਹਿੱਸਾ ਦੀ ਪਤਾ ਨਹੀਂ। ਜੀ ਜੀ, ਕੋਈ ਨਹੀਂ, ਗੱਲ ਕਰ ਰਹੇ ਉਸ ਤੇ। ਹਾਂਜੀ ਹਾਂਜੀ ਪ੍ਰਭਜੋਤ ਜੀ। ਜੀ ਇਹ ਖਬਰ ਆਪਣੀ ਕੋਈ ਮਤਲਬ ਕਿ ਪੰਜਾਬੀ ਮੀਡੀਆ ਨਹੀਂ ਦਿਖਾ ਰਿਹਾ। ਕੋਈ ਨਹੀਂ, ਅੱਗੇ ਚੱਲ ਕੇ ਗੱਲ ਕਰ ਲੈਣਾ, ਇਸ ਤੇ ਜ਼ਰੂਰ ਗੱਲ ਕਰਾਂਗੇ। ਮਿਹਰਬਾਨੀ, ਥੈਂਕ ਯੂ ਪ੍ਰਭਜੋਤ, ਥੈਂਕ ਯੂ। ਸਿਕੰਦਰ ਸਿੰਘ ਔਜਲਾ ਸਾਹਿਬ, ਸਵਾਗਤ ਹੈ ਤੁਹਾਡਾ। ਔਜਲਾ ਸਾਹਿਬ, ਸਤਿ ਸ਼੍ਰੀ ਅਕਾਲ ਟਵਾਣਾ ਬਾਈ ਜੀ ਤੇ ਸੁਰਿੰਦਰ ਬਾਈ ਜੀ ਤੇ ਸਾਰੇ ਸਰੋਤਿਆਂ ਨੂੰ। ਕਹਾਣੀ ਸੁਣੀ ਟਵਾਣਾ ਸਾਹਿਬ, ਮੈਂ 13 ਕੁ ਸਾਲਾਂ ਦਾ ਸੀ ਤੇ ਮੇਰੇ ਅੱਖਾਂ ਸਾਹਮਣੇ ਉਹ ਗੱਲ ਘੁੰਮ ਗਈ। ਸਾਡੇ ਗੁਆਂਢ ਦੇ ਵਿੱਚ ਹੁੰਦੇ ਸੀ, ਉਹਨਾਂ ਨੂੰ ਬੇਬੇ ਜੀ ਕਹਿੰਦੇ ਹੁੰਦੇ ਸੀਗੇ, ਉਹ ਯੂਪੀ ਚਲੇ ਗਏ ਸੀ ਉਦੋਂ, ਮੈਂ 13-14 ਦਾ ਹੋਣਾ, ਉਹ ਯੂਪੀ ਚਲੇ ਗਏ ਸੀ ਤੇ ਬਹੁਤ ਉਹਨਾਂ ਦੇ ਘਰੇ ਖੇਡਦੇ ਸੀ। ਮੈਂ ਕਦੇ ਉਹ ਉੱਚੀ ਬੋਲਦੇ ਨਹੀਂ ਸੀ ਦੇਖਿਆ। ਅੱਜ ਮੈਨੂੰ ਉਸ ਜਦ ਤੱਕ ਤੁਸੀਂ ਸੁਣਾ ਰਹੇ ਸੀ ਨਾ, ਮੈਨੂੰ ਉਹ ਦਿਖ ਰਹੇ ਸੀ ਉਹਨਾਂ ਦੇ ਵਿੱਚ ਕਿ ਉਹਨਾਂ ਨੇ ਕਹੇ ਜੀ ਪੀੜ ਹੰਢਾਈ ਹੋਣੀ ਆਪਦੇ ਪਿੰਡੇ, ਜਿਸ ਪਿੰਡੇ ਤੇ ਤਾਂ ਚਲੋ ਜਿਹੜੀ ਹੰਢਾਈ ਹੈ ਵੱਖਰੀ ਹੈ, ਜਿਹੜੀ ਆਪਦੇ ਆਤਮਾ ਤੇ ਹੰਢਾਈ ਹੋਣੀ ਹੈ ਕਿ ਉਹ ਮੈਂ ਕਦੇ ਜੰਮਾ ਹੀ ਉਹਨਾਂ ਦੀ ਆਵਾਜ਼ ਮੈਂ ਉੱਚੀ ਨਹੀਂ ਸੀ ਸੁਣੀ ਕਦੇ ਜ਼ਿੰਦਗੀ 'ਚ। ਤੇ ਕਿੱਦਾਂ ਉਹ ਮੈਂ ਜੋ ਉਹਨਾਂ ਦੇ ਵਿੱਚੋਂ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰੀ ਤੇ ਅੱਜ ਮੈਨੂੰ ਯਾਦ ਆਏ ਉਹ। ਫਿਰ 14 ਕੁ ਸਾਲ ਦੇ ਸੀ, ਉਹ ਯੂਪੀ ਜ਼ਮੀਨ ਵੇਚ ਕੇ ਚਲੇ ਗਏ ਤੇ ਅੱਜ ਸਾਰੀ ਕਹਾਣੀ ਕਿੱਦਾਂ ਉਹ ਹਾਂ ਬਹੁਤ ਸਾਰੀਆਂ ਔਜਲਾ ਸਾਹਿਬ, ਬਹੁਤ ਸਾਰੀਆਂ ਔਰਤਾਂ ਨੇ ਵੰਡ ਦਾ ਦਰਦ, ਜ਼ੁਲਮ ਹਨ ਜਿਹੜੇ, ਕੋਈ ਰਹਿਮੋ ਬਣੀ, ਕੋਈ ਵੀਰਾਂਵਲੀ ਬਣੀ, ਕੋਈ ਸਰਦਾਰਾਂ ਬੇਗਮ ਬਣੀ, ਬੜੀ ਲੁੱਟ ਖਸੁੱਟ ਔਰਤਾਂ ਦੇ ਨਾਲ ਬਹੁਤ ਜ਼ੁਲਮ। ਉਹਨਾਂ ਦਾ ਵੀ ਛੋਟਾ ਜਿਹਾ ਨਾਂ ਸੀਗਾ ਤੇ ਉਹ ਮੈਂ ਕਹਿੰਦਾ ਵੀ ਉਹ ਦੇਖੋ ਕਦੇ ਵੀ ਆਵਾਜ਼ ਉੱਚੀ ਸੁਣੀ ਨਹੀਂ ਸੀ ਉਹਨਾਂ ਦੀ ਕੋਲ, ਉਹਨਾਂ ਨੇ ਕਦੇ ਘੂਰਨਾ ਨਾ ਸੀ, ਉਹਨਾਂ ਖੇਡਦੇ ਵੀ ਰਹਿਣਾ। ਫਿਰ ਉਹਨਾਂ ਦੇ ਬੱਚੇ ਸੀ 4-5, ਫਿਰ ਉਹ ਯੂਪੀ ਵੇਚ ਕੇ ਜ਼ਮੀਨ ਚਲੇ ਗਏ, ਮੁੜ ਕੇ ਤਾਂ ਕਦੇ ਟੱਕਰੇ ਨਹੀਂ, ਇੱਧਰ ਨੂੰ ਆ ਗਏ। ਮੈਂ ਇੱਕ ਗੱਲ ਕਹਿਣਾ, ਪਰਦੇਸੀ ਆ ਅਸੀਂ, ਜਦ ਅਸੀਂ ਘਰੇ ਜਾਂਦੇ ਹਾਂ ਸਾਡੀਆਂ ਅੱਖਾਂ 'ਚ ਤਾਂ ਵੀ ਰੋਣਾ ਆਉਂਦਾ ਹੈ, ਜਦੋਂ ਛੱਡ ਕੇ ਆਉਂਦੇ ਹਾਂ ਸਾਡੇ ਤਾਂ ਵੀ ਰੋਣਾ ਆਉਂਦਾ, ਪਰ ਸਾਨੂੰ ਇੰਨਾ ਅਹਿਸਾਸ ਤਾਂ ਹੁੰਦਾ ਅਸੀਂ ਆ ਸਕਦੇ ਹਾਂ ਮੁੜ ਕੇ। ਤੇ ਉਹਨਾਂ ਨੇ ਇਹ ਦਰਦ ਕਿੱਦਾਂ ਹੰਢਾਏ ਉਹਨੇ, ਜਿਨ੍ਹਾਂ ਨੂੰ ਪਤਾ ਨਾ ਆਪਦਿਆਂ ਨੂੰ ਮਿਲ ਸਕਦੇ ਆ ਨਾ ਇੱਥੋਂ ਨਿਕਲ ਸਕਦੇ ਆ ਜੀ। ਬਹੁਤ ਵਧੀਆ ਮਨ ਅਜੇ ਵੀ ਭਰਿਆ ਹੋਇਆ ਬਹੁਤ ਜ਼ਿਆਦਾ, ਮਤਲਬ ਚਲੋ ਫੇਰ ਵੀ ਮੇਰੇ ਤੇ ਰਹਿ ਨਹੀਂ ਹੋਇਆ, ਮੇਰੇ ਯਾਦ ਆਏ ਮੈਨੂੰ। ਮਿਹਰਬਾਨੀ। ਮਾਣੂਕੇ ਸਾਹਿਬ ਤੁਸੀਂ ਆਨਰ ਹੋ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਾਣੂਕੇ ਸਾਹਿਬ। ਸਰ ਆਪਣੇ ਲੋਪੋ ਸਾਹਿਬ ਨੇ ਗੱਲ ਕਹੀ ਸੀ, ਉਹ ਕਹਿੰਦੇ ਮੇਰੇ ਕੋਲ ਰਿਕਾਰਡਿੰਗ ਪਈ ਹੈ, ਸਾਰੇ ਮੇਰੇ ਕੋਲ ਪ੍ਰੂਫ ਹੈਗੇ ਹੈ ਜੀ। ਉਹ ਵੀਰ ਜੀ ਪੁੱਛਦੇ ਸੀ ਨਾ, ਉਹ ਕਹਿੰਦੇ ਆਲਰੇਡੀ ਮੇਰੇ ਕੋਲ ਪ੍ਰੂਫ ਹੈਗੇ ਵੀ ਜਿਸ ਨੂੰ ਜ਼ਰੂਰਤ ਹੈ ਮੈਂ ਦੇ ਸਕਦਾ। ਕੋਈ ਨਹੀਂ, ਗੱਲ ਕਰ ਲਾਂਗੇ ਆਪਾਂ, ਕਲੀਅਰ ਕਰ ਲਾਂਗੇ, ਕੋਈ ਨਹੀਂ। ਥੈਂਕ ਯੂ ਬਾਬਾ ਜੀ, ਥੈਂਕ ਯੂ ਜੀ। ਸੁਰਿੰਦਰ ਬਾਈ ਜੀ ਕੰਟੀਨਿਊ ਪਲੀਜ਼। ਕੀ ਅਪਡੇਟ ਹੈ? ਉਹ ਕਹਾਣੀਆਂ ਹੁਣ ਉਹਦੇ ਆਪਣਾ ਚਮਕੌਰ ਸਿੰਘ ਲੋਪੋਂ ਗਲੋਬਲ ਪੰਜਾਬ ਨਾਲ ਵੀ ਕੰਮ ਕਰਦਾ, ਬਹੁਤ ਵਧੀਆ ਪੱਤਰਕਾਰ ਹੈ। ਉਹਨੇ ਜਿਹੜੀ ਗੱਲ ਕਹੀ ਸੀ ਕਿ ਦੀਪ ਸਿੱਧੂ ਪਿੰਡਾਂ 'ਚ ਜਾ ਕੇ ਇੱਦਾਂ ਕਹਿ ਰਿਹਾ ਲੋਕਾਂ ਨੂੰ ਕਿ 31 ਦੇ 31 ਇੱਦਾਂ ਨੇ, ਉਹਨਾਂ ਨਾਲ ਨਾ ਜੁੜੋ, ਬਲਾ ਬਲਾ। ਉਹਦੇ ਤੇ ਕੁਝ ਲੋਕ ਸਬੂਤ ਮੰਗ ਰਹੇ ਨੇ। ਉਹ ਕਹਿੰਦਾ ਮੇਰੇ ਕੋਲ ਸਬੂਤ ਹੈਗੇ, ਮੈਂ ਦੇ ਦਾਂਗੇ, ਚਲੋ ਗੱਲ ਕਰ ਲਾਂਗੇ। ਕੀ ਸਥਿਤੀ ਹੈ ਜਿਸ ਤਰ੍ਹਾਂ ਇਹ ਹੁਣ ਕਹਾਣੀਆਂ ਨੇ, ਇਹਨਾਂ ਤੇ ਕੱਲ ਸੁਣਵਾਈ ਹੋਣੀ ਹੈ ਲਾਲ ਕਿਲਾ ਕੇਸ ਤੇ, ਕੀ ਅਪਡੇਟ ਹੈ ਕਿਸਾਨ ਅੰਦੋਲਨ ਦੀ? ਜੀ ਸੁਰਿੰਦਰ ਬਾਈ ਕੰਟੀਨਿਊ ਪਲੀਜ਼। ਦੇਖੋ ਜਿਹੜੀ ਲਾਲ ਕਿਲੇ ਵਾਲੀ, ਇਹ ਤਾਂ ਆਪਾਂ ਦੇਖ ਲਈ ਕਿ ਦੇਖੋ ਲਾਲ ਕਿਲੇ ਵਾਲੀ ਤੇ ਮੁੱਖ ਦੀ ਗੱਲ ਇਹ ਆ ਕਿ ਉਹ ਹੁਣ ਕਹਾਣੀ ਘੜੀ ਗਈ ਆ। ਪਤਾ ਸਰਕਾਰ ਨੇ ਗਿਣ ਮਿਥ ਕੇ ਕੀਤਾ ਸੀ, ਹੁਣ ਸਰਕਾਰ ਕਹਾਣੀਆਂ ਘੜਦੀ ਆ। ਆਪੇ ਕਰਨ ਵਾਲੇ ਤੇ ਆਪੇ ਹੀ ਦੁਬਾਰਾ ਗਾਲਾਂ ਤੇ ਪਾਉਣ ਵਾਲੇ, ਸਾਰਾ ਕੁਝ ਸਾਹਮਣੇ ਆ, ਉਹਦੇ ਚ ਤਾਂ ਰੌਲਾ ਹੀ ਕੋਈ ਨੀ ਗਾ, ਠੀਕ ਹੈ ਨਾ। ਹੁਣ ਉਹ ਕਹਾਣੀ ਨੇ ਕਹਾਣੀ ਬਣ ਕੇ ਰਹਿ ਜਾਣਾ ਵਾ। ਗੱਲ ਤਾਂ ਇਹ ਆ ਕਿ ਇਹਦਾ ਇਸ ਪੂਰੀ ਘਟਨਾ ਦਾ ਜੇ ਕਿਸੇ ਨੇ ਭੁਗਤਿਆ ਤੇ ਉਹ ਆਮ ਕਿਸਾਨਾਂ ਨੇ ਭੁਗਤਿਆ, ਕਿਉਂਕਿ ਆਮ ਕਿਸਾਨਾਂ ਨੂੰ ਇਹਦੀ ਸੱਟ ਜਿਹੜੀ ਆ ਬਹੁਤ ਵੱਡੀ ਲੱਗੀ ਆ। ਉਹ ਠੀਕ ਆ, ਹੁਣ ਗੱਲ ਆ ਜਾਂਦੀ ਹੈ ਬਾਅਦ ਦੇ ਵਿੱਚ ਵੀ ਕਿਸਾਨ ਆਗੂਆਂ ਨੂੰ ਭੰਡਣਾ ਸ਼ੁਰੂ ਕਰ ਦੋ, ਵੀ ਕਿਸਾਨ ਆਗੂਆਂ ਨੂੰ ਇਹ ਕਰਤਾ, ਉਹ ਕਰ ਦਿੱਤਾ। ਉਹ ਭਲੇ ਮਾਨਸੋ
ਤੁਸੀਂ ਹੁਣ ਇੱਕ ਬੰਨੇ ਤਾਂ ਕਹਿੰਦੇ ਆ ਕਿ ਜੋ ਕਿਸਾਨ ਆਗੂ ਕਹਿਣਗੇ ਅਸੀਂ ਉਹ ਕਰਾਂਗੇ, ਸਾਨੂੰ ਕਾਲ ਕਰਨ, ਅਸੀਂ ਉੱਥੇ ਜਾਣ ਲਈ ਤਿਆਰ ਹਾਂ। ਉਹ ਭਾਈ ਜਦੋਂ ਉਹਨਾਂ ਨੇ 26 ਜਨਵਰੀ ਵਾਲਾ ਰਿੰਗ ਰੋਡ ਵਾਲਾ ਉਹਨਾਂ ਨੇ ਰੂਟ ਜਿਹੜਾ ਤੈਅ ਕਰ ਲਿਆ ਸੀ, ਫਿਰ ਉਹਦੇ ਤੇ ਕਿਉਂ ਨਹੀਂ ਸੀ ਗਏ? ਉਦੋਂ ਕਿਉਂ ਲਾਲ ਕਿਲੇ ਨੂੰ ਪਹੁੰਚ ਗਏ? ਲਾਲ ਕਿਲਾ ਤਾਂ ਉਹਦੇ 'ਚ ਹੈ ਹੀ ਨਹੀਂ ਸੀ। ਫਿਰ ਕਹਿੰਦੇ ਜੀ ਉਹਨਾਂ ਦੀਆਂ ਸਪੀਚਾਂ 'ਚ ਇਹ ਲਾਲ ਕਿਲਾ ਉਹਨਾਂ ਦਾ ਸੀ, ਸਾਡਾ ਨਹੀਂ ਸੀ ਜੀ। ਮਤਲਬ ਕੁੱਲ ਮਿਲਾ ਕੇ ਆ ਕਿ ਸਾਰਾ ਪ੍ਰੋਪੋਗੰਡਾ ਚੱਲ ਰਿਹਾ ਵਾ। ਰਹੀ ਗੱਲ ਕਿ ਹੁਣ ਜੋ ਕੁਝ ਪੰਜਾਬ 'ਚ ਹੋ ਰਿਹਾ ਉਹ ਵੀ ਆਪਾਂ ਨੂੰ ਪਤਾ ਸਾਰਾ ਕੁਝ ਕਿਵੇਂ ਚੱਲ ਰਿਹਾ, ਕੀ ਕੁਝ। ਮੈਨੂੰ ਵੀ ਕਾਲ ਆਈ ਸੀਗੀ, ਤੁਹਾਡੇ ਕੋਲ ਵੀ ਹੁਣ ਆਪਣੇ ਕੋਲ ਰੇਡੀਓ ਤੇ ਆ ਗਈ ਹੈ, ਮੇਰੇ ਕੋਲ ਵੀ ਕਾਲ ਆਈ, ਕਿਉਂਕਿ ਮੈਂ ਉਹ ਸਾਰਾ ਕੁਝ ਸੁਣ ਨਹੀਂ ਸਕਿਆ ਜੋ ਲੋਪੋਕੇ ਸਾਹਿਬ ਨੇ ਕਿਹਾ ਸੀ, ਮੈਂ ਨਹੀਂ ਸੁਣ ਸਕਿਆ। ਜੇ ਉਹਨਾਂ ਕੋਲ ਪ੍ਰੂਫ ਹੈਗਾ ਤਾਂ ਅਗਲੇ ਪ੍ਰੂਫ ਤਾਂ ਦੇਣਗੇ ਤੇ ਆਪੇ ਸਾਰਾ ਕੁਝ ਕਲੀਅਰ ਹੋ ਜਾਊਗਾ ਕਿ ਕੀ ਕੁਝ ਹੋਇਆ ਤੇ ਕਿੱਧਰ ਨੂੰ ਗਿਆ, ਕਿੱਧਰ ਨੂੰ ਨਹੀਂ ਆਇਆ, ਜਿਹਨੇ ਵੀ ਕਿਹਾ। ਦੂਸਰੀ ਗੱਲ ਆ ਕਿ ਜਦੋਂ ਸੀਨੀਅਰ ਬੰਦਾ ਕੋਈ ਗੱਲ ਕਰਦਾ ਤੇ ਉਹ ਕਿਸੇ ਨਾ ਕਿਸੇ ਸਬੂਤ ਨਾ ਕਰਦਾ। ਹੁਣ ਆਪਾਂ ਜਿਹੜੀ ਇੱਥੇ ਗੱਲ ਕਰਦੇ ਆ, ਕੱਲ ਨੂੰ ਸਬੂਤ ਦੇਣ ਦੀ ਵਾਰੀ ਆਈ ਤਾਂ ਸਬੂਤ ਤਾਂ ਆਪਾਂ ਦੇਵਾਂਗੇ, ਕਿਉਂਕਿ ਆਪਾਂ ਬਗੈਰ ਸਬੂਤ ਤੋਂ ਥੋੜੀ ਕੋਈ ਗੱਲ ਕਰ ਸਕਦੇ ਆ। ਇਸ ਕਰਕੇ ਜੇ ਲੋਪੋਕੇ ਸਾਹਿਬ ਨੇ ਗੱਲ ਕਹੀ ਆ, ਉਹ ਤੇ ਗੱਲ ਹੋਈ ਆ, ਤੇ ਲੋਪੋਕੇ ਸਾਹਿਬ ਕੋਲ ਕੋਈ ਨਾ ਕੋਈ ਰਿਕਾਰਡਿੰਗ ਜ਼ਰੂਰ ਪਈ ਹੋਏਗੀ ਜਿਹੜੀ ਉਹਨਾਂ ਨੇ ਗੱਲ ਕਹੀ ਆ। ਔਨ ਏਅਰ ਗੱਲ ਕਹਿਣੀ ਕਿਤੇ ਸੌਖੀ ਗੱਲ ਜਿਹੜੀ ਆ ਉਹ ਨਹੀਂ ਹੋਇਆ ਕਰਦੀ। ਬਿਲਕੁਲ ਇਸ ਤੇ ਕਿਉਂਕਿ ਦੇਖੋ ਉਹਨਾਂ ਨਾਲ ਵੀ ਬੜਾ ਲੰਮਾ ਲਾਣਾ ਜੁੜਿਆ ਹੋਇਆ, ਦੀਪ ਹੋਰਾਂ ਨਾਲ ਬੜਾ ਟਰੋਲ ਕਰਦੇ ਨੇ, ਮਾੜੇ ਧੀੜੇ ਬੰਦੇ ਦੀ ਤਾਂ ਧੁੱਕੀ ਕੱਢ ਦਿੰਦੇ ਉਹ ਲੋਕ ਗੱਲ ਕਰਕੇ। ਤਾਂ ਵੇਖੋ ਕਿੰਨਾ ਗੰਦ ਪਾਇਆ ਜਾਂਦਾ ਫਿਰ ਅਗਲੇ ਤੇ ਇਸ ਦੌਰਾਨ ਜਿਹੜਾ ਥੋੜੀ ਜੀ ਉਹਦੇ ਤੇ ਆਪਾਂ ਅਪਡੇਟ ਲੈ ਲਈਏ। ਜਿਹੜਾ ਜਿਸ ਤਰ੍ਹਾਂ ਹੁਣ ਨਵੇਂ IT ਨਿਯਮ ਆ ਰਹੇ ਨੇ, ਇਸ ਸੰਬੰਧੀ ਰਵੀ ਸ਼ੰਕਰ ਪ੍ਰਸਾਦ ਨੇ ਜਿਹੜੇ IT ਮੰਤਰੀ ਨੇ, ਉਹਨਾਂ ਨੇ ਕਹਿ ਦਿੱਤਾ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵੱਲੋਂ ਕਿ WhatsApp ਵਰਤੋਂਕਾਰਾਂ ਨੂੰ ਨਵੇਂ ਸੋਸ਼ਲ ਮੀਡੀਆ ਨਿਯਮਾਂ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ, ਕਿ ਨਵੇਂ ਨਿਯਮਾਂ ਨਾਲ ਨਾ ਸਿਰਫ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਦੁਰਵਰਤੋਂ ਰੋਕੇਗੀ ਬਲਕਿ ਸ਼ਿਕਾਇਤਾਂ ਦੇ ਨਿਬੇੜੇ ਦੇ ਲਈ ਵੀ ਮੰਚ ਮਿਲੇਗਾ। ਉਧਰ WhatsApp ਇਸ ਮਾਮਲੇ ਦੇ ਵਿੱਚ ਦਿੱਲੀ ਹਾਈ ਕੋਰਟ ਦੇ ਵਿੱਚ ਚਲੀ ਗਈ ਹੈ। WhatsApp ਦਾ ਕਹਿਣਾ ਹੈ ਕਿ ਕੰਪਨੀ ਨੂੰ ਅਨਕ੍ਰਿਪਟਡ ਮੈਸੇਜ ਤੱਕ ਪਹੁੰਚ ਦੇਣ ਲਈ ਕਹਿਣਾ ਨਿੱਜਤਾ ਜਾਣੀ ਕਿ ਪ੍ਰਾਈਵੇਸੀ ਖਤਮ ਹੋ ਜਾਏਗੀ, ਕਿ ਸਾਡੇ ਤੋਂ ਜਿਹੜੇ ਅਨਕ੍ਰਿਪਟਡ ਮੈਸੇਜ ਪਹੁੰਚ ਦੇਣ ਦੇ ਲਈ ਕਹਿਣਾ, ਇਸ ਦੇ ਨਾਲ ਪ੍ਰਾਈਵੇਸੀ ਖਤਮ ਹੋ ਜਾਏਗੀ। ਸੋ WhatsApp ਨੇ ਮੰਗਲਵਾਰ ਨੂੰ ਪਟੀਸ਼ਨ ਦਾਇਰ ਕੀਤੀ ਸੀ, ਜਿਸ ਉੱਤੇ ਨਵੇਂ ਨਿਯਮਾਂ ਦਾ ਪਤਾ ਲਾਉਣ ਦੇ ਲਈ ਜਿਹੜਾ ਜ਼ਰੂਰੀ ਐਪਸ ਸੀਗੀਆਂ, ਜੋ ਪਾਬੰਦੀਆਂ ਸੀ। ਹੁਣ ਸਰਕਾਰ ਦਾ ਕਹਿਣਾ ਕਿ ਨਵੇਂ ਨਿਯਮ ਨਿੱਜਤਾ ਦੇ ਖਿਲਾਫ ਨਹੀਂ ਹੈ, ਪਰ WhatsApp ਇੱਕ ਜਿਹੜੀ ਕੰਪਨੀ ਹੈ, ਇੰਟਰਨੈਸ਼ਨਲ ਕੰਪਨੀ ਹੈ, ਉਹਦਾ ਕੇਂਦਰ ਸਰਕਾਰ ਦੇ ਫੈਸਲੇ ਦੇ ਖਿਲਾਫ ਅਦਾਲਤ ਦੇ ਵਿੱਚ ਜਾਣਾ, ਇਹ ਇੱਕ ਤਰੀਕੇ ਨਾਲ ਚੁਣੌਤੀ ਹੈ ਨਾ। ਅਗਲੇ ਬਿਜ਼ਨਸ ਕਰਦੇ ਆ। ਕਿਵੇਂ ਵੇਖਦੇ ਹੋ ਇਸ ਵਰਤਾਰੇ ਨੂੰ? ਅਜੇ ਫੇਸਬੁੱਕ ਵਾਲੇ ਤਾਂ ਚੁੱਪ ਨੇ, ਟਵਿੱਟਰ ਵਾਲੇ ਸੌਰੀ ਜੀ। ਪਰ ਦੇਖੋ ਗੱਲ ਇਹ ਆ, ਚਾਹੇ ਉਹ WhatsApp ਆ, ਚਾਹੇ ਉਹ YouTube ਆ, ਚਾਹੇ ਟਵਿੱਟਰ ਆ, ਤੇ ਚਾਹੇ ਫੇਸਬੁੱਕ ਆ, ਠੀਕ ਹੈ। ਹੁਣ ਗੱਲ ਤਾਂ ਮੁੱਕਦੀ ਇੱਥੇ ਆ ਕੇ ਆ ਕਿ ਆਪਾਂ ਸਮਝਦੇ ਆ ਕਿ ਦੇਖੋ ਇਹਦੇ ਤੇ ਬਹੁਤ ਕੁਛ ਉਹ ਵਾ ਜਿਹੜਾ ਆਪਾਂ ਜਿਹਦੀ ਪੁਸ਼ਟੀ ਨਹੀਂ ਕਰ ਸਕਦੇ ਕਿ ਸਹੀ ਆ ਕਿ ਗਲਤ ਆ। ਇਹ ਬਹੁਤ ਔਖਾ ਹੋ ਜਾਂਦਾ ਉਹਦੀ ਪਛਾਣ ਕਰਨੀ। ਪਰ ਅੱਜ ਕੱਲ ਤਾਂ ਬਹੁਤਾ ਕੁਛ ਜਿਹੜਾ ਨੈਸ਼ਨਲ ਮੀਡੀਆ, ਇੰਟਰਨੈਸ਼ਨਲ ਮੀਡੀਆ, ਉਹਦੇ ਤੇ ਵੀ ਗੰਦ ਬਹੁਤ ਕੁਛ ਪਿਆ ਹੋਇਆ। ਉੱਥੇ ਕਿਹੜਾ ਸਾਰਾ ਕੁਝ ਸਹੀ ਸਲਾਮਤ ਆ ਰਿਹਾ ਵਾ। ਹੁਣ ਗੱਲ ਤੇ ਇਹ ਹੈ ਕਿ ਸਰਕਾਰ ਚਾਹੁੰਦੀ ਹੈ ਕਿ ਸਾਰਾ ਕੁਝ ਸਾਡੇ ਮੁਤਾਬਕ। ਸਰਕਾਰ ਦਾ ਤਾਂ ਕੰਮ ਉਹ ਆ, ਸਰਕਾਰ ਕਹਿੰਦੀ ਹੈ ਕਿ ਭਾਈ ਅਸੀਂ ਤਾਂ ਜੇ ਝੋਟੇ ਨੂੰ ਕਹਿ ਦਈਏ ਕਿ ਆਹ ਫੜੋ ਜੀ, ਇਹਨੂੰ ਮਾਰੋ ਥਾਪੀ, ਦੇ ਇਹਦੇ ਥੱਲੇ ਬਹਿ ਜਾਓ, ਇਹਦੇ ਸਿੰਗ ਵੀ ਕੁੰਡੇ ਆ, ਇਹਦੀ ਪੂਛ ਵੀ ਪੂਰੀ ਗਿੱਟਿਆਂ 'ਚ ਜਾ ਕੇ ਵੱਜਦੀ ਆ, ਤੇ ਭਾਈ ਇਹ ਸਵੇਰੇ ਵੀ 10 ਕਿਲੋ ਦੁੱਧ ਚੋਲੀ ਦਾ ਤੇ ਸ਼ਾਮ ਨੂੰ ਵੀ 10 ਕਿਲੋ, ਤੇ ਕੱਟੀ ਦੀ ਵੀ ਲੋੜ ਨਹੀਂ ਹੈ, ਤੇ ਤੁਸੀਂ ਕਹਿ ਦੋ ਹਾਂਜੀ ਬਿਲਕੁਲ ਠੀਕ ਆ, ਫਿਰ ਤਾਂ ਭਾਈ ਸਾਰਾ ਕੁਝ ਸਹੀ ਸਲਾਮਤ ਆ। ਤੇ ਜੇ ਕਿਸੇ ਨੇ ਕਹਿਤਾ ਨਹੀਂ ਜੀ ਨਹੀਂ, ਸਰਕਾਰ ਝੂਠ ਬੋਲਦੀ ਆ ਜੀ, ਉਹ ਬਾਲਟੀ ਲੈ ਕੇ ਨਾ ਜਾਇਓ ਭਾਈ, ਇਹਦੇ ਝੋਟਾ ਵਾ, ਝੋਟੇ ਥੱਲੇ ਦੁੱਧ ਕਿੱਥੇ ਚੋਲੋਗੇ? ਸਰਕਾਰ ਫਿਰ ਕਹਿੰਦੀ ਭਾਈ ਇਹਨੂੰ ਫੜ ਕੇ ਦਿਓ ਅੰਦਰ। ਇਹ ਸਰਕਾਰ ਨੂੰ ਜਾਣ ਬੁੱਝ ਕੇ ਭੰਡ ਰਿਹਾ ਵਾ ਭਾਈ। ਜੋ ਸਰਕਾਰ ਨੇ ਕਹਿਤਾ ਉਹ ਸਹੀ ਸੀਗਾ, ਇਹਦੀ ਮੂਰਖਤਾਈ ਆ, ਇਹਦੀਆਂ ਮੂਰਖਤਾਈਆਂ ਤੇ ਯਕੀਨ ਜਿਹੜਾ ਉਹ ਕਰਨਾ ਨਹੀਂ ਬਣਦਾ। ਮਤਲਬ ਮੁੱਖ ਦੀ ਗੱਲ ਤੇ ਇਹ ਆ ਕਿ ਜਿਹੜੀਆਂ ਇਦਾਂ ਦੀਆਂ ਹਾਲਾਤਾਂ ਬਣਦੀਆਂ ਨੇ ਪਰਮਿੰਦਰ, ਉਹਦੇ 'ਚ ਆ ਕੇ ਕਿਤੇ ਨਾ ਕਿਤੇ ਸਮੱਸਿਆਵਾਂ ਜਿਹੜੀਆਂ ਉਹ ਖੜੀਆਂ ਹੁੰਦੀਆਂ ਨੇ, ਠੀਕ ਹੈ। ਹੁਣ ਚਾਹੀਦਾ ਤੇ ਇਹ ਸੀਗਾ ਕਿ ਸਰਕਾਰ ਜਦੋਂ ਬਾਕੀ ਕੰਟਰੀਆਂ 'ਚ ਇਹ ਸਾਰਾ ਕੁਛ ਆ, ਫਿਰ ਕੱਲੇ ਭਾਰਤ ਨੂੰ ਇਹਦੀ ਸਮੱਸਿਆ ਕਿਉਂ ਆ? ਜੇ ਸਮੱਸਿਆ ਸੀ ਉਹ ਸਮੱਸਿਆ ਦਾ ਬਹਿ ਕੇ ਹੱਲ ਨਿਕਲ ਸਕਦਾ। ਹੁਣ ਜੇ ਅਗਲੇ 6 ਮਹੀਨੇ ਮੰਗਦੇ, 6 ਮਹੀਨੇ ਦੇ ਦਿਓ, 6 ਮਹੀਨੇ ਬਾਅਦ ਕਰ ਲਓ ਭਾਈ। ਤੁਸੀਂ ਵੀ ਤਾਂ ਚੋਣਾਂ ਜਿਹੜੀਆਂ ਉਹ ਕਿੱਦਾਂ, ਕਦੀ ਰਾਮ ਮੰਦਿਰ ਦੇ ਨਾਂ ਤੇ, ਕਦੀ CA ਦੇ ਨਾਂ ਤੇ, ਕਦੀ ਧਾਰਾ 370 ਦੇ, ਕਦੀ ਪੁਲਵਾਮਾ ਦੇ ਸਿਰ ਤੇ, ਤੁਸੀਂ ਵੀ ਤਾਂ ਚੋਣਾਂ ਜਿੱਤੀਆਂ ਨੇ। ਤੁਸੀਂ ਕਿਹੜੇ ਨਹੀਂ ਜਿੱਤੀਆਂ? ਤੁਸੀਂ ਵੀ ਤਾਂ ਸਾਰਾ ਕੁਝ ਕੀਤਾ।
ਤੇ ਫਿਰ ਭਾਈ ਹੁਣ ਰੋਣਾ ਕਾਹਦਾ? ਨਾਲੇ ਇਹਨਾਂ ਦੇ ਜਿਹੜੇ ਨੇ ਕੀ ਨਾ ਉਹਨਾਂ ਦਾ ਸਵਾਮੀ ਜੀ ਸੁਬਰਾਮਨੀਅਮ ਸਵਾਮੀ, ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ IT ਵਿੰਗ ਮੁਖੀ ਅਮਿਤ ਮਾਲਵੀਆ ਦੇ ਖਿਲਾਫ ਆਖਿਆ ਸੀ ਕਿ ਇਹ ਬੇੜਾ ਗਰਕ ਕਰ ਰਿਹਾ ਮੇਰਾ ਤੇ ਲੋਕਾਂ ਦਾ। ਮਤਲਬ BJP ਦੇ IT ਸੈੱਲ ਦੇ ਮੁਖੀ ਮਾਲਵੀਆ ਦੇ ਖਿਲਾਫ ਸੁਬਰਾਮਨੀਅਮ ਸਵਾਮੀ ਨੇ ਬਿਆਨ ਦੇਣਾ ਪੈ ਗਿਆ ਓਪਨ ਲਈ ਕਿ ਗੈਰ ਮਿਆਰੀ ਕੰਮ ਕਰ ਰਿਹਾ BJP ਦਾ IT ਸੈੱਲ, ਤੇ ਫਿਰ ਦੂਜਿਆਂ ਨੂੰ ਤੁਸੀਂ ਨਿੰਦਦੇ ਹੋ ਕਿ ਉਹ ਦੇਸ਼ ਨੂੰ ਗੁੰਮਰਾਹ ਕਰ ਰਹੇ ਨੇ। ਇਸ ਵਕਤ ਆਪਣੇ ਨਾਲ ਕੁਲਜਿੰਦਰ ਸਿੰਘ ਬਾਈ ਜੀ ਇਟਲੀ ਤੋਂ ਜੁੜੇ ਨੇ ਜੀ। ਸਵਾਗਤ ਹੈ ਕੁਲਜਿੰਦਰ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੁੰਦੇ ਹੋ? ਸਰ ਖਬਰ ਸੁਣੀ ਸੀ ਸੋਸ਼ਲ ਮੀਡੀਆ ਤੇ ਕਹਿੰਦੇ ਸੁਖਪਾਲ ਖਹਿਰਾ ਕਾਂਗਰਸੀ ਆ ਰਿਹਾ ਸਰ, ਇਹਦੇ ਬਾਰੇ ਮੇਰੇ ਤੋਂ ਪੁੱਛਿਆ ਮਾੜਾ ਜਿਹਾ। ਹਾਂਜੀ ਗੱਲ ਰਿਪੀਟ ਕਰਿਓ ਜਰਾ। ਸਰ ਖਬਰ ਸੁਣੀ ਸੋਸ਼ਲ ਮੀਡੀਆ ਤੇ ਕਹਿੰਦੇ ਵੀ ਸੁਖਪਾਲ ਸਿੰਘ ਖਹਿਰਾ ਕਾਂਗਰਸੀ ਆ ਰਿਹਾ, ਇਹਦੇ ਬਾਰੇ ਬੜਾ ਕਮੈਂਟ ਲਿਓ ਸੁਰਿੰਦਰ ਜੀ ਦਾ। ਨਹੀਂ ਕੋਈ ਨਹੀਂ, ਪੁੱਛ ਲੈਣਾ ਜੀ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਥੈਂਕ ਯੂ। ਮਿਹਰਬਾਨੀ। ਪਾਰਟੀ ਬਣਦੀ ਹੈ ਸ਼ਾਇਦ, ਕੋਈ ਗੱਲ ਨਹੀਂ, ਪੁੱਛ ਲੈਣਾ। ਥੈਂਕ ਯੂ ਜੀ, ਥੈਂਕ ਯੂ। ਸੁਰਿੰਦਰ ਬਾਈ ਜੀ, ਇੱਕ ਤਾਂ ਨੀਰਵ ਮੋਦੀ ਬਾਰੇ ਆਇਆ ਸੀ ਕੋਈ ਅਪਡੇਟ, ਉਹ ਵੀ ਕਰ ਦਿਓ। ਤੇ ਇੱਕ ਆਪਣਾ ਸੁਖਪਾਲ ਸਿੰਘ ਖਹਿਰਾ ਬਾਰੇ ਸਵਾਲ ਆਇਆ ਸੀਗਾ ਕਿ ਸੁਖਪਾਲ ਸਿੰਘ ਖਹਿਰਾ ਕਾਂਗਰਸ 'ਚ ਜਾ ਰਹੇ ਨੇ। ਇੱਕ ਪੱਟੀ 9 ਲੱਖੀ ਹੁੰਦੀ ਸੀ, ਪਰ ਅਫਸੋਸ ਕਿੰਨੀ ਭੀੜ ਵੇਖ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ 2 ਲਾਸ਼ਾਂ ਪੱਟੀ ਦੇ ਸਰਾਲੀ ਰੋਡ ਤੇ ਜਿਹੜਾ ਕਤਲ ਹੋਇਆ, 2 ਨੌਜਵਾਨਾਂ ਦਾ ਕਤਲ ਹੋਇਆ, ਜਿਨ੍ਹਾਂ ਦੀ ਜ਼ਿੰਮੇਵਾਰੀ ਜੱਗੂ ਭਗਵਾਨਪੁਰੀ ਨੇ ਲੈ ਲਈ ਹੈ। ਸੋ ਇਸ ਸੰਬੰਧੀ ਅਕਾਲੀ ਦਲ ਦੇ ਆਗੂਆਂ ਦੀ ਤਰਫੋਂ ਇਹਨਾਂ ਦੀਆਂ ਲਾਸ਼ਾਂ ਸ਼ਹਿਰ ਦੇ ਕੋਲਾ ਚੌਂਕ 'ਚ ਰੱਖ ਕੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਧਰਨਾ ਦਿੱਤਾ ਜਾ ਰਿਹਾ, ਜਦੋਂ ਕਿ ਗੈਂਗਸਟਰ ਜੱਗੂ ਭਗਵਾਨਪੁਰੀ ਦੇ ਗਰੁੱਪ ਨੇ ਸੋਸ਼ਲ ਮੀਡੀਆ ਤੇ ਇਹਨਾਂ ਪੱਟੀ 'ਚ ਅੱਜ ਹੋਏ 2 ਕਤਲਾਂ ਦੀ ਜ਼ਿੰਮੇਵਾਰੀ ਲੈ ਲਈ ਹੈ ਤੇ ਇਹਨਾਂ ਦੇ ਸਾਥੀਆਂ ਨੂੰ ਵੀ ਤਿਆਰ ਰਹਿਣ ਦੇ ਲਈ ਆਖਿਆ। ਕਿਸ ਪਾਸੇ ਨੂੰ ਜਾ ਰਿਹਾ ਪੰਜਾਬ? ਰਵੀ ਧਾਲੀਵਾਲ ਤੇ ਗੋਲੀ ਕਾਜੀਕੋਟ ਦੀ ਤਰਫੋਂ ਇਹ ਜਿਹੜਾ ਪੇਜ ਹੈ ਉਸ ਦੇ ਵਿੱਚ ਕਿਹਾ ਗਿਆ ਕਿ ਅੱਜ ਜਿਹੜੇ 2 ਕਤਲ ਪੱਟੀ 'ਚ ਹੋਏ ਨੇ ਜੱਗੂ ਭਗਵਾਨਪੁਰੀ ਗਰੁੱਪ ਨੇ, ਇਸ ਦੌਰਾਨ ਕਿ ਇਹਨਾਂ ਨੇ ਪਹਿਲਾਂ ਵੀ ਗੋਲੀ ਤੇ ਫਾਇਰਿੰਗ ਕੀਤੀ ਸੀਗੀ ਤੇ ਅਸੀਂ 2020 ਦੇ ਵਿੱਚ ਪ੍ਰਧਾਨਗੀ ਵੇਲੇ ਤਰਨ ਆ ਕੇ ਇਹਨਾਂ ਨੇ ਹਮਲਾ ਕੀਤਾ ਸੀ। ਅੱਜ ਅਸੀਂ ਬਦਲਾ ਲੈ ਲਿਆ ਤੇ ਬਾਕੀ ਵੀ ਤਿਆਰ ਰਹਿਣ, ਕੁਝ ਵੀ ਹੋ ਸਕਦਾ। ਤੇ ਇਸ ਦੌਰਾਨ ਮਤਲਬ ਕਿਸ ਪਾਸੇ ਨੂੰ ਪੰਜਾਬ ਦੀ ਜਵਾਨੀ ਸੁਰਿੰਦਰ ਬਾਈ ਜੀ ਜਾਈ ਜਾ ਰਹੀ ਹੈ ਜੀ? ਨਹੀਂ, ਜਵਾਨੀ ਦੇਖੋ ਗੱਲ ਤੇ ਆ ਕਿ ਜਵਾਨੀ ਜਿਹੜੀ ਬਚੀ ਉਹੀ ਜਾ ਰਹੀ ਆ, ਬਹੁਤੀ ਜਵਾਨੀ ਤਾਂ ਬਾਹਰ ਨੂੰ ਤੁਰੀ ਜਾ ਰਹੀ ਆ। ਥੋੜੇ ਲੋਕ ਨੇ, ਬਾਕੀ ਤਾਂ ਬੱਚੇ ਸਿਆਣੇ ਨੇ, ਖੈਰ ਆਪਣਾ ਕੈਰੀਅਰ ਵੀ ਬਣਾ ਰਹੇ ਨੇ। ਹਾਂ, ਬਾਕੀ ਤਾਂ ਕੈਰੀਅਰ ਬਣਾ ਕੇ ਤੁਰੇ ਜਾਂਦੇ, ਇੰਨੇ ਕੋ ਪਹਿਲਾਂ ਵੀ ਹੁੰਦੇ ਆ ਤੇ ਉਹ ਹੁਣ ਵੀ ਹੈਗੇ ਨੇ, ਉਹ ਤੇ ਚੱਲੀ ਜਾਂਦਾ। ਠੀਕ ਆ, ਹੁਣ ਗੱਲ ਤੇ ਇਹ ਆ ਵੀ ਗੈਂਗਸਟਰ ਪੈਦਾ ਕਿਹਨੇ ਕੀਤੇ ਆ? ਗੈਂਗਸਟਰਾਂ ਨੂੰ ਜੇਲ੍ਹਾਂ 'ਚ ਸਹੂਲਤਾਂ ਕਿਹਨੇ ਦਿੱਤੀਆਂ? ਗੈਂਗਸਟਰਾਂ ਨੂੰ ਥਾਣਿਆਂ ਦੇ ਵਿੱਚ ਪ੍ਰੋਟੈਕਸ਼ਨ ਕਿਹਨੇ ਦਿੱਤੀ? ਜਦੋਂ ਗੈਂਗਸਟਰ ਜਿਹੜੇ ਆ ਉਹਨਾਂ ਨੂੰ ਚੋਣਾਂ 'ਚ ਵਰਤਿਆ ਤੇ ਕਿਹਨੇ ਵਰਤਿਆ? ਕਿਹਨੇ ਗੈਂਗਸਟਰਾਂ ਦੇ ਸਿਰ ਤੇ ਫਰੌਤੀਆਂ ਲਈਆਂ? ਕਿਹਨੇ ਗੈਂਗਸਟਰਾਂ ਦੇ ਸਿਰ ਤੇ ਚੋਣਾਂ ਜਿੱਤੀਆਂ? ਇਹ ਸਾਰਾ ਕੁਝ ਤਾਂ ਸਾਹਮਣੇ ਆਉਣਾ ਚਾਹੀਦਾ। ਗੱਲ ਤੇ ਆ ਕਿ ਤੁਸੀਂ ਹਰ ਵਿਅਕਤੀ ਨੂੰ ਉਭਾਰ ਕੇ ਉਹਦੇ ਨਾਂ ਤੇ ਚੋਣਾਂ ਜਿੱਤੀਆਂ, ਚੋਣਾਂ ਜਿੱਤ ਕੇ ਬਾਅਦ ਦੇ ਵਿੱਚ ਜਦੋਂ ਤੁਹਾਨੂੰ ਉਹਦੀ ਜ਼ਰੂਰਤ ਵੀ ਪਈ ਕਿ ਭਾਈ ਇਹਦੀ ਜ਼ਰੂਰਤ ਆ, ਤੇ ਫਿਰ ਉਹਨਾਂ ਦੀ ਥਾਣਿਆਂ ਦੇ ਵਿੱਚ ਵੀ ਜਿਹੜੀ ਹਮਾਇਤ ਕੀਤੀ ਗਈ, ਉਹਨਾਂ ਦੀ ਕੋਰਟ ਕਚਹਿਰੀ 'ਚ ਵੀ ਹਮਾਇਤ ਕੀਤੀ ਗਈ। ਸੁਰਿੰਦਰ ਵੀਰ ਦੇਖੋ, ਆਪਣੇ ਵਕਤ ਵੀ ਅਸੀਂ ਵੇਖਿਆ ਜਦੋਂ ਦੇ ਕਾਲਜ ਯੂਨੀਵਰਸਿਟੀਆਂ 'ਚ ਆਇਆ, ਉਦੋਂ ਵੀ ਜਿਹੜੀਆਂ ਫੈਡਰੇਸ਼ਨਜ਼ ਹੁੰਦੀਆਂ ਸੀਗੀਆਂ, ਭਾਵੇਂ ਉਹ ਖੱਬੇ ਪੱਖੀਆਂ ਦੀ ਹੋਵੇ, ਸੱਜੇ ਪੱਖੀਆਂ ਦੀ ਹੋਵੇ, ਸਿੱਖਾਂ ਦੀ ਹੋਵੇ ਜਾਂ ਆਮ ਸਟੂਡੈਂਟ ਦੀ, ਜਿਹੜੀਆਂ ਫੈਡਰੇਸ਼ਨਜ਼ ਨੇ ਕਿਤੇ ਨਾ ਕਿਤੇ ਸਿਆਸੀ ਰੁਝਾਨ ਉਹ ਰੱਖਦੀਆਂ ਸੀ। ਕਿੰਨੇ ਨੇਤਾ ਨੇ ਫੈਡਰੇਸ਼ਨਾਂ 'ਚੋਂ ਨਿਕਲੇ ਨੇ, ਪਰ ਹੁਣ ਫੈਡਰੇਸ਼ਨਾਂ ਨਹੀਂ ਬਣ ਰਹੀਆਂ। ਉਹੀ ਪੁਰਾਣੇ ਬੰਦੇ ਪੋਤਿਆਂ ਪੜਪੋਤਿਆਂ ਵਾਲੇ ਫੈਡਰੇਸ਼ਨਾਂ ਦੇ ਮੁਖੀ ਬਣੇ ਨੇ। ਇਸ ਦੌਰਾਨ ਗਰੁੱਪ ਨੇ ਨਾ, ਜਿਹੜੇ ਇਲਾਕਿਆਂ 'ਚ ਗਰੁੱਪ ਨੇ, ਜਿਵੇਂ ਕੋਈ ਗਾਂਧੀ ਗਰੁੱਪ ਪੈਦਾ ਹੋ ਗਿਆ, ਕੋਈ ਦੂਜਾ ਗਰੁੱਪ ਪੈਦਾ ਹੋ ਗਿਆ, ਇਹ ਗਰੁੱਪ ਸਥਾਨਕ ਹਲਕਾ ਪੱਧਰ ਤੇ ਪੈਦਾ ਹੋ ਗਏ ਨੇ, ਜਿਨ੍ਹਾਂ ਨੂੰ ਇਲਾਕੇ ਦੇ 2-3 ਵਿਧਾਇਕ ਆਪਣੇ ਨਾਲ ਕੈਸ਼ ਕਰ ਰਹੇ ਨੇ। ਸੁੱਖੀ ਕਾਹਲਵਾਂ ਹੋਣੀ ਜਾਂ ਉਸ ਤੋਂ ਪਹਿਲਾਂ ਗਾਂਧੀ ਗਰੁੱਪ ਆਇਆ, ਫਿਲਮਾਂ ਬਣੀਆਂ। ਇਹ ਮਤਲਬ ਫੈਡਰੇਸ਼ਨ, ਸਟੂਡੈਂਟ ਫੈਡਰੇਸ਼ਨ ਟੁੱਟ ਕੇ, ਕਿਉਂਕਿ ਇਹ ਜਿਹੜੇ ਗੈਂਗਸਟਰ ਕਲਚਰ 'ਚ ਆਉਂਦੇ ਲੋਕ ਨੇ ਬਹੁਤੇ ਕਾਲਜਾਂ ਕੂਲਜਾਂ ਵਾਲੇ ਨਹੀਂ ਹੈਗੇ, ਆਮ ਨੌਜਵਾਨ ਨੇ, ਉਹ ਫੈਡਰੇਸ਼ਨ ਵਾਲਾ ਟ੍ਰੈਂਡ ਟੁੱਟਿਆ। ਇਸ ਤੋਂ ਬਾਅਦ ਇਹ ਜਿਹੜਾ ਇਲਾਕਿਆਂ ਦੇ ਵਿੱਚ ਇਸ ਤਰ੍ਹਾਂ ਦੇ ਬਾਹੂਬਲੀ ਜਿਵੇਂ ਯੂਪੀ 'ਚ ਹੁੰਦਾ, ਉਹ ਕਲਚਰ ਅਸੀਂ ਅਡਾਪਟ ਕਰ ਲਿਆ, ਉੱਥੋਂ ਇਹ ਫਿਰ ਗੈਂਗਵਾਰ ਚੱਲਣ ਲੱਗੀ ਜੀ। ਪਰਮਿੰਦਰ ਦੇਖੋ, ਪਹਿਲਾਂ ਕੀ ਸੀਗੀ? AISF ਸੀਗੀ, ਉਹ ਸੀਗੀ CPI ਨਾਲ ਸੰਬੰਧਿਤ, SFI ਸੀਗੀ, ਉਹ ਸੀ CPM ਨਾਲ ਸੰਬੰਧਿਤ। ਫਿਰ ਇੱਕ ਇਹਨਾਂ ਨੇ AIYF ਵੀ ਬਣਾਈ, ਠੀਕ ਹੈ ਜੀ, ਉਹ ਵੀ ਇਹਨਾਂ ਦੀ ਸੀਗੀ। ਇਹ 3 ਹੋ ਗਈਆਂ। ਉਹ ਥੋੜੀ ਜਿਹੀ ਨਕਸਲੀ ਵਿਚਾਰਧਾਰਾ ਦੀ ਸੀ ਜਿਹੜੀ AIYF ਸੀਗੀ। ਇਹ 3 ਇਹਨਾਂ ਦੀਆਂ ਹੋ ਗਈਆਂ।
ਉਹਦੇ ਬਾਅਦ ਉਸ ਤੋਂ ਪਹਿਲਾਂ ਕਿਸੇ ਟਾਈਮ PSU ਦਾ ਬੜਾ ਜ਼ੋਰ ਹੁੰਦਾ ਸੀ, ਉਹ ਵੀ ਨਕਸਲੀ ਵਿਚਾਰਧਾਰਾ ਦੀ ਹੀ ਸੀ, ਕਿਉਂਕਿ ਨਕਸਲੀਆਂ ਦੇ ਵਿੱਚ ਵੀ 3-4 ਵਿਚਾਰਧਾਰਾ ਦੇ ਅਲੱਗ-ਅਲੱਗ ਲੋਕ ਜਿਹੜੇ ਨੇ ਉਹ ਹੈਗੇ ਨੇ। ਹੁਣ ਇਹ ਸਾਰੇ ਸਬਕ ਆਏ ਦੇ ਬਾਅਦ ਕੀ ਹੋਇਆ ਕਿ ਸਿੱਖ ਸਟੂਡੈਂਟ ਫੈਡਰੇਸ਼ਨ ਆਈ, ਸਿੱਖ ਸਟੂਡੈਂਟ ਫੈਡਰੇਸ਼ਨ ਤੋਂ ਬਾਅਦ NSU ਆਈ, ਫਿਰ BJP ਆਈ, ਉਹਨੇ ABVP ਲੈ ਆਂਦੀ। ਇਹ ਸਾਰੀਆਂ ਜਥੇਬੰਦੀਆਂ ਜਿਹੜੀਆਂ ਇਹ ਕਿਤੇ ਨਾ ਕਿਤੇ ਪੋਲੀਟੀਕਲ ਪਾਰਟੀਆਂ ਨਾਲ ਜਿਹੜੀਆਂ ਉਹ ਸੰਬੰਧਿਤ ਸੀਗੀਆਂ। ਪਰ ਉਸ ਦੇ ਬਾਅਦ ਹਾਲਾਤ ਕੀ ਬਣੇ, ਹਾਲਾਤ ਇਦਾਂ ਦੇ ਬਣ ਗਏ ਤੇ ਹੌਲੀ ਹੌਲੀ ਕਰਕੇ ਇਹ ਸਾਰੇ ਦੀਆਂ ਸਾਰੀਆਂ ਜਥੇਬੰਦੀਆਂ ਹਾਸ਼ੀਏ ਤੇ ਚਲ ਗਈਆਂ। ABVP ਨੂੰ ਕਹੀ ਜਾਈਏ ਕਿੱਥੇ ਕੋ ਦਿਖਦੀ, ਅੱਜ ਦਿਖਦੀ ਨਹੀਂ, ਕਿਉਂਕਿ ਉਹਨਾਂ ਕੋਲ ਕੀ ਸੀ, ਉਹਨਾਂ ਕੋਲ BJP ਸੀ, ਦੂਜਾ ਭਾਰਤੀ ਜਨਤਾ ਯੁਵਾ ਮੋਰਚਾ ਸੀ, ਮਤਲਬ ਯੂਥ ਵਿੰਗ ਉਹਨਾਂ ਲੈ ਲਿਆ, ਉਹਨਾਂ ਕੋਲ VHP ਸੀ, ਉਹਨਾਂ ਕੋਲ RSS ਸੀ, ਤੇ ਉਹਨਾਂ ਦਾ ਜਿਹੜਾ ABVP ਸੀ ਉਹ ਕਿਤੇ ਦਾ ਕਿਤੇ ਖੂਹ ਖਾਤੇ ਚਲ ਗਿਆ। CPI CPM ਦੀਆਂ ਜਿਹੜੀਆਂ 3-4 ਪਾਰਟੀਆਂ ਸੀਗੀਆਂ ਨੈਸ਼ਨਲ ਲੈਵਲ ਦੀਆਂ ਸੀ, ਉਹ ਸਾਰੀਆਂ ਖਤਮ ਹੋ ਗਈਆਂ। ਠੀਕ ਆ, NSUI ਦਾ ਵੀ ਕਿਤੇ ਤੁਹਾਨੂੰ ਬਹੁਤਾ ਜ਼ੋਰ ਨਹੀਂ ਦੇਖਦਾ, ਕਿਉਂਕਿ ਉਹ ਕਾਂਗਰਸ ਸੀ। ਕਾਂਗਰਸ ਦੇ ਬਾਅਦ ਉਹਨਾਂ ਕੋਲ ਯੂਥ ਕਾਂਗਰਸ ਆ ਗਈ। ਜਿਸ ਤਰ੍ਹਾਂ ਇਸੇ ਤਰ੍ਹਾਂ ਅਕਾਲੀ ਦਲ ਨੇ ਯੂਥ ਅਕਾਲੀ ਦਲ ਬਣਾ ਲਿਆ, ਉਹਦੇ ਬਾਅਦ ਉਹਨਾਂ SOI ਬਣਾ ਲਈ ਤੇ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਵੀ ਭੋਗ ਪੈ ਗਿਆ। ਸਾਰਾ ਕੁਝ ਖਤਮ ਹੋ ਗਿਆ, ਕਿਤੇ ਦਿਖਾਈ ਨਹੀਂ ਦਿੰਦੀ। ਹੁਣ ਕੁੱਲ ਮਿਲਾ ਕੇ ਕੀ ਆ ਕਿ ਜੇ ਜਥੇਬੰਦੀਆਂ ਰਹਿ ਗਈਆਂ, ਚਾਹੇ ਉਹ ਨਕਸਲੀ ਵਿਚਾਰਧਾਰਾ ਨਾਲ ਸੰਬੰਧਿਤ ਹੋਣ, ਚਾਹੇ ਉਹ ਮਾਓਵਾਦੀਆਂ ਨਾਲ ਹੋਣ, ਚਾਹੇ ਨਾਗਾ ਰੈਡੀ ਗਰੁੱਪ ਨਾਲ ਹੋਣ, ਚਾਹੇ CPI ਨਾਲ CPM ਨਾਲ ਹੋਣ, ਸਾਰੀਆਂ ਵਿਚਾਰਧਾਰਾ ਹੈਗੀਆਂ ਨੇ ਪਰ ਉਹ ਅਲੱਗ-ਅਲੱਗ ਆ। ਕਿਸੇ ਦਾ ਯੂਨਿਟ ਕਿਸੇ ਕਾਲਜ 'ਚ, ਕਿਸੇ ਦਾ ਕਿਸੇ ਯੂਨੀਵਰਸਿਟੀ 'ਚ, ਇੱਥੋਂ ਤੱਕ ਸੀਮਤ ਨੇ, ਇਸ ਤੋਂ ਗਾਂਹ ਨਹੀਂ ਹੈ। ਉੱਥੇ ਫਿਰ ਗੈਂਗਵਾਰ ਸ਼ੁਰੂ ਹੋ ਜਾਂਦੀ, ਕਿਉਂਕਿ ਬਹੁਤ ਛੋਟੇ-ਛੋਟੇ ਗਰੁੱਪ ਆ, ਜਾਂ ਕੋਈ ਗਰੁੱਪ ਆ ਉਹ ਉੱਠਿਆ ਕਿਸੇ ਯੂਨੀਵਰਸਿਟੀ 'ਚ ਉੱਠਿਆ, ਕਿਸੇ ਕਾਲਜ 'ਚ ਉੱਠਿਆ, ਉਸ ਗਰੁੱਪ ਦਾ ਆਧਾਰ ਉਸ ਹਲਕੇ ਦੇ ਨੇੜੇ, ਉਸ ਕਾਲਜ ਜਾਂ ਯੂਨੀਵਰਸਿਟੀ ਦੇ ਨੇੜੇ ਲੱਗਦੇ ਜਿਹੜੇ 1-2 ਹਲਕੇ ਸੀ ਉੱਥੇ ਸੀ, ਉੱਥੋਂ ਦੇ ਜਿਹੜੇ ਲੋਕਲ ਲੀਡਰ ਸੀ ਉਹਨਾਂ ਨੇ ਉਹਨਾਂ ਨੂੰ ਵਰਤ ਲਿਆ ਤੇ ਆਪਣੀਆਂ ਚੋਣਾਂ ਦੇ ਮੁਤਾਬਕ ਉਹਨਾਂ ਤੋਂ ਕੰਮ ਲੈ ਲਿਆ। ਉਸ ਕਰਕੇ ਲੀਡਰਸ਼ਿਪ ਨਹੀਂ ਨਿਕਲੀ। ਜੇ ਇਹ ਸਾਰੀਆਂ ਜਥੇਬੰਦੀਆਂ ਕਾਇਮ ਰਹਿੰਦੀਆਂ, ਇਹਨਾਂ ਜਥੇਬੰਦੀਆਂ ਚੋਂ ਲੀਡਰਸ਼ਿਪ ਨਿਕਲਦੀ, ਉਹ ਲੀਡਰਸ਼ਿਪ ਜਿਹੜੀ ਸੀ ਉਹ ਅੱਗੇ ਜਾ ਕੇ ਵਿਧਾਨ ਸਭਾ 'ਚ ਪਹੁੰਚਦੀ, ਪਾਰਲੀਮੈਂਟ 'ਚ ਪਹੁੰਚਦੀ। ਔਰ ਰਾਹੁਲ ਗਾਂਧੀ ਜੋ ਮਰਜ਼ੀ ਹੈ, ਚਾਹੇ ਉਹ ਕਾਂਗਰਸ ਨੂੰ ਸਰਵਾਈਵ ਨਹੀਂ ਕਰਾ ਸਕਿਆ, ਪਰ ਘੱਟੋ ਘੱਟ ਉਹਨੇ ਇੱਕ ਕੰਮ ਤਾਂ ਕੀਤਾ, ਉਹਨੇ ਯੂਥ ਕੱਢਿਆ। ਤੁਸੀਂ ਪੰਜਾਬ ਦੇ ਅੰਦਰ ਦੇਖੋ ਕਿੰਨਾ ਯੂਥ ਆ ਜਿਹੜਾ ਰਾਜੀਵ ਗਾਂਧੀ ਨੇ ਕੱਢਿਆ ਸੀ, ਉਹਦੇ ਚੋਂ ਕਈ ਤਾਂ ਫੇਲ ਹੋ ਗਏ, ਕਈਆਂ ਦੀਆਂ ਜ਼ਮਾਨਤਾਂ ਵੀ ਜ਼ਬਤ ਹੋਈਆਂ, ਪਰ ਬਹੁਤੇ ਉਹ ਨੇ ਜਿਹੜੇ ਰਾਜੀਵ ਗਾਂਧੀ ਦੇ ਕੱਢੇ ਹੋਏ ਮੈਂਬਰ ਪਾਰਲੀਮੈਂਟ ਵੀ ਬਣੇ ਤੇ ਸਟੇਟ 'ਚ ਮਿਨਿਸਟਰ ਵੀ ਬਣੇ ਨੇ। ਵਿਜੇਂਦਰ ਸਿੰਗਲਾ ਕਿੱਥੋਂ ਆਇਆ? ਰਾਜੀਵ ਗਾਂਧੀ ਵਾਲੀ ਉਸ ਸਕੀਮ 'ਚੋਂ ਆਇਆ। ਰਮਨੀਤ ਬਿੱਟੂ ਸੀ, ਉਹਨਾਂ ਦੀ ਚੁਆਇਸ ਸੀ, ਉਹਨਾਂ ਨੇ ਚੱਕ ਕੇ ਲੈ ਕੇ ਆਂਦਾ। ਠੀਕ ਹੈ, ਕੁਲਜੀਤ ਨਾਗਰਾ ਕਿਹਨੇ ਲਿਆਂਦਾ? ਇਹ ਵੀ ਉਹਨਾਂ ਨੇ ਲੈ ਕੇ ਆਂਦਾ। ਬਰਿੰਦਰ ਢਿੱਲੋਂ ਜਿਹੜਾ ਰੋਪੜ ਵਾਲਾ, ਉਹ ਕਿਹਨਾਂ ਨੇ ਲਿਆਂਦਾ? ਜਿਹੜਾ ਸੰਗਰੂਰ ਵਾਲਾ ਆਪਣਾ ਧੂਰੀ ਵਾਲਾ MLA ਬਣਿਆ, ਉਹ ਕਿਹਨਾਂ ਲਿਆਂਦਾ? ਉਹਨਾਂ ਨੇ ਲਿਆਂਦਾ। ਜਿਹੜਾ ਆਪਣਾ ਉੱਥੋਂ ਤਲਵੰਡੀ ਸਾਬੋ ਤੋਂ ਇਸ ਵਕਤ ਹਲਕਾ ਇੰਚਾਰਜ ਆ, ਚੋਣ ਹਾਰ ਗਿਆ ਸੀ ਕਾਂਗਰਸ ਵਾਲਾ, ਉਹ ਕਿਹਨੇ ਲਿਆਂਦਾ? ਉਹ ਵੀ ਰਾਹੁਲ ਗਾਂਧੀ ਦੇ ਗਰੁੱਪ ਚੋਂ ਆਇਆ। ਮਤਲਬ ਇਸੇ ਤਰ੍ਹਾਂ ਜਿੰਨੇ ਵੀ ਵਿਅਕਤੀ ਨੇ ਉਹ ਕਿਤੇ ਨਾ ਕਿਤੇ ਯੂਥ ਚੋਂ ਕੱਢੇ ਨੇ ਤੇ ਉਹ ਲੀਡਰਸ਼ਿਪ ਨੇ ਕੱਢੇ ਆ। ਜਦੋਂ ਨਵੀਂ ਲੀਡਰਸ਼ਿਪ ਆਉਂਦੀ ਉਹ ਕੱਢਦੀ ਆ, ਜਿਹੜੀ ਪੁਰਾਣੀ ਲੀਡਰਸ਼ਿਪ ਆ ਉਹਨਾਂ ਦਾ ਭਾਈ ਕਿਸੇ ਦਾ ਭਤੀਜਾ ਆ ਗਿਆ, ਕਿਸੇ ਦਾ ਸਾਲਾ ਆ ਗਿਆ, ਕਿਸੇ ਦੇ ਸਾਲੇ ਦਾ ਪੁੱਤ ਆ ਗਿਆ। 5-7 ਲੀਡਰ ਪੰਜਾਬ ਦੇ ਇਦਾਂ ਦੇ ਆ ਜਿਨ੍ਹਾਂ ਦੀਆਂ 7-7 ਸਾਲੀਆਂ ਨੇ, ਉਹਨਾਂ ਨੇ ਸਾਲੀਆਂ ਦੇ ਪੋਤੇ ਸਾਰਾ ਕੁਝ, ਮਤਲਬ ਨਾਨੀ ਕਢਾਣੀ ਛੱਡੀ ਨਹੀਂ, ਸਾਰੀਆਂ ਯੂਨੀਵਰਸਿਟੀਆਂ ਭਰਤੀਆਂ, ਸਾਰੇ ਉਹਨਾਂ ਨੇ ਠੇਕੇ ਦੇ ਤੇ ਸੜਕਾਂ ਦੇ ਉਹਨਾਂ ਨੂੰ ਜੋ ਕੁਛ ਸੀ। ਮੈਂ ਕਈ ਵਾਰੀ ਹੱਸਦਾ ਹੁੰਦਾ ਕਿ ਭਾਈ ਇਹ 4 ਲੀਡਰ ਪੰਜਾਬ 'ਚ ਤਕੜੇ ਆ, 7-7 ਸਾਲੀਆਂ ਧੰਨ ਨੇ, 7-7 ਸਾਲੀਆਂ ਦਾ ਜਿਨ੍ਹਾਂ ਨੇ ਬੋਝ ਚੱਕਿਆ ਤੇ ਸਾਰਾ ਪੰਜਾਬ ਜਿਹੜਾ ਉਹਨਾਂ ਨੂੰ ਸ਼ਿਕਾਇਤ ਆ। ਏਦਾਂ ਦਾ ਬੋਝ ਚੱਕਣ ਵਾਲਾ ਬਹੁਤ ਲੀਡਰ ਤੁਹਾਨੂੰ ਜਿਹੜਾ ਉਹ ਘੱਟ ਮਿਲਦਾ। ਜੀ ਸੁਰਿੰਦਰ ਭਾਈ ਜੀ, ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਤੁਸੀਂ ਬੇਸ਼ਕੀਮਤੀ ਜਾਣਕਾਰੀਆਂ ਸਾਂਝੀਆਂ ਕੀਤੀਆਂ। ਸਵੇਰੇ ਫਿਰ ਹੁੰਦੀ ਹੈ ਮੁਲਾਕਾਤ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੋਨਲ ਸਿੰਘ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ, ਮਿਹਰਬਾਨੀ। ਸੋ ਦੋਸਤੋ, ਇਹ ਸਨ ਰਾਜਨੀਤਿਕ ਮਾਮਲਿਆਂ ਦੇ ਮਾਹਰ ਤੇ ਵਕਾਲਤ ਨਾਲ ਵਾਬਸਤਾ ਸੁਰਿੰਦਰ ਸਿੰਘ ਆਪਣੇ ਨਾਲ ਜੁੜੇ ਸੀ। ਤੁਸੀਂ ਕੋਈ ਗੱਲਬਾਤ ਕਰਨੀ ਹੋਵੇ ਤਾਂ ਇਸ ਵਕਤ ਕਾਲ ਕਰ ਸਕਦੇ ਹੋ। ਲਾਈਨਾਂ ਇਸ ਵਕਤ ਖੋਲੀਆਂ ਨੇ। ਥੋੜੀ ਖਬਰਾਂ ਦੀ ਮੈਂ ਅਪਡੇਟ ਤੁਹਾਡੇ ਨਾਲ ਕਰਾਂਗਾ। ਵਿਸ਼ਵ ਦੇ ਵਿੱਚ, ਦੁਨੀਆਦਾਰੀ ਦੇ ਵਿੱਚ ਕੀ ਕੁਝ ਵਾਪਰ ਰਿਹਾ। ਜਿਸ ਤਰ੍ਹਾਂ ਅੱਜ ਕਹਾਣੀ ਸੁਣਾਈ ਹੈ, ਸਾਡੇ ਦੇ ਜ਼ਖਮ ਭਾਰਤ ਪਾਕ ਵੰਡ ਦੇ ਦੌਰਾਨ ਉਦਲ ਗਈਆਂ ਉਹਨਾਂ ਔਰਤਾਂ ਜਿਨ੍ਹਾਂ ਨੂੰ ਸਤਿਕਾਰ ਦੇ ਤੌਰ ਤੇ ਜਿੱਤ ਜਾਂ ਮਿਰਜਾਨ, ਬੈਟਰ ਹਾਫ, ਅਰਧਾਂਗਣੀ ਜਾਂ ਕਿੰਨੇ ਕੁਛ ਨਾਲ ਸੰਬੋਧਨ ਕੀਤਾ ਜਾਂਦਾ ਹੈ। ਅੱਜ ਵੀ ਦੁਨੀਆ ਦੇ ਹੋਰ ਬਹੁਤ ਮੁਲਕਾਂ ਦੇ ਵਿੱਚ ਔਰਤ ਦੀ ਕੀ ਦਸ਼ਾ ਦੁਰਗਤੀ ਹੈ, ਇਸ ਬਾਰੇ ਮੈਕਸੀਕੋ ਦੀਆਂ ਖਬਰਾਂ ਨੇ। ਮੈਕਸੀਕੋ ਦੀ 34 ਲੱਖ ਆਬਾਦੀ ਵਾਲਾ ਸੂਬਾ ਹੈ ਗੁਆਰੀਓ। ਉੱਥੇ ਮਾਂ ਪਿਓ ਆਪਣੀਆਂ ਬੇਟੀਆਂ ਨੂੰ ਘੱਟ ਉਮਰ ਦੇ ਵਿੱਚ ਬਤੌਰ ਦੁਲਹਨ ਵੇਚ ਦਿੰਦੇ ਨੇ, ਉਹ ਵੀ ਮਹਿਜ਼ 1.5 ਲੱਖ ਰੁਪਏ ਦੇ ਵਿੱਚ।
ਦੱਖਣ ਮੈਕਸੀਕੋ ਦੇ ਇਸ ਗੁਆਰੋ ਸੂਬੇ ਦੇ ਵਿੱਚ ਇਹ ਪਰੰਪਰਾ ਬਹੁਤ ਸਾਲ ਤੋਂ ਚੱਲੀ ਆ ਰਹੀ ਹੈ। ਹਾਲਾਂਕਿ ਕਈ ਲੋਕ ਇਸ ਪਰੰਪਰਾ ਦਾ ਵੀ ਵਿਰੋਧ ਕਰ ਰਹੇ ਨੇ ਕਿ ਬਾਲੜੀਆਂ ਨੂੰ, ਕੰਨਿਆਵਾਂ ਨੂੰ, ਕੰਜਕਾਂ ਨੂੰ ਛੋਟੀ ਉਮਰ ਦੇ ਵਿੱਚ 1.5 ਲੱਖ ਰੁਪਏ 'ਚ ਵੇਚਣਾ ਵਹੁਟੀ ਦੇ ਤੌਰ ਤੇ, ਇਹ ਜਿਹੜੀਆਂ ਪਰੰਪਰਾ ਤਾਂ ਨਹੀਂ, ਇਹਨੂੰ ਤਾਂ ਮੈਂ ਕੁਰੈਤਾਂ ਕਹਾਂਗਾ, ਬੰਦ ਹੋਣੀਆਂ ਚਾਹੀਦੀਆਂ ਨੇ। ਅਗਾਂਹ ਵਧੂ ਲੋਕ ਇਸ ਦਾ ਵਿਰੋਧ ਵੀ ਕਰ ਰਹੇ ਨੇ। ਇਸ ਪਰੰਪਰਾ ਨੂੰ ਲੈ ਕੇ 23 ਸਾਲ ਦੀ ਇੱਕ ਔਰਤ ਆ ਐਲੀਆਨਾ ਫਲੈਂਸਿਓ, ਉਸਨੇ ਦੱਸਿਆ ਕਿ ਮੈਨੂੰ ਮਹਿਜ਼ 14 ਸਾਲ ਦੀ ਉਮਰ ਦੇ ਵਿੱਚ ਵੇਚਿਆ ਗਿਆ ਸੀ। ਮੈਂ ਆਪਣੀ ਮਾਂ ਨੂੰ ਵੀ ਗੁਜ਼ਾਰਿਸ਼ ਕੀਤੀ ਸੀ ਕਿ ਮੈਨੂੰ ਵੇਚਿਆ ਨਹੀਂ ਜਾਣਾ ਚਾਹੀਦਾ, ਲੇਕਿਨ ਮੇਰੀ ਬੇਨਤੀ ਮਾਂ ਦੇ ਅੱਗੇ ਵੀ ਬੇਕਾਰ ਹੋ ਗਈ। ਆਪਣੀ ਬੇਨਤੀ ਲੈ ਕੇ ਜਿਹੜੀ ਆਪਣੀ ਗੁਹਾਰ ਲੈ ਕੇ ਉਸ ਦਾ ਕਹਿਣਾ ਸੀ ਕਿ ਵੇਚਣ ਤਾਂ ਜਾਨਵਰਾਂ ਨੂੰ ਜਾਂਦਾ, ਅਸੀਂ ਜਾਨਵਰ ਨਹੀਂ ਇਨਸਾਨ। ਇਸ ਸੰਬੰਧੀ ਕੁਝ ਐਕਟਿਵਿਸਟ ਨੇ ਜਿਹੜੇ ਦੱਸਦੇ ਨੇ ਕਿ ਇਸ ਮੈਕਸੀਕੋ ਦੇ 33-34 ਲੱਖ ਦੀ ਆਬਾਦੀ ਵਾਲੇ ਗੁਰੂ ਸੂਬੇ ਦੇ ਵਿੱਚ ਦਰਜਨਾਂ ਸਮੁਦਾਇ ਸਮਾਜ ਇਸ ਤਰ੍ਹਾਂ ਦੇ ਸਮਝੌਤੇ ਕਰਦੇ ਨੇ ਕਿ ਦੁਲਹਨ ਦੇ ਮਾਤਾ ਪਿਤਾ ਨੂੰ 1.5 ਲੱਖ ਤੋਂ ਲੈ ਕੇ 13 ਲੱਖ ਰੁਪਏ ਮੰਗਦੇ ਨੇ ਤੇ ਉਸ ਦੀ ਸ਼ਾਦੀ ਕਰਵਾ ਦਿੰਦੇ ਨੇ। ਸਟੇਟ ਆਫ ਹਿਊਮਨ ਰਾਈਟਸ ਆਫ ਦੀ ਮਾਊਂਟੇਨ ਦੇ ਨਿਰਦੇਸ਼ਕ ਐਬਲ ਬਰੇਰਾ ਦਾ ਕਹਿਣਾ ਹੈ ਕਿ ਲੜਕੀਆਂ ਪੂਰੀ ਤਰ੍ਹਾਂ ਇੱਥੇ ਅਸੁਰੱਖਿਅਤ ਨੇ ਤੇ ਨਵਾਂ ਪਰਿਵਾਰ ਉਹਨਾਂ ਨੂੰ ਘਰੇਲੂ ਤੇ ਖੇਤੀ ਕੰਮਾਂ ਦੇ ਵਿੱਚ ਗੁਲਾਮਾਂ ਦੀ ਤਰ੍ਹਾਂ ਰੱਖਦਾ ਹੈ। ਉਹਨਾਂ ਦਾ ਜਿਸਮਾਨੀ ਤੇ ਮਾਨਸਿਕ ਸ਼ੋਸ਼ਣ ਕੀਤਾ ਜਾਂਦਾ ਹੈ। ਕਦੇ-ਕਦੇ ਸਸੁਰਾਲ ਵਾਲੇ ਉਹਨਾਂ ਦਾ ਬਹੁਤ ਬੁਰੀ ਤਰ੍ਹਾਂ ਯੌਨ ਸ਼ੋਸ਼ਣ ਵੀ ਕਰਦੇ ਨੇ ਤੇ ਇੱਥੇ ਲੜਕੀਆਂ ਇੱਕ ਵਸਤੂ ਬਣ ਗਈਆਂ ਨੇ। 61 ਸਾਲ ਦੀ ਮੈਰੀਲੀਆ ਜੂਲੀਓ ਆਖਦੀ ਹੈ ਕਿ ਉਸ ਨੂੰ ਵੀ ਛੋਟੀ ਉਮਰ ਦੇ ਵਿੱਚ ਵੇਚਿਆ ਗਿਆ ਸੀ। ਉਹ ਕਹਿੰਦੇ ਕਿ ਲੋਕ ਲੜਕੀ ਨੂੰ ਖਰੀਦਣ ਦੇ ਲਈ ਉਹਨਾਂ ਨੂੰ ਸਤਾਉਂਦੇ ਨੇ ਜੇ ਉਹ ਨਾ ਵੇਚਣ ਔਰਤਾਂ। ਤੇ ਕਈ ਮਹਿਲਾਵਾਂ ਕਹਿੰਦੀਆਂ ਨੇ ਕਿ ਮੈਂ ਆਪਣੀ ਬੇਟੀ ਨੂੰ $5500 ਜਾਂ $6000 ਦੇ ਵਿੱਚ ਵੇਚ ਰਹੀ ਹਾਂ ਕਿਉਂਕਿ ਮੈਨੂੰ ਪੈਸੇ ਚਾਹੀਦੇ ਨੇ। ਇਹ ਸੁਣ ਕੇ ਮੈਨੂੰ ਦੁੱਖ ਹੁੰਦਾ ਕਿਉਂਕਿ ਹੈ ਤਾਂ ਉਹ ਉਹਨਾਂ ਦੇ ਹੀ ਬੱਚੇ। ਸੋ ਇਸ ਤਰ੍ਹਾਂ ਦਾ ਮਤਲਬ ਔਰਤਾਂ ਦਾ ਵਿਕਣਾ ਮੈਕਸੀਕੋ ਵਰਗੇ ਮੁਲਕਾਂ ਦੇ ਵਿੱਚ ਹੋ ਰਿਹਾ ਹੈ। ਤੇ ਉਧਰ ਬਟਾਲੇ ਦੀਆਂ ਖਬਰਾਂ ਨੇ। ਬਟਾਲੇ ਤੋਂ ਅਸ਼ਵਨੀ ਸ਼ੇਖੜੀ ਦੇ ਵਿੱਚ ਜਿਸ ਤਰ੍ਹਾਂ ਕਾਂਗਰਸ ਦੇ ਵਿੱਚ ਸੁਰ ਲਗਾਤਾਰ ਬਗਾਵਤ ਵਾਲੇ ਹੋ ਰਹੇ ਨੇ, ਹੁਣ ਪਾਰਟੀ ਦੇ ਸੀਨੀਅਰ ਆਗੂ, ਕਾਂਗਰਸ ਦੇ ਸੀਨੀਅਰ ਆਗੂ ਅਸ਼ਵਨੀ ਸ਼ੇਖੜੀ ਨੇ ਐਲਾਨ ਕਰ ਦਿੱਤਾ ਕਿ ਜੇ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਬਟਾਲਾ ਤੋਂ ਟਿਕਟ ਨਾ ਦਿੱਤੀ ਤਾਂ ਉਹ ਬਟਾਲਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ। ਉਹਨਾਂ ਨੇ ਆਖਿਆ ਕਿ ਉਹ ਫਿਲਹਾਲ ਪਿਆਰ ਦੇ ਨਾਲ ਆਪਣੀ ਆਵਾਜ਼ ਉਠਾ ਰਹੇ ਨੇ। ਅਗਰ ਉਹਨਾਂ ਨੂੰ ਟਿਕਟ ਨਾ ਮਿਲੀ ਤਾਂ ਉਹ ਬਗਾਵਤ ਕਰਕੇ ਬਟਾਲਾ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨਗੇ। ਇਸ ਦੌਰਾਨ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਕੋਰੋਨਾ ਨਾਲ ਨਿਪਟਣ ਤੇ ਵੀ ਸਵਾਲ ਉਹਨਾਂ ਨੇ ਉਠਾਏ ਨੇ ਕਿ ਕੈਪਟਨ ਸਰਕਾਰ ਕੋਰੋਨਾ ਦੇ ਨਾਲ ਸਹੀ ਤਰ੍ਹਾਂ ਜਿਹੜਾ ਹੈਗਾ ਨਿਪਟ ਨਹੀਂ ਸਕੀ। ਉਸ ਸ਼ੇਖੜੀ ਨੇ ਵੀ ਆਖਿਆ ਕਿ ਮੁੱਖ ਮੰਤਰੀ ਤੇ ਹੋਰਨਾਂ ਅਧਿਕਾਰੀਆਂ ਨੂੰ ਪੱਤਰ ਉਹਨਾਂ ਨੇ ਲਿਖੇ ਨੇ ਕਿ ਕਾਲਜਾਂ ਦੇ ਵਿੱਚ ਕੋਵਿਡ ਸੈਂਟਰ ਖੋਲ੍ਹੇ ਜਾਣ ਕਿਉਂਕਿ ਬਹੁਤ ਸਾਰੇ ਹਸਪਤਾਲਾਂ ਦੇ ਵਿੱਚ ਲੋਕਾਂ ਨੂੰ ਕੋਰੋਨਾ ਵੈਕਸੀਨ ਦੇਣ ਦੇ ਲਈ ਸਿਰਿੰਜਾਂ ਤੱਕ ਨਹੀਂ ਨੇ। ਇਸੇ ਨਾਲ ਉਹਨਾਂ ਨੇ ਕੋਵਿਡ-19 ਦੇ ਨਾਂ ਤੇ ਕੀਤੇ ਗਏ ਪੰਜਾਬ ਸਰਕਾਰ ਦੇ ਖਰਚ ਦੇ ਵੀ ਵੇਰਵੇ ਮੰਗ ਲਏ ਨੇ। ਸੋ ਇਸ ਤਰ੍ਹਾਂ ਦੀ ਵਿਰੋਧ ਮੁਖਾਲਫਤ ਹੈ ਜਿਹੜੀ ਕਾਂਗਰਸ ਦੇ ਵਿੱਚ ਨਿਤ ਦਿਨ ਹੁੰਦੀ ਹੈ। ਸੋ ਹੁਣ ਪਾਰਟੀਆਂ ਦਾ ਇੱਧਰ ਉੱਧਰ ਜਾਣਾ, ਤੋੜ ਵਿਛੋੜਾ, ਇਹ ਸਾਰੀਆਂ ਚੀਜ਼ਾਂ ਲੱਗਦਾ ਹੈ ਲਗਾਤਾਰ ਵਧਦੀਆਂ ਰਹਿਣਗੀਆਂ। ਤੇ ਇਸ ਦੇ ਨਾਲ ਜ਼ਿਕਰ ਸਾਡੇ ਸਪਾਂਸਰ ਸਾਹਿਬ ਦਾ, ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕੀਤਾ ਬਾਈ ਜੀ ਸੁੱਖੀ ਕੋਮਲ ਹੋਰਾਂ ਨੇ। ਬੇਕਰਸਫੀਲਡ ਦੇ ਵਿੱਚ ਅਗਰ ਤੁਸੀਂ ਜਾ ਰਹੇ ਹੋ ਤਾਂ ਬੇਕਰਸਫੀਲਡ ਦੇ ਵਿੱਚ ਯੂਨੀਅਨ ਵਿਲੇਜ ਟਰੱਕ ਸਟਾਪ ਬਣਿਆ ਹੋਇਆ, ਉੱਥੇ ਬ੍ਰੇਕਾਂ ਮਾਰੋ, ਇੰਡੀਅਨ ਰੈਸਟੋਰੈਂਟ ਤੇ ਬੈਠੋ, ਭਾਰਤੀ ਤੇ ਵਿਦੇਸ਼ੀ ਖਾਣਿਆਂ ਦਾ ਲੁਤਫ ਲਓ। ਦੇਸੀ ਘਿਓ ਦੇ ਪਰੌਂਠੇ ਦਹੀਂ ਦੇ ਨਾਲ ਇਹਨਾਂ ਦੀ ਖਾਸੀਅਤ ਹੈ। ਤੇ ਇਸ ਦੇ ਨਾਲ ਟਰੱਕ ਵਾਸ਼ ਉੱਥੇ ਕਰਾ ਸਕਦੇ ਹੋ, ਡੀਜ਼ਲ ਪਵਾ ਸਕਦੇ ਹੋ। ਬੇਕਰਸਫੀਲਡ ਦੇ ਵਿੱਚ ਜਿੱਥੇ ਪਹਿਲਾਂ ਟਰੱਕ ਯੂਨੀਅਨ ਸਕੂਲ ਹੁੰਦਾ ਸੀ ਉਸੇ ਜਗ੍ਹਾ ਤੇ ਬਣਿਆ ਹੋਇਆ ਯੂਨੀਅਨ ਵਿਲੇਜ ਟਰੱਕ ਸਟਾਪ 2201 100 ਯੂਨੀਅਨ ਐਵਨਿਊ, ਬੇਕਰਸਫੀਲਡ, ਕੈਲੀਫੋਰਨੀਆ। ਜਿਪ ਕੋਡ ਹੈ 93307। ਸੁਖੀ ਘੁੰਮਣ ਹੋਰਾਂ ਦਾ ਨੰਬਰ ਹੈ 661 304 7500 ਯਾਨੀ ਕਿ 661 304 7500। ਇਸੇ ਤਰ੍ਹਾਂ ਜੇ ਤੁਸੀਂ ਅੰਟਾਰੀਓ ਪ੍ਰੋਵਿੰਸ ਦੇ ਵਿੱਚ ਹੋਮ ਅਤੇ ਆਟੋ ਇੰਸ਼ੋਰੈਂਸ ਤੁਹਾਨੂੰ ਚਾਹੀਦੀ ਹੈ, ਤੁਸੀਂ ਡਰਾਈਵਰ ਹੋ, ਤੁਹਾਡੀ ਰਿਨਿਊਅਲ ਹੋਣ ਵਾਲੀ ਹੈ, ਤਾਂ ਤੁਸੀਂ ਮਨਦੀਪ ਕੌਰ ਭੈਣ ਰਾਣੀ ਨਾਲ ਟੋਰਾਂਟੋ 'ਚ ਸੰਪਰਕ ਕਰੋ। ਨੰਬਰ ਹੈ 647 615 5000 647 615 5000। ਤੇ ਇਸੇ ਤਰ੍ਹਾਂ ਵਾਸ਼ਿੰਗਟਨ ਫਰੇਟ ਸਰਵਿਸ ਹੈ ਅਮਰੀਕਾ ਦੇ ਸਿਆਟਲ ਸਿਟੀ ਦੇ ਵਿੱਚ, ਜਿੱਥੇ ਤੁਹਾਨੂੰ ਲੋਕਲ ਲੋਡ ਮਿਲਦੇ ਨੇ। ਲੰਮੇ ਰੂਟ ਤੇ ਜਾਣ ਦੀ ਜ਼ਰੂਰਤ ਨਹੀਂ ਤੇ ਰਾਤ ਬਾਹਰ ਕੱਟਣ ਦੀ ਵੀ ਲੋੜ ਨਹੀਂ ਕਿਉਂਕਿ ਲੰਮੇ ਰੂਟਾਂ ਤੇ ਗੱਡੀ ਨਹੀਂ ਚੱਲਦੀ। ਉੱਥੇ ਲੋਕਲ ਲੋਡ ਤੁਹਾਨੂੰ ਮਿਲਦੇ ਨੇ। ਤੁਸੀਂ ਓਨਰ ਆਪਰੇਟਰ ਹੋ, ਡਰਾਈਵਰ ਹੋ, ਤੁਰੰਤ ਸੰਪਰਕ ਕਰੋ ਕਿਉਂਕਿ ਵਾਸ਼ਿੰਗਟਨ ਫਰੇਟ ਸਰਵਿਸ ਵਾਲਿਆਂ ਕੋਲ ਕੰਮ ਤੁਹਾਨੂੰ ਬਿਹਤਰ ਮਿਲੇਗਾ।
ਤੁਹਾਡੀ ਸਹੂਲਤ ਦੇ ਮੁਤਲਕ ਤੁਹਾਨੂੰ ਡਿਸਪੈਚ ਵੀ ਅੰਗਰੇਜ਼ੀ ਪੰਜਾਬੀ ਭਾਸ਼ਾ 'ਚ ਮਿਲੇਗੀ। ਜਗਦੇਵ ਸਿੰਘ ਸੰਧੂ ਦਾ ਨੰਬਰ ਹੈ 253 266 6924 253 266 6924 ਅਤੇ ਗੈਰੀ ਧਾਲੀਵਾਲ ਹੋਰਾਂ ਦਾ ਨੰਬਰ ਹੈ 206 354 4060 206 354 4060। ਉਧਰ ਯੋਗਾ ਵਾਲਾ ਰਾਮਦੇਵ ਬਹੁਤ ਗੁੱਸੇ ਦੇ ਵਿੱਚ ਹੈ। IMA ਨੇ ਇਸ ਦੇ ਉੱਤੇ 1000 ਕਰੋੜ ਰੁਪਏ ਦੀ ਜਿਹੜੀ ਹੈ ਮਾਨਹਾਨੀ ਦਾ ਮੁਕੱਦਮਾ ਕਰਨ ਦੀ ਗੱਲ ਆਖੀ ਹੈ, ਪਰ ਰਾਮਦੇਵ ਨੇ ਆਖਿਆ ਕਿ ਉਹ ਮੈਨੂੰ ਕਦੇ ਠੱਗ ਕਹਿੰਦੇ ਨੇ, ਕਦੇ ਚੋਰ ਕਹਿੰਦੇ ਨੇ, ਪਰ ਇਹਨਾਂ ਦੇ ਬਾਪ ਦੀ ਕਹਿੰਦਾ ਹੈਸੀਅਤ ਨਹੀਂ ਕਿ ਮੈਨੂੰ ਗ੍ਰਿਫਤਾਰ ਕਰ ਸਕਣ। ਬਾਬਾ ਪੁੱਠਾ ਬੋਲਦਾ ਸਾਧ। ਤੇ ਭੈਣ ਰਾਣੀ ਹਰਵਿੰਦਰ ਜੋਲ ਥੈਂਕ ਯੂ। ਜੱਸੀ ਤੁਗਲਵਾਲਾ, ਗੁਰਵਿੰਦਰ ਢਿੱਲੋਂ, ਬਲਜਿੰਦਰ ਸਿੰਘ ਮੌੜ ਫੇਸਬੁੱਕ ਤੇ ਜੁੜੇ ਨੇ। ਮੱਖਣ ਪੁਰੇਵਾਲ ਬਾਈ ਜੀ ਫਰਾਂਸ ਤੋਂ। ਮੇਰੇ ਅਧਿਆਪਕ ਸਾਹਿਬਾਨ ਸ਼੍ਰੀ ਧਰਮਪਾਲ ਜੀ ਪੰਜਾਬੀ ਟੀਚਰ, ਬਹੁਤ ਬਹੁਤ ਧੰਨਵਾਦ, ਤੁਸੀਂ ਕਮੈਂਟ ਕੀਤਾ ਸਰ। ਬਹੁਤ ਪੰਜਾਬੀ ਦੀਆਂ ਨਜ਼ਮਾਂ ਪੜ੍ਹਾਈਆਂ ਮੈਨੂੰ ਸ਼੍ਰੀ ਧਰਮਪਾਲ ਜੀ ਹੋਰਾਂ ਨੇ, ਤੇ ਬਹੁਤ ਬਹੁਤ ਧੰਨਵਾਦ, ਸਤਿਕਾਰ ਹੈ ਤੁਹਾਡਾ। ਤੇ ਭੈਣ ਰਾਣੀ ਪਰਮਿੰਦਰ ਕੌਰ ਪੰਗੂ ਜੀ ਥੈਂਕ ਯੂ। ਕਹਿੰਦੇ ਵੰਡ ਵੇਲੇ ਦੀ ਕਹਾਣੀ ਬਹੁਤ ਜਜ਼ਬਾਤੀ ਹੈ। ਬਿਲਕੁਲ ਭੈਣ ਰਾਣੀ, ਇਹ ਸਮੇਂ ਦੇ ਸੱਚ ਨੇ। ਗਾਹੇ ਵਗਾਹੇ ਜੇ ਅਸੀਂ ਇਹਨਾਂ ਨੂੰ ਯਾਦ ਕਰੀਏ, ਇੱਕ ਔਰਤ ਦੀ ਤਰਾਸਦੀ ਨੂੰ ਅਸੀਂ ਸੁਣੀਏ, ਤਾਂ ਘੱਟੋ ਘੱਟ ਸਾਡੇ ਜਿਹੜੇ ਮਨ ਦਾ, ਖਾਸ ਕਰਕੇ ਮਰਦ ਮਨ ਦਾ ਜਿਹੜਾ ਸ਼ੈਤਾਨ ਆ ਨਾ, ਬਹੁਤ ਹੱਦ ਤੱਕ ਉਹ ਸ਼ਾਂਤ ਹੁੰਦਾ। ਸੋ ਇਸ ਕਰਕੇ ਅੱਛਾ ਲਿਟਰੇਚਰ, ਅੱਛਾ ਸਾਹਿਤ, ਅੱਛਾ ਧਾਰਮਿਕ ਸਾਹਿਤ ਤੁਹਾਡੀ ਆਤਮਾ ਨੂੰ ਸ਼ੁੱਧ ਕਰਦਾ ਹੈ। ਸੋ ਇਸ ਕਰਕੇ ਪੜ੍ਹਨਾ ਚਾਹੀਦਾ, ਸੁਣਨਾ ਚਾਹੀਦਾ। ਹਾਂ, ਉਰਮਲਾ ਮਤੋਂਡਕਰ ਸੀ ਪਿੰਜਰ ਦੇ ਵਿੱਚ, ਨਹੀਂ ਮੇਰੇ ਖਿਆਲ ਹੋਰ ਸੀ ਸਿਕੰਦਰ ਜੀ, ਮੈਨੂੰ ਵੀ ਬਹੁਤਾ ਪਤਾ ਨਹੀਂ ਹੈ ਐਕਟਰ ਬਾਰੇ। ਜੇ ਮੈਂ ਪੰਜਾਬੀ 'ਚ ਕਹਾਂ ਨਹੀਂ ਯਾਦ ਆ ਰਿਹਾ ਮੈਨੂੰ। ਖੈਰ, ਪਰ ਪਿਕਚਰ ਬਹੁਤ ਭਾਵਕ ਹੈ ਪਿੰਜਰ, ਕਿ ਕਿਸ ਤਰ੍ਹਾਂ ਔਰਤ 'ਤੇ ਜ਼ੁਲਮ ਹੁੰਦੇ ਨੇ। ਅੰਮ੍ਰਿਤਾ ਪ੍ਰੀਤਮ ਦੀ ਲਿਖੀ ਕਹਾਣੀ 'ਤੇ ਬਣੀ ਆ। ਤੇਜਿੰਦਰ ਖਹਿਰਾ ਸਾਹਿਬ ਤੇ ਗੁਰਮੀਤ ਭੁੱਲਰ ਥੈਂਕ ਯੂ, ਸਟੋਰੀ ਚੰਗੀ ਲੱਗੀ। ਕਹਿੰਦੇ ਜਸਵੰਤ ਸਿੰਘ ਕਮਲ ਹੋਰਾਂ ਦੀ, ਕਹਿੰਦੇ ਕਮਲ ਹੋਰਾਂ ਦੇ ਵੀ ਰੋਸ਼ਨੀ ਪਾਓ। ਮਨੀ ਬਰੈਚ ਥੈਂਕ ਯੂ ਮਨੀ ਜੀ, ਮਿਹਰਬਾਨੀ ਬੜੈਚਾਂ ਵਾਲਿਓ, ਹੁਸ਼ਿਆਰ ਆਇਓ ਬੈਠੇ ਫਾਰਮ ਹਾਊਸ ਤੇ। ਤੇ ਤੇਜਾ ਸਿੰਘ, ਦਲਵੀਰ ਸਿੰਘ ਰੰਧਾਵਾ, ਹੌਬੀ ਗਰੇਵਾਲ, ਸੁਰਿੰਦਰ ਸਿੰਘ ਜੀ ਕਿਹਨੂੰ ਗੁੜ ਛਕਾਈ ਜਾਂਦੇ ਹੋ। ਤੇ ਬਲਜਿੰਦਰ ਸਿੰਘ ਮੌੜ ਹੋਣਾ ਨੇ ਕਹਿੰਦੇ ਗੁੜ ਬਣਾ ਲਿਆ ਹਨ। ਤੇ ਸਿਕੰਦਰ ਸਿੰਘ ਔਜਲਾ ਕਹਿੰਦੇ ਜੀ ਇਹ ਦਰਦ ਦੀ ਪੀੜ ਉਹ ਕਿਸੇ ਨੇ ਵੀ ਹੰਢਾਈ ਹੋਵੇ, ਕਿਸ ਤਰ੍ਹਾਂ ਦੀ ਜ਼ਿੰਦਗੀ ਕੱਢੀ ਹੋਣੀ ਆ, ਉਹ ਸੁਣਨਾ ਵੀ ਸਹਿ। ਉਹਨਾਂ ਦੇ ਜ਼ਖਮ ਮਰਨ ਤੱਕ ਅੱਲੇ ਰਹੇ ਹੋਣਗੇ, ਰਿਸਦੇ ਨੇ ਜੀ ਸੜਦੇ ਜ਼ਖਮ, ਤਾਂ ਹੀ ਤੇ ਉਹਦਾ ਸਰਲੇਖ ਹੈ। ਬਹੁਤ ਸੋਹਣੀ ਕਹਾਣੀ ਆ। ਭੈਣ ਹਰਵਿੰਦਰ ਜੋਲ ਕਹਿੰਦੇ ਰਾਮ ਗਲੀ ਤਾਂ ਅਜੇ ਵੀ ਲਾਹੌਰ 'ਚ ਹੈ, ਸ਼ੁਕਰ ਹੈ ਉਹਨਾਂ ਨੇ ਇਸ ਦਾ ਨਾਂ ਨਹੀਂ ਬਦਲਿਆ। ਨਹੀਂ ਬਦਲਣਾ ਚਾਹੀਦਾ, ਸਾਡੀਆਂ ਵਿਰਾਸਤਾਂ ਨੇ। ਤੇ ਦਲਵੀਰ ਕਹਿੰਦੇ ਇੱਕ ਬੰਦਾ ਪਿੰਡ ਪਿੰਡ ਫਿਰ ਕਿਸਾਨੀ ਅੰਦੋਲਨ ਲਈ, ਪਰ ਅੱਜ ਲੱਖਾ ਸਿਧਾਣਾ ਨੂੰ ਪੁਲਿਸ ਨੇ ਫੜ ਲਿਆ ਜੀ। ਸੁਖਦੇਵ ਸਿੰਘ ਬੈਂਸਵਾਲ ਜੀ ਥੈਂਕ ਯੂ। ਬਲਵਿੰਦਰ ਸਿੰਘ ਉਮੈਦਪੁਰ ਥੈਂਕ ਯੂ। ਨਵਦੀਪ ਸਿੰਘ ਔਲਖ, ਕੈਨੇਡਾ ਦਾ ਨੰਬਰ ਨਹੀਂ ਹੈ ਭਾਜੀ, US ਦਾ ਨੰਬਰ ਹੈ 667 930 9260 667 930 9260 ਨੰਬਰ ਹੈ US ਦਾ। ਦਵਿੰਦਰ ਲੋਪੋਂ ਹੋਰਾਂ ਨੂੰ ਵੀ ਇੱਕ ਕਹਾਣੀ ਪਸੰਦ ਆਈ। ਨੈਕਸਲ ਔਜਲਾ, ਬਲਵਿੰਦਰ ਸਿੰਘ, ਸਿਕੰਦਰ ਸਿੰਘ ਔਜਲਾ ਲਿਖਦੇ, ਕਹਿੰਦੇ 7 ਸਾਲੀਆਂ ਵਿਆਹ ਵਾਲੇ ਦਿਨ ਜੁੱਤੀ ਚੱਕੀ ਸੀ ਕਿ ਜੀਜਾ ਚੱਕਿਆ ਸੀ। ਓ ਮਾਈ ਗॉड। ਹਾਂ, ਦੋ ਹੁੰਦੀਆਂ, ਦੋਨੇ ਇੱਕ ਇੱਕ ਪੌਲਾ ਲੈ ਲੈਂਦੀਆਂ। ਹੁਣ 7 ਸਾਲੀਆਂ ਤੇ ਫਿਰ ਓ ਮਾਈ ਗॉड। ਵੈਸੇ ਵਧੀਆ, ਬੰਦਾ ਹਾਸਾ ਠੱਠਾ ਚੰਗਾ ਚੱਲਦਾ ਪਰਿਵਾਰਾਂ 'ਚ, ਅੱਛੀ ਗੱਲ ਹੈ। ਅੱਜ ਕੱਲ੍ਹ ਤਾਂ ਸਭ ਸਿੰਗਲ ਹੋ ਗਿਆ। ਮਾਸੀ ਨੂੰ ਤਰਸਣਗੇ ਵਾਲੀ ਕਹਾਣੀ ਬਣੀ ਹੈ। ਕਿਉਂਕਿ ਮਾਸੀਆਂ ਚੰਗਾ ਰਿਸ਼ਤਾ ਹੈ। ਉਹ ਕਹਿੰਦੇ ਆ ਨਾ ਕਿ ਮਾਂ ਮਰੇ ਤੇ ਮਾਸੀ ਜੀਵੇ, ਮਾਂ ਦਾ ਬਦਲ ਹੈ ਮਾਸੀ, ਮਾਂ ਜੈਸੀ। ਸੋ ਮਾਂ ਮਰੇ ਤਾਂ ਮਾਸੀ ਜੀਵੇ। ਸੋ ਕਿਤੇ ਨਾ ਕਿਤੇ ਫਿਰ ਮਾਂ ਦੀ ਜਿਹੜੀ ਘਾਟ ਹੈ ਉਹ ਮਾਸੀ ਦੇ ਰੂਪ ਦੇ ਵਿੱਚ ਪੂਰੀ ਹੁੰਦੀ ਹੈ। ਸੋ ਹੁਣ 6-7 ਮਾਸੀਆਂ ਹੋਣ ਤੇ ਉਹ ਤੇ ਭਾਣਜਿਆਂ ਦਾ ਕਰਨਾ ਹੀ ਹੋਇਆ। ਪਰ ਅੱਜ ਕੱਲ੍ਹ ਤੇ ਜੀ ਸਿੰਗਲ ਹੋ ਗਿਆ, ਸਭ ਸਿੰਗਲ ਹੋ ਗਿਆ। ਕੰਜਕਾਂ ਵੈਸੇ ਹੀ ਅਸੀਂ ਕੁੱਖਾਂ 'ਚ ਖਤਮ ਕਰ ਲਈਆਂ, ਲਾਲਾ ਇੰਜੈਕਸ਼ਨ, ਮੁੰਡਾ ਹੋਵੇਗਾ ਜਾਂ ਕੁੜੀ। ਸੋ ਮਾਸੀ ਦਾ ਜਿਹੜਾ ਉਹ ਰਿਸ਼ਤਾ ਸ਼ਾਇਦ ਕਰਮਾਂ ਵਾਲਿਆਂ ਨੂੰ ਮਿਲਦਾ ਅੱਜ ਦੇ ਜੋ ਹਾਲਾਤ ਨੇ। ਖੈਰ, YouTube ਤੇ ਜਿਹੜੇ ਸਰਜਣਾ ਨੇ ਹਾਜ਼ਰੀ ਲਵਾਈ ਹੈ, ਉਹਨਾਂ ਦੀ ਸ਼ਮੂਲੀਅਤ ਪ੍ਰੋਗਰਾਮ 'ਚ ਕਰ ਲਈ। ਗਿਆਨ ਸਿੰਘ ਜੀ ਥੈਂਕ ਯੂ। ਰਿਸ਼ਪਾਲ ਸਿੰਘ ਚਿੰਗੜਾ, ਅਮਰਜੀਤ ਸ਼ਰਮਾ, ਪਰਮਿੰਦਰ ਸਿੰਘ ਲਾਲ ਬਾਈ ਜੀ ਥੈਂਕ ਯੂ। ਸਿਹਤ ਨਸਾਜਾ ਲਾਲ ਸਾਹਿਬ ਹੋਰਾਂ ਨੇ ਵੀ ਟੀਕਾ ਲਵਾਇਆ।
ਤੇ ਇਸ ਦੇ ਨਾਲ ਹਰਵਿੰਦਰ ਸਿੰਘ ਧਾਲੀਵਾਲ, ਚਰਨ ਪਵਰਾ ਚੰਨਾ, ਦਿਦਾਰ ਸਿੰਘ ਬਲਾ ਸੰਧੂ ਸਾਹਿਬ ਥੈਂਕ ਯੂ ਜੀ, ਅਮਨਪ੍ਰੀਤ ਗੈਰੀ ਸੰਧੂ ਸਾਹਿਬ ਥੈਂਕ ਯੂ, ਬਲਦੇਵ ਸਿੰਘ ਬਾਈ ਜੀ ਬਠਿੰਡੇ ਤੋਂ ਸਤਿ ਸ਼੍ਰੀ ਅਕਾਲ ਥੈਂਕ ਯੂ ਬਲਦੇਵ ਸਿੰਘ ਜੀ, ਹਰਵਿੰਦਰ ਸਿੰਘ ਬਲਵਿੰਦਰ ਸਿੰਘ ਸਰਬਰਾੜ ਮੁਕਤਸਰ ਤੋਂ ਥੈਂਕ ਯੂ ਬਾਈ ਜੀ, ਪਰਮਿੰਦਰ ਸਿੰਘ ਲਹਿਲ ਉਰਮਲਾ ਮਤੌਣਕਾਰੀ ਲਿਖਦੇ ਆ ਵੀ ਮੇ ਵੀ ਸ਼ਾਇਦ ਉਰਮਲਾ ਹੋਵੇ, ਮੈਨੂੰ ਕਈ ਸਾਲ ਹੋ ਗਏ ਇਸ ਫਿਲਮ ਦੇਖੀ ਨੂੰ। ਅਵਤਾਰ ਸਿੰਘ ਕੁਲਾਰ, ਦਵਿੰਦਰ ਮਾਨ, ਅਮਨਪ੍ਰੀਤ ਕਹਿੰਦੇ ਵੀਰ ਜੀ ਸਾਡੇ ਪਿੰਡ ਵੀ ਇੱਕ ਬੰਦੇ ਨੇ ਇੱਕ ਮੁਸਲਮਾਨੀ ਨੂੰ ਕੁਝ ਖੰਡ ਪਿੱਛੇ ਕਤਲ ਕੀਤਾ ਸੀ, ਅਖੀਰ ਦੇ ਵਿੱਚ ਉਹ ਕੀੜੇ ਪੈ ਕੇ ਮਰਿਆ, ਸੱਟ ਲੱਗਣ ਕਰਕੇ ਮੰਜੇ ਤੇ ਪੈ ਗਿਆ, ਪਾਸਾ ਕੋਈ ਦਵਾਉਂਦਾ ਨਹੀਂ ਸੀ, ਮੇਰੀ ਦਾਦੀ ਜੀ ਨੇ ਆਪ ਦੱਸਿਆ। ਸੋ ਹਾਂ ਇਹ ਤਾਂ ਵੀਰ ਪਾਪ ਤੇ ਪਾਪ ਹੀ ਹੈ। ਰਵੀ ਅਰੋੜਾ ਜੀ ਥੈਂਕ ਯੂ, ਰਣਵੀਰ ਸਿੰਘ ਮਿਕ ਸਿੰਘ ਬਾਈ ਜੀ ਥੈਂਕ ਯੂ, ਹਰਜੀਤ ਲੈਟ, ਤੇਜਾ ਸੋਮ ਤੇ ਪੁਰਸ਼ੋਤਮ ਸ਼ਰਮਾ ਸਾਹਿਬ ਸੁਜਾਨਪੁਰ ਤੋਂ ਕਾਲ ਵੀ ਆ ਗਈ ਸੀ ਅੱਜ, ਗਿਆਨ ਸਿੰਘ, ਹਰਿੰਦਰ ਸਿੰਘ, ਦਵਿੰਦਰ ਸਿੰਘ ਜੀ, ਮੋਦੀ ਜੀ ਨਿਊ ਵਰਲਡ ਆਰਡਰ ਬਾਰੇ ਕੀ ਕਹਿੰਦੇ, ਨਿਊ ਵਰਲਡ ਆਰਡਰ ਕੀ ਹੈ ਜੀ, ਕੋਈ ਨਹੀਂ ਸਵੇਰੇ ਗੱਲ ਕਰਾਂਗੇ ਮਾਨ ਸਾਹਿਬ। ਹੁਣ ਭੈਣ ਸਰਬਜੀਤ ਤੇ ਗਿਆਨ ਸਿੰਘ, ਮਨਦੀਪ ਸਿੰਘ ਕਹਿੰਦੇ ਦਿੱਲੀ ਪੁਲਿਸ ਨੇ ਵੀ ਕਿਹਾ ਕਿ ਕਿਸਾਨਾਂ ਨੇ 35% ਨਿਊ ਟਰੈਕਟਰ ਖਰੀਦੇ ਨੇ ਦਿੱਲੀ ਲਿਆਉਣ। ਟਰੈਕਟਰਾਂ ਦੀ ਖਰੀਦ 'ਚ ਵਾਧਾ ਤਾਂ ਹੋਇਆ, ਖੈਰ ਇਹਦੇ 'ਚ ਕੋਈ ਦੁਰਾਵਾ ਨਹੀਂ ਹੈ। ਬੀਜੇਪੀ ਨੇ ਕਹਾਣੀ ਬਣਾ ਲਈ ਕਿਸਾਨਾਂ ਨੂੰ ਤੰਗ ਕਰਨ ਲਈ, ਦੇਖੋ ਕੀ ਬਣਦਾ। ਜਰਨੈਲ ਸਿੰਘ ਕੈਲੇ ਲਿਖਦੇ ਨੇ, ਜਗਜੀਤ ਸਿੰਘ, ਹਰਿੰਦਰ ਸਿੰਘ ਤੇ ਗੁਰਤੇਜ ਪਾਵਾ ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਜੀ ਅਕਾਲੀ ਦਲ ਨੇ ਬੇਅਦਬੀ ਕੀਤੀ, ਕਾਂਗਰਸ ਨੂੰ ਕੋਈ ਸਜ਼ਾ ਨਹੀਂ ਦਿੱਤੀ, ਦੋਨੋਂ ਬਰਾਬਰ ਦੇ ਦੋਸ਼ੀ ਨੇ, ਵੋਟਾਂ ਜਿਹੜਾ ਪਾਊਗਾ ਉਹ ਵੀ ਦੋਸ਼ ਦਾ ਹੱਕਦਾਰ ਹੈ। ਇਸ ਦੇ ਨਾਲ ਗੁਰਦਿਆਲ ਸਿੰਘ ਸੰਘੇੜਾ ਸਾਹਿਬ ਥੈਂਕ ਯੂ। ਤੇ ਜੇ ਤੁਸੀਂ ਆਪਣੀ ਕੋਈ ਟੈਕਸ ਰਿਟਰਨ ਫਾਈਲ ਕਰਨੀ ਹੈ ਤਾਂ ਅਮਰੀਕਾ ਦੇ ਪੜ੍ਹੇ ਲਿਖੇ ਤੇ 5 ਸਾਲ ਵੱਡੀਆਂ ਟੈਕਸ ਫਰਮਾਂ ਦੇ ਵਿੱਚ ਕੰਮ ਕਰਨ ਦੇ ਤਜਰਬੇ ਯਾਫਤਾ ਤਰਸੇਮ ਸਿੰਘ ਗਿੱਲ ਦੀਆਂ ਸੇਵਾਵਾਂ ਲੈ ਸਕਦੇ ਹੋ, ਜੋ ਕਿ ਨਿਊਯਾਰਕ ਦੇ ਲਾਗੇ ਪੈਂਸਿਲਵੇਨੀਆ ਦੀ ਈਸਟਰਨ ਸਿਟੀ ਦੇ ਵਿੱਚ ਰਹਿੰਦੇ ਨੇ। ਤੇ ਇੰਡੀਵਿਜੂਅਲ ਤੇ ਬਿਜ਼ਨਸ ਵਪਾਰ ਦੀ ਰਿਟਰਨ ਇਹਨਾਂ ਕੋਲੋਂ ਫਾਈਲ ਕਰਾਓ, ਜਾਂ ਫਿਰ ਅਮਰੀਕਨ ਇਮੀਗ੍ਰੇਸ਼ਨ ਦਾ ਕੋਈ ਕੰਮ ਹੈ, ਸਪਾਊਸ ਕੇਸ, ਗ੍ਰੀਨ ਕਾਰਡ ਜਾਂ ਵਰਕ ਪਰਮਿਟ ਦੇ ਲਈ ਪੇਪਰ ਅਪਲਾਈ ਕਰਨੇ ਨੇ ਤਾਂ ਵੀ ਤਰਸੇਮ ਸਿੰਘ ਗਿੱਲ ਦੀਆਂ ਸੇਵਾਵਾਂ ਲੈ ਸਕਦੇ ਹੋ। ਨੰਬਰ ਹੈ ਇਹਨਾਂ ਦਾ 484 764 9861, ਜਾਣੀ ਕਿ 4847649861 ਤੇ ਸੰਪਰਕ ਕਰ ਸਕਦੇ ਹੋ। ਲਓ ਤੁਹਾਡਾ ਤੇ ਸਾਡਾ ਸੰਪਰਕ ਹੁਣ ਵੀਰ ਮੇਰੇ ਇੱਥੇ ਤੱਕ ਹੀ। ਸਵੇਰੇ ਫਿਰ ਭਾਰਤੀ ਸਮਾਂ 6:30 ਵਜੇ ਤੋਂ ਲੈ ਕੇ 8:30 ਵਜੇ ਤੱਕ ਆਪ ਜੀ ਨਾਲ ਜੁੜਾਂਗੇ। ਤਦ ਤੱਕ ਤੁਹਾਡਾ ਤੇ ਸਾਡਾ ਰੱਬ ਰਾਖਾ। ਤੇ ਇੱਕ ਗੁਜ਼ਾਰਿਸ਼ ਹੈ ਕਿ ਆਪਣੇ ਇਹਨਾਂ ਪ੍ਰੋਗਰਾਮਾਂ ਨੂੰ YouTube ਤੋਂ ਜਿਹੜੇ ਅਪਲੋਡ ਹੁੰਦੇ ਨੇ ਜਾਂ ਇਹਨਾਂ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਿਆ ਕਰੋ, YouTube ਨੂੰ ਵੀ ਸਬਸਕ੍ਰਾਈਬ ਕਰੋ, ਲਾਈਕ ਕਰੋ, ਬੈਲ ਆਈਕਨ ਦਬਾਓ ਤੇ ਅੱਗੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਾਡੇ ਆਪਣੇ ਇਸ ਪ੍ਰੋਗਰਾਮ ਦੇ ਲਿੰਕ ਸਾਂਝੇ ਕਰੋ। ਹੋਰ ਵੀ ਪ੍ਰੋਗਰਾਮਾਂ ਨੂੰ ਬਿਹਤਰ ਬਣਾਉਣ ਦੇ ਲਈ ਜਾਨ ਹੂਲ ਕੇ ਆਉਣ ਵਾਲੇ ਦਿਨਾਂ 'ਚ ਕੰਮ ਕਰਾਂਗੇ, ਜਿਉਂ ਕੁਦਰਤ ਨੇ ਜਿਹੜੀ ਸਿਹਤ ਸਾਜ਼ਗਾਰ ਰੱਖੀ। ਤੇ ਕਿਉਂਕਿ ਜਰਨਲਿਜ਼ਮ ਦੇ ਵਿੱਚ ਕਈ ਸਾਰੇ ਅਹਿਦ ਕੀਤੇ ਨੇ, ਹੁਣ ਤੇ ਫਾਦਰ ਸਾਹਿਬ ਚਲੇ ਗਏ ਨੇ, ਜ਼ਿੰਮੇਵਾਰੀਆਂ ਹੋਰ ਸਮਝਾ ਗਏ ਨੇ ਜ਼ਿੰਦਗੀ ਦੀਆਂ। ਸੋ ਜ਼ਿੰਦਗੀ ਦਾ ਬਹੁਤ ਸਾਰਾ ਸੱਚ ਹੈ, ਜਦੋਂ ਕੋਈ ਪਰਿਵਾਰਕ ਮੈਂਬਰ ਵਿਛੜਦਾ ਤੇ ਪਤਾ ਲੱਗਦਾ। ਸਾਡੇ ਲਈ, ਮੇਰੇ ਲਈ ਇਹ ਵੱਡੀ ਸੱਟ ਸੀ। ਪਹਿਲਾਂ ਸਹੁਰਾ ਸਾਹਿਬ ਦੀ ਡੈਥ, ਦੋਨੇ ਪਾਪੇ ਖਤਮ ਹੋ ਗਏ, ਸ਼ਾਇਦ ਪਾਪਾ ਲਫ਼ਜ਼ ਮੇਰੀ ਜ਼ਿੰਦਗੀ 'ਚੋਂ ਮਨਫੀ ਹੋ ਗਿਆ। ਪਰ ਇਹ ਜ਼ਿੰਦਗੀ ਦਾ ਸੱਚ ਹੈ, ਰਾਮ ਗਿਓ ਰਾਵਣ ਗਿਓ ਜਾਂ ਕੋ ਬਹੁ ਪਰਿਵਾਰ। ਇਹ ਹਾਦਸੇ, ਇਹ ਮੌਤਾਂ, ਇਹ ਦਰਦ ਸਾਨੂੰ ਜ਼ਿੰਦਗੀ ਨੂੰ ਹੋਰ ਨਿਖਾਰਦੇ ਨੇ। ਅਸੀਂ ਸਮਝ ਲੈਂਦੇ ਕਿ ਜ਼ਿੰਦਗੀ ਹੈ ਕੀ, ਸੱਚ ਹੈ ਕੀ, ਧਰਮ ਹੈ ਕੀ। ਨਹੀਂ ਤਾਂ ਬੰਦਾ ਆਪਣੀ ਵੇਗ ਦੇ ਵਿੱਚ, ਆਪਣੀਆਂ ਸੁੱਖ ਸਹੂਲਤਾਂ ਦੇ ਵਿੱਚ ਜ਼ਿੰਮੇਵਾਰੀਆਂ ਤੋਂ ਵਿਸਲਾ ਹੁੰਦਾ ਹੈ। ਸੋ ਵੱਡੀਆਂ ਜ਼ਿੰਮੇਵਾਰੀਆਂ ਪਾ ਜਾਂਦੀਆਂ ਨੇ ਕਈ ਵਾਰੀ, ਜਦੋਂ ਹੁੰਦਾ ਨਾ ਕਿ ਸਿਰ ਤੋਂ ਸਾਇਆ ਉੱਠਦਾ ਹੈ। ਜਿਵੇਂ ਆਪਣੇ ਤਾਂ ਇਹ ਹੈ ਕਿ ਪੱਗ ਬਣਾਈ ਜਾਂਦੀ ਹੈ ਘਰ ਦੇ ਅਗਲੇ ਮੁਖੀ ਨੂੰ। ਸੋ ਪੱਗ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਅਸੀਂ ਪੰਜਾਬੀ ਤਾਂ ਮੁੱਢ ਕਦੀਮ ਤੋਂ ਸਾਰੇ ਹੀ ਪੱਗਾਂ ਬੰਨ੍ਹਦੇ ਹਾਂ, ਜ਼ਿੰਮੇਵਾਰ ਹਾਂ। ਸੋ ਜਿੱਥੇ ਜਿੱਥੇ ਵੀ ਉਹ ਆਪਣੀ ਆਪਣੀ ਬਣਦੀ ਤਣਦੀ ਜ਼ਿੰਮੇਵਾਰੀ ਜ਼ਰੂਰ ਨਿਭਾਈਏ। ਜ਼ਿੰਦਗੀ 'ਚ ਬੜਾ ਸਕੂਨ ਹਾਸਲ ਕਰੋਗੇ, ਯਕੀਨ ਜਾਣਿਓ। ਜਦੋਂ ਪ੍ਰੋਗਰਾਮਿੰਗ ਕਰਕੇ ਰਾਤ ਨੂੰ ਸੌਂਦਾ ਕੋਈ ਫਿਕਰ ਫਾਕਾ ਨਹੀਂ ਹੁੰਦਾ। ਹਾਂ ਹੁੰਦਾ ਕਿ ਯਾਰ ਕੁਛ ਕੀਤਾ ਸਮਾਜ ਵਾਸਤੇ, ਆਪਣੇ ਵਾਸਤੇ, ਪਰਿਵਾਰ ਵਾਸਤੇ, ਇਨਸਾਨੀਅਤ ਵਾਸਤੇ। ਸੋ ਬਾਕੀ ਇਹ ਹੈ ਕਿ ਪੈਸਾ ਟੱਕਾ ਆਉਂਦੇ ਜਾਂਦੇ ਰਹਿੰਦੇ ਨੇ, ਇਹ ਚੀਜ਼ਾਂ ਕੋਈ ਵੱਡੀ ਸ਼ਾਇ ਨਹੀਂ ਹੈ। ਖਾਲੀ ਹੱਥੀ ਗਿਆ ਸਿਕੰਦਰ, ਕਹਿੰਦਾ ਕੁਝ ਨਹੀਂ ਦੁਨੀਆ ਅੰਦਰ, ਮੇਲਾ 4 ਦਿਨਾਂ ਦਾ।
ਕਮਰਪ੍ਰੀਤ ਸ਼ੀਮਾ ਹੋਰਾਂ ਨੇ ਵੀ ਆਖਿਆ ਕਿ ਉਸ ਦੇ ਵਿੱਚ ਪਿੰਜਰ ਦੇ ਵਿੱਚ ਜਿਹੜੀ ਉਰਮਲਾ ਮਤੌਂਡ ਕਰ ਰਹੀ ਸੀਗੀ। ਥੈਂਕ ਯੂ, ਮਿਹਰਬਾਨੀ। ਬਾਈ ਜੀ ਧਰਮ ਸਿੰਘ ਹੋਰਾਂ ਦਾ ਵੀ ਸੁਨੇਹਾ ਆਇਆ। ਥੈਂਕ ਯੂ ਸਾਹ ਸਾਹਿਬ, ਮਿਹਰਬਾਨੀ। ਸੋ ਮੇਰੇ ਨਾਲ ਕਦੇ ਕੋਈ ਗੱਲ ਕਰਨੀ ਹੋਵੇ 9873 ਜਿਹੜਾ ਸੈੱਲ ਫੋਨ ਹੈ ਜਿਸ 'ਤੇ ਤੁਸੀਂ ਕਾਲ ਕਰਦੇ ਹੋ ਉਸ 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਇਸ ਦੇ ਨਾਲ ਹੀ ਪਰਮਿੰਦਰ ਸਿੰਘ ਟਿਵਾਣਾ ਨੂੰ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ ਦਿਓ ਆ ਗਿਆ। ਰੱਬ ਰਾਖਾ, ਸ਼ੱਬਾ ਖੈਰ, ਸਤਿ ਸ਼੍ਰੀ ਅਕਾਲ।